ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੇ ਕਬੀਰ ਜੀ ਦੀ ਬਾਣੀ ਲੈ ਰਹੇ ਹਾਂ, ਜਿਹੜੀ ਕਿ ਰਾਮਕਲੀ ਰਾਗ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਦਰਜ ਹੈ। 972 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ। 972 ਇਹ 11ਵਾਂ ਸ਼ਬਦ ਹੈ ਕਬੀਰ ਜੀ ਦਾ। ਇਹ ਇਸ ਜਿਹੜੇ ਹੈਗੇ ਆ ਇਹ ਗਿਆਨ ਦੇ ਵਿੱਚ, ਔਰ ਇਹ ਲੜੀ ਜਿਹੜੀ ਹੈਗੀ ਇਹਦਾ ਦੂਸਰਾ ਸ਼ਬਦ ਆ। ਇਹਦੇ ਬਾਅਦ ਜਿਹੜਾ ਹੈਗਾ ਕਬੀਰ ਜੀ ਦਾ ਜਿਹੜਾ ਹੈਗਾ ਤੀਸਰਾ ਸ਼ਬਦ ਹੈਗਾ ਇੱਕ ਹੋਰ। ਇਹ ਲੜੀ ਪੂਰੀ ਹੋ ਜਾਏਗੀ ਕਬੀਰ ਜੀ ਦੀ, ਔਰ ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਇਹਦੇ ਬਾਅਦ ਇਹਦੇ ਇਸ ਰਾਗ ਦੇ ਵਿੱਚ ਪੂਰੀ ਹੋ ਜਾਏਗੀ। ਅਤੇ ਆਹ ਜਿਹੜੀ ਲੜੀ ਹੈਗੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਲੜੀ ਅੱਜ ਪੂਰੀ ਹੋਏ। ਅੰਗ 972 972 ਚੰਦ ਸੂਰਜ ਦੋਏ, ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਧਰਿਆ ਪਸਾਰ। ਚੰਦ ਸੂਰਜ ਦੋਏ ਜੋਤ ਸਰੂਪ, ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਹੁਣ ਕਬੀਰ ਜੀ ਗਿਆਨ ਦੇ ਰਹੇ ਆ, ਬ੍ਰਹਮ ਗਿਆਨ ਦੇ ਰਹੇ ਆ। ਹੁਣ ਇਹਦੇ ਵਿੱਚ ਕੋਈ ਚੰਦ ਸੂਰਜ ਜਿਹੜੇ ਹੈਗੇ, ਕੋਈ ਆਕਾਸ਼ ਦੇ ਵਿੱਚ ਜਿਹੜੇ ਹੈਗੇ ਚੰਦਰਮਾ ਹੈਗਾ ਅਤੇ ਸੂਰਜ ਹੈਗਾ, ਇਹ ਜੋਤ ਸਰੂਪ ਹੈ। ਇਹਨਾਂ ਦੇ ਵਿੱਚ ਜੋਤ ਹੈਗੀ, ਪ੍ਰਕਾਸ਼ ਦੇ ਰਹੇ ਆ ਦੁਨੀਆ ਦੇ ਵਿੱਚ। ਕੀ ਇਹਨਾਂ ਦੀ ਗੱਲ ਕਰ ਰਹੇ ਕਬੀਰ ਜੀ? ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਕਹਿੰਦੇ ਚੰਦ ਸੂਰਜ ਜਿਹੜੇ ਤੈਨੂੰ ਪ੍ਰਕਾਸ਼ ਦੇ ਰਹੇ ਆ, ਇਹ ਚੰਦ ਸੂਰਜ ਤੇਰੇ ਅੰਦਰ ਵੀ ਪ੍ਰਾਣ ਸ਼ਕਤੀ ਹੈਗੀ। ਉਹ ਵੀ ਈੜਾ ਤੇ ਪਿੰਗਲਾ ਜਿਹੜੀ ਹੈਗੀ ਆ, ਇਹ ਸ਼ਾਂਤੀ ਅਤੇ ਠੰਡੀ ਅਤੇ ਤੱਤੀ ਜਿਹੜੀ ਹੈਗੀ ਆ ਐਨਰਜੀ ਹੈਗੀ ਤੇਰੇ ਅੰਦਰ ਵੀ। ਇਹ ਚੰਦ ਸੂਰਜ ਜਿਹੜੇ ਹੈਗੇ ਜੋਤ ਦੇ ਰਹੇ, ਜੋਤ ਸਰੂਪ ਹੈਗੇ ਆ, ਜਿਹੜੇ ਪ੍ਰਕਾਸ਼ ਦੇ ਰਹੇ ਦੁਨੀਆ ਦੇ ਵਿੱਚ। ਤੈਨੂੰ ਪਤਾ ਹੈ ਇਹਨਾਂ ਤੋਂ ਪ੍ਰਕਾਸ਼, ਇਹਦੇ ਵਿੱਚ ਇਹਨਾਂ ਦੇ ਕੋਲ ਕਿੱਥੋਂ ਆ ਰਿਹਾ ਪ੍ਰਕਾਸ਼? ਇਹ ਸੰਸਾਰ ਦੇ ਜਿੰਨੇ ਜੀਵ ਹੈਗੇ ਤੇਰੇ ਅੰਦਰ ਪ੍ਰਕਾਸ਼ ਕਿੱਥੋਂ ਆ ਰਿਹਾ? ਤੂੰ ਕਿਵੇਂ ਤੁਰਦਾ ਫਿਰਦਾ ਹੋ ਰਿਹਾ? ਇਹਦੇ ਅੰਦਰ ਪਿੱਛੇ ਕਹਿੰਦੇ ਆ ਬ੍ਰਹਮ ਹੈਗਾ, ਇਹਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਹੈਗਾ। ਪਰਮਾਤਮਾ ਨੇ ਜੋਤੀ ਪਰਮਾਤਮਾ ਦੀ ਹੈਗੀ ਆ। ਇਹ ਜੋਤੀ ਅੰਦਰ ਮਾਲਕ ਪਰਮਾਤਮਾ ਦੀ ਸ਼ਕਤੀ ਹੈਗੀ ਆ। ਸਾਰੀ ਦੁਨੀਆ ਜਿਹੜੀ ਪਰਮਾਤਮਾ ਦੀ ਸ਼ਕਤੀ ਦੇ ਨਾਲ ਸਾਰਾ ਜਿਹੜਾ ਲਾਈਵ ਹੈਗਾ ਪ੍ਰੋਗਰਾਮ, ਸਾਰਾ ਦਾ ਸਾਰਾ ਜੋ ਕੁਛ ਵੀ ਦਿਸ ਰਿਹਾ ਆ, ਇਹ ਮੈਟਰ ਜਿਹੜਾ ਹੈਗਾ ਇਹ ਨਸ਼ਟ ਨਹੀਂ ਹੋ ਸਕਦਾ, ਇਹ ਲਾਈਵ ਹੈ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਕਹਿੰਦੇ ਉਹ ਬ੍ਰਹਮ ਆ, ਅਨੂਪ ਬ੍ਰਹਮ ਆ, ਮਾਲਕ ਪਰਮਾਤਮਾ। ਔਰ ਉਹ ਮਾਲਕ ਪਰਮਾਤਮਾ ਨੂੰ ਜੇ ਤੂੰ ਚਾਹੁੰਦਾ ਹੈਗਾ ਮਾਲਕ ਦੇ ਨਾਲ ਦੇਖਣਾ ਵੀ ਇਹ, ਉਹਦੇ ਵਾਸਤੇ ਤੈਨੂੰ ਫਿਰ ਜਿਹੜਾ ਹੈਗਾ ਇਹ ਸੰਸਾਰ ਤੋਂ, ਆਕਾਰ ਤੋਂ ਜਿਹੜਾ ਹੈਗਾ ਉੱਪਰ ਉੱਠਣਾ ਪਊਗਾ। ਆਹੀ ਖੇਡ ਪਾਈ ਹੈ ਮਾਲਕ ਨੇ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ ਰਹਾਓ। ਛੋਟਾ ਜਿਹਾ ਸ਼ਬਦ ਹੈ, ਪੂਰਾ ਲਵਾਂਗੇ। ਕਰ ਰਹੇ ਗਿਆਨੀ ਬ੍ਰਹਮ ਵਿਚਾਰ। ਹੇ ਗਿਆਨੀ, ਤੂੰ ਦੁਨੀਆ 'ਚ ਆਇਆ ਆ ਅਤੇ ਦੁਨੀਆ 'ਚ ਕਿਸੇ ਮਕਸਦ ਵਾਸਤੇ ਆਇਆ। ਕੋਈ ਪਰਪਸ ਹੈਗਾ, ਕੋਈ ਕੰਮ ਹੈਗਾ। ਤੈਨੂੰ ਪਰਮਾਤਮਾ ਨੇ ਕੋਈ ਕੰਮ ਦੇ ਵਾਸਤੇ ਡਿਜ਼ਾਈਨ ਕੀਤਾ ਹੈ, ਤੈਨੂੰ ਦੁਨੀਆ 'ਚ ਭੇਜਿਆ ਹੈਗਾ। ਸਿਖਰਲੇ ਡੰਡੇ 'ਤੇ ਖੜਾ ਆ। ਇਸ ਤੋਂ ਅੱਗੇ ਜਿਹੜਾ ਹੈਗਾ, ਇਸ ਤੋਂ ਅੱਗੇ ਪਾਰ ਬ੍ਰਹਮ ਹੈ, ਔਰ ਇਸ ਤੋਂ ਥੱਲੇ ਜਿਹੜਾ ਹੈਗਾ ਉਹ ਜੂਨਾ ਹੈਗੀ। ਔਰ ਇੱਕ ਲਿਮਟਿਡ ਟਾਈਮ ਵਾਸਤੇ ਖੜਾ ਹੈ ਸਿਖਰਲੇ ਡੰਡੇ ਦੇ ਉੱਤੇ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ ਰਹੋ। ਇਸ ਜੋਤ ਦੇ ਅੰਦਰ ਸਾਰਾ ਕੁਛ ਪਸਾਰਾ, ਜੋ ਕੁਛ ਵੀ ਦਿਸ ਰਿਹਾ ਇਹ ਪਰਮਾਤਮਾ ਦਾ
ਪਰਮਾਤਮਾ ਦੀ ਪਾਵਰ ਹੈ, ਪਰਮਾਤਮਾ ਦੀ ਪਾਵਰ ਹੈ ਭਾਈ, ਇਹ ਨਸ਼ਟ ਨਹੀਂ ਹੋ ਸਕਦੀ। ਉਹ ਪਰਮਾਤਮਾ ਅਬਿਨਾਸ਼ੀ ਹੈਗਾ, ਕਾਲ ਤੋਂ ਪਰੇ ਹੈਗਾ, ਸਮੇਂ ਤੋਂ ਪਰੇ ਹੈਗਾ। ਰਹਾਓ, ਹੀਰਾ ਦੇਖ ਹੀਰੇ ਕੋ ਕਰੋ ਆਦੇਸ਼। ਆ ਸ਼ਬਦ ਪੂਰਾ ਹੋ ਰਿਹਾ ਦੇਖੋ, ਹੀਰਾ ਦੇਖ ਹੀਰੇ ਕੋ ਕਰੋ ਆਦੇਸ਼, ਕਹੇ ਕਬੀਰ ਨਿਰੰਜਨ ਆਲੇਖ। ਆ ਸ਼ਬਦ ਪੂਰਾ ਹੋ ਗਿਆ। ਹੁਣ ਇੱਥੇ ਦੇਖੋ ਇਹਦੇ 'ਚ ਕੀ ਮੀਨਿੰਗ ਨਿਕਲੇਗਾ। ਹੀਰਾ ਦੇਖ ਹੀਰੇ ਕੋ ਕਰੋ ਆਦੇਸ਼, ਆਦੇਸ਼ ਕਹਿੰਦੇ ਆ ਨਮਸਕਾਰ। ਹੀਰਾ ਦੇਖ ਹੀਰੇ ਕੋ ਕਰੋ ਆਦੇਸ਼, ਹੀਰੇ ਨੂੰ ਦੇਖ ਕੇ ਹੀਰਾ ਦੇਖ ਕੇ ਹੀਰੇ ਨੂੰ ਆਦੇਸ਼ ਕਰੂੰ ਮੈਂ, ਬਈ ਹੀਰਾ ਬਈ ਵਾਹ ਬਈ ਵਧੀਆ ਹੀਰਾ ਹੈ। ਕੀ ਭੇਤ ਹੈਗਾ ਇੱਥੇ? ਹੀਰਾ ਕਹਿੰਦੇ ਆ ਦੁਨੀਆ ਦੇ ਵਿੱਚ ਜਿਹੜਾ ਹੀਰਾ ਕਹਿੰਦੇ ਬਹੁਤ ਹੀ ਯੂਨੀਕ ਹੈ, ਹੀਰਾ ਰੇਅਰ ਚੀਜ਼ ਹੈ। ਹੀਰਾ ਕਹਿੰਦੇ ਹੀਰੇ ਨੂੰ ਦੇਖ ਕੇ, ਇਸ ਸੰਸਾਰ ਨੂੰ ਦੇਖ ਕੇ, ਤੇ ਮੈਨੂੰ ਜਿਹੜਾ ਹੈਗਾ ਇਹਦੇ ਪਿੱਛੇ ਜਿਹੜਾ ਹੈਗਾ ਹੀਰਾ, ਉਹ ਮਾਲਕ ਪਰਮਾਤਮਾ ਕਹਿੰਦੇ ਉਸ ਮਾਲਕ ਪਰਮਾਤਮਾ ਦੇ ਅੱਗੇ ਮੈਂ ਝੁਕਦਾ ਹਾਂ ਕਿ ਹੇ ਮੇਰੇ ਮਾਲਕਾ, ਇਹੋ ਜਿਹੇ ਚੰਦ ਸੂਰਜ, ਇਹੋ ਜਿਹੀ ਤੇਰੀ ਪ੍ਰਕਿਰਤੀ, ਇਹੋ ਜਿਹੀ ਜਿਹੜੀ ਹੈ ਤੇਰੀ ਰਚਨਾ ਹੈਗੀ ਆ, ਔਰ ਇਹਦੇ ਪਿੱਛੇ ਤੂੰ ਹੈਗਾ ਹੈ ਮਾਲਕਾ। ਮੈਂ ਤੈਨੂੰ ਆਦੇਸ਼ ਕਰਦਾ ਹਾਂ, ਤੇਰੇ ਅੰਦਰ ਝੁਕਦਾ ਹੈ, ਤੇਰੀ ਰਚਨਾ ਦੇ ਦੁਆਰਾ ਤੈਨੂੰ ਦੇਖਦਾ ਹੈ। ਹੀਰਾ ਦੇਖ ਹੀਰੇ ਕੋ ਕਰੋ ਆਦੇਸ਼, ਕਹੇ ਕਬੀਰ ਨਿਰੰਜਨ ਅਲੇਖ। ਉਹ ਨਿਰੰਜਨ ਹੈਗਾ, ਕਾਲਕ ਤੋਂ ਪਰੇ ਹੈਗਾ ਮਾਲਕ ਪਰਮਾਤਮਾ, ਔਰ ਉਹ ਲੇਖ ਤੋਂ ਪਰੇ ਹੈਗਾ। ਉਹ ਲੇਖ ਕੀ ਹੈਗਾ? ਆਪਾਂ ਸਾਰੇ ਜਿਹੜੇ ਹੈਗੇ ਆਪਣਾ ਕਰਮਾਂ ਦਾ ਲੇਖ ਹੈ ਆਪਣੇ ਕੋਲ। ਆਪਾਂ ਜੋ ਕੁਛ ਕਰਦੇ ਹਾਂ ਉਹ ਲਿਖਤੇ ਆਪਣੀ ਆਪ ਲਿਖ ਰਹੇ ਹਾਂ। ਆਪਾਂ ਆਪ ਲਿਖ ਰਹੇ ਹਾਂ, ਕਲਮ ਆਪਣੇ ਹੱਥ ਦੇ ਵਿੱਚ ਆ। ਕਰਨੀ ਕਾਗਜ਼ ਮਨ ਮਸਵਾਣੀ, ਮਨ ਰਾਈਟਰ ਆ, ਮਨ ਲਿਖਵਾ ਰਿਹਾ ਸਾਰਾ ਕੁਛ, ਜਿੱਧਰ ਜਿੱਧਰ ਗਤੀ ਕਰਵਾ ਰਿਹਾ ਉਹ ਚੀਜ਼ ਲਿਖ ਰਹੀ ਹੈ। ਇੱਕ ਇੱਕ ਸੈਕਿੰਡ ਦਾ ਇੱਕ ਇੱਕ ਆਈਟਮ ਜੋ ਵੀ ਆਪਾਂ ਕਰ ਰਹੇ ਹਾਂ ਉਹ ਆਪਣੀ ਜਿਹੜੀ ਹੈ ਲਿਖਤ ਆ, ਉਹਦਾ ਆਪਾਂ ਨੂੰ ਜਿਹੜਾ ਹੈਗਾ ਭੁਗਤਾਨ ਕਰਨਾ ਪਊਗਾ। ਚੰਗਾ ਕਰ ਰਹੇ ਹਾਂ ਚੰਗਾ ਮਿਲੇਗਾ, ਮੰਦਾ ਕਰ ਰਹੇ ਹਾਂ ਮੰਦਾ ਮਿਲੇਗਾ। ਔਰ ਉਹ ਨਿਰੰਜਨ ਮਾਲਕ ਪਰਮਾਤਮਾ ਕਾਲਕ ਤੋਂ ਪਰੇ ਹੈ। ਆਹੀ ਮੰਦਾ ਜਿਹੜਾ ਹੈਗਾ ਇਹੀ ਕਾਲਕ ਹੈ, ਇਹੀ ਕਾਰਨਸ਼ੀਲ ਹੈ, ਉਹ ਮਾਲਕ ਅਲੇਖ ਹੈਗਾ। ਹਾਂਜੀ ਗੋਰਖੀ ਸਾਹਿਬ, ਛੋਟਾ ਜਿਹਾ ਸ਼ਬਦ ਹੈ ਬਿਲਕੁਲ। ਹਾਂਜੀ ਨਿੱਜੇ ਸਾਹਿਬ ਸ਼ੁਰੂ ਕਰੋ ਜੀ। ਹਾਂ, ਚੰਦ ਸੂਰਜ ਦੋਇ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਕਹਿੰਦੇ ਚੰਦ ਸੂਰਜ, ਦੇਖੋ ਚੰਦ ਸੂਰਜ ਜਿਹੜੇ ਲਏ ਮਾਲਕ ਪਰਮਾਤਮਾ ਨੇ ਕਹਿੰਦੇ ਦੇਖੋ ਦੁਨੀਆ ਦੇ ਵਿੱਚ ਪ੍ਰਕਾਸ਼ ਕਾਹਦਾ? ਜੇ ਚੰਦ ਸੂਰਜ ਨੂੰ ਹੀ ਗਾਇਬ ਕਰ ਦਿਓ ਬਸ, ਫਿਰ ਦੁਨੀਆ 'ਚ ਕੀ ਕਰਾਂਗੇ ਆਪਾਂ? ਪਾਵਰ ਕਿੱਥੋਂ ਆਏਗੀ? ਕਹਿੰਦੇ ਜੋਤੀ ਚੰਦ ਸੂਰਜ ਦੋ ਜੋਤ ਸਰੂਪ, ਦੁਨੀਆ 'ਚ ਪ੍ਰਕਾਸ਼ ਦੇਣ ਵਾਲੇ ਚੰਦ ਸੂਰਜ ਹੈਗੇ ਆ। ਜੋਤੀ ਅੰਤਰ ਬ੍ਰਹਮ ਅਨੂਪ, ਕਹਿੰਦੇ ਇਹਨਾਂ ਦੇ ਪਿੱਛੇ ਪਰਮਾਤਮਾ ਹੈਗਾ, ਉਹ ਅਨੂਪ ਪਰਮਾਤਮਾ ਹੈਗਾ ਇਹਨਾਂ ਦੇ ਪਿੱਛੇ, ਉਹ ਮਾਲਕ ਪਰਮਾਤਮਾ ਹੈਗਾ। ਇਹ ਜੋ ਬ੍ਰਹਮ ਪਸਾਰ ਹੈ, ਜੋ ਮਾਲਕ ਨੇ ਜੋ ਦੁਨੀਆ ਬਣਾਈ ਹੋਈ ਆ, ਇਹ ਜਿਹੜਾ ਹੈਗਾ ਇਹਦੇ ਵਿੱਚ ਇਹਦੇ ਪਿੱਛੇ ਮਾਲਕ ਪਰਮਾਤਮਾ ਆਪ ਹੈਗਾ। ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਕਰ ਰਹੇ ਗਿਆਨੀ ਬ੍ਰਹਮ ਵਿਚਾਰ। ਹੇ ਗਿਆਨਵਾਨ, ਹੇ ਇਨਸਾਨ, ਤੈਨੂੰ ਬੁੱਧੀ ਦਿੱਤੀ ਹੈ ਮਾਲਕ ਨੇ, ਇਹ ਗਿਆਨ ਦੇ ਰਿਹਾ ਤੈਨੂੰ ਮੈਂ, ਇਹਦਾ ਵਿਚਾਰ ਕਰ ਆਪਣੀ ਬੁੱਧੀ ਦੇ ਨਾਲ। ਇਹਨੂੰ ਜੋ ਮੈਂ ਗੱਲ ਕਹਿ ਰਿਹਾ, ਜੋ ਗਿਆਨ ਦੇ ਰਿਹਾ, ਇਹਦਾ ਵਿਚਾਰ ਕਰ। ਜੋਤੀ ਅੰਤਰ ਧਰਿਆ ਪਸਾਰ, ਇਸ ਜੋਤ ਦੇ ਵਿੱਚ ਹੀ ਮਾਲਕ ਪਰਮਾਤਮਾ ਨੇ ਸਾਰਾ ਪਸਾਰਾ ਧਰਿਆ। ਪਿੱਛੇ ਮਾਲਕ ਪਰਮਾਤਮਾ ਆਪ ਹੈਗਾ। ਇਹ ਆਪਾਂ ਨੂੰ ਦਿਸ ਰਿਹਾ ਆਟੋਮੈਟਿਕਲੀ, ਜਿਹੜੀ ਹੈ ਕਠਪੁਤਲੀਆਂ ਤੁਰਦੀਆਂ ਫਿਰਦੀਆਂ ਨਜ਼ਰ ਆ ਰਹੀਆਂ, ਇਹ ਹੈ ਕਠਪੁਤਲੀਆਂ ਹੈਗੀਆਂ। ਇਹਨਾਂ ਦੇ ਪਿੱਛੇ ਮਾਲਕ ਪਰਮਾਤਮਾ ਆਪ ਉਹਦੀ ਸ਼ਕਤੀ ਹੈਗੀ। ਰਹਾਓ। ਹਾਂਜੀ ਵੀਰ ਜੀ। ਠੀਕ ਹੈ ਜੀ ਸਾਧ ਸੰਗਤ ਜੀ, ਇੱਥੇ ਆਪਾਂ ਵਿਚਾਰ ਕਰਨੀ ਆ। ਕਹਿੰਦੇ ਨੇ ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਹੁਣ ਕਹਿੰਦੇ ਚੰਦਰਮਾ ਤੇ ਸੂਰਜ ਜਿਹੜਾ ਜੋਤ ਸਰੂਪ ਹੈ, ਮਤਲਬ ਪ੍ਰਮਾਤਮਾ। ਜੋਤ ਦਾ ਮਤਲਬ ਆਤਮ ਤੱਤ। ਜੇ ਕਹਿੰਦੇ ਬਾਣੀ ਚ ਲਿਖਿਆ ਨਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਾਣੀ ਚ ਤੋਕ ਆਉਂਦੀ ਬਿਲਕੁਲ, ਮਤਲਬ ਤੂੰ ਬ੍ਰਹਮ ਆ। ਹਾਂ ਬ੍ਰਹਮ ਆ, ਬਿਲਕੁਲ। ਪਰ ਬ੍ਰਹਮ ਆ, ਪਰ ਭਟਕਿਆ ਹੋਇਆ ਬ੍ਰਹਮ। ਭਟਕ ਕਹਿੰਦਾ ਨਾ ਬੰਦਾ, ਭਟਕਿਆ। ਹੁਣ ਵੀ ਕਿੱਦਾਂ ਕਹੋਗੇ? ਇੱਕ ਬੱਚਾ ਵਾ, ਇੱਕ ਮਾਂ ਦੇ 4 ਬੱਚੇ, ਉਹ ਚ ਇੱਕ ਬੱਚਾ ਗਲਤ ਸੰਗਤ ਚ ਪੈ ਕੇ ਭਟਕ ਗਿਆ। ਉਹ ਕੀ ਕਰ ਰਿਹਾ? ਜੋ ਉਹਨੂੰ ਨਹੀਂ ਕਰਨਾ ਚਾਹੀਦਾ। ਉਹ ਕੀ ਖਾ ਰਿਹਾ? ਜਿਹੜਾ ਉਹਨੂੰ ਨਹੀਂ ਖਾਣਾ ਚਾਹੀਦਾ। ਉਹ ਕਿਸ ਚੀਜ਼ ਨੂੰ ਸਪਰਸ਼ ਕਰ ਰਿਹਾ? ਜਿਹੜੀ ਚੀਜ਼ ਨੂੰ ਨਹੀਂ ਸਪਰਸ਼ ਕਰਨਾ।
ਉਹ ਚੀਜ਼ ਪਾ ਰਿਹਾ ਜਿਹੜੀ ਉਹਨੂੰ ਨਹੀਂ ਪਾਉਣੀ ਚਾਹੀਦੀ, ਉਹ ਚੀਜ਼ ਬੋਲ ਰਿਹਾ ਜਿਹੜੀ ਉਹਨੂੰ ਨਹੀਂ ਬੋਲਣੀ ਚਾਹੀਦੀ। ਇਹਦਾ ਮਤਲਬ ਕਿ ਬੱਚੇ ਸਹੀ ਬੱਚਿਆਂ ਦੇ ਨਾਲ ਰਹਿੰਦਾ ਤੇ ਹੈ ਵਾ, ਪਰ ਉਹਦੀ ਜਿਹੜੀ ਆਪਣੇ ਮਨ ਦੀ ਜਾਂ ਉਹਦੇ ਜੀਵਨ ਦੀ ਦਿਸ਼ਾ ਹੈ ਉਹ ਉਲਟ ਹੈ, ਵਿਪਰੀਤ ਕਰ ਰਿਹਾ ਕੁਛ। ਠੀਕ ਨੇ ਜੀ ਸਾਹਿਬ? ਬਿਲਕੁਲ। ਔਰ ਜਦੋਂ ਬੰਦਾ ਦੇਖੋ, ਮਾਂ ਪਿਓ ਤਾਂ ਭਾਵੇਂ ਬੱਚੇ 4 ਹੋਣ, ਪਰ ਬੱਚਾ ਤੇ ਮਾਂ ਪਿਓ ਨੂੰ ਉਹੀ ਚੰਗਾ ਲੱਗਦਾ ਨਾ ਕਿ ਜਿਹੜਾ ਸਰਵਣ ਪੁੱਤ ਹੈ। ਜਿਹੜਾ ਬੱਚਾ ਆਪਣੀ ਗਲਤ ਬੁੱਧੀ ਦੀ ਵਰਤੋਂ ਕਰ ਰਿਹਾ ਹੈ ਔਰ ਜੀਵਨ ਦੇ ਵਿੱਚ ਗਲਤ ਕੰਮ ਕਰ ਰਿਹਾ ਹੈ, ਉਹਨੂੰ ਕਿਹੜੇ ਕੋਈ ਏਦਾਂ ਦੇ ਮਾਂ-ਬਾਪ ਹੈਗੇ ਜਿਹੜੇ ਕਹਿਣਗੇ ਕਿ ਬੜਾ ਵਧੀਆ ਬੱਚਾ ਸਾਡਾ? ਜੀ ਸਾਹਿਬ? ਬਿਲਕੁਲ ਨਹੀਂ ਕਹਿਣਗੇ ਜੀ, ਬਿਲਕੁਲ ਨਹੀਂ ਕਹਿਣਗੇ। ਕੋਈ ਹੈਗਾ ਵਾ ਤੁਹਾਡਾ ਬੱਚਾ, ਤੁਹਾਡਾ ਮਾਂ-ਬਾਪ ਜਿਹੜਾ ਰਾਤ ਨੂੰ ਕਹਿੰਦਾ ਕਿ ਪੁੱਤ 3 ਵਜੇ ਤੂੰ ਸ਼ਰਾਬ ਪੀ ਕੇ ਆਉਂਦਾ, ਬੜਾ ਵਧੀਆ ਕੰਮ ਹੈ, ਘਰ ਦੀ ਨੂੰ ਕੁੱਟਣ ਆ, ਬਹੁਤ ਵਧੀਆ ਕੰਮ ਕਰਨੇ ਆ, ਤੇਰੇ ਵਰਗਾ ਬੱਚਾ ਤੇ ਹਰ ਘਰ 'ਚ ਪੈਦਾ ਹੋਣਾ ਚਾਹੀਦਾ? ਨਹੀਂ, ਕੋਈ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਕਿ ਮੇਰੇ ਘਰ ਜਿਹੜੀ ਹੈ ਨਾ, ਪਿਓ ਭਾਵੇਂ ਜਿੰਨਾ ਮਰਜ਼ੀ ਗੰਦਾ ਹੋਵੇ, ਉਹ ਕਹਿੰਦਾ ਕਿ ਮੇਰੇ ਘਰ ਜਿਹੜੀ ਔਲਾਦ ਹੈ ਚੰਗੀ ਪੈਦਾ ਹੋਵੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਿਓ ਭਾਵੇਂ ਜਿੰਨੀ ਮਰਜ਼ੀ ਰਿਸ਼ਵਤ ਲੈਂਦਾ, ਉਹ ਨਹੀਂ ਚਾਹੁੰਦਾ ਕਿ ਮੇਰੇ ਘਰ ਜਿਹੜਾ ਬੱਚਾ ਮੇਰਾ ਰਿਸ਼ਵਤ ਲਵੇ। ਜਸਟ ਸੋਚਿਓ ਕਦੇ ਧਿਆਨ ਨਾਲ, ਬੜੀਆਂ ਗੱਲਾਂ ਹੈਗੀਆਂ ਨੇ ਜਿਹੜਾ ਬੰਦਾ ਖੁਦ ਨਹੀਂ ਕਰਨਾ ਚਾਹੁੰਦਾ। ਉਹ ਕਹਿੰਦਾ ਮੈਂ ਏਦਾਂ ਦੇ, ਮੇਰਾ ਬੱਚੇ ਨਾ ਮਾੜੇ ਕਰਮ ਕਰਨ, ਮੈਂ ਕਰ ਲਿਆ। ਏਦਾਂ ਕਰਦੇ ਨੇ ਲੋਕ। ਬਿਲਕੁਲ। ਚੋਰ ਕਦੀ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਜਿਹੜੇ ਚੋਰ ਬਣਨ। ਤੁਸੀਂ ਸੋਚਿਆ ਕਿਤੇ ਜੁਆਰੀ ਚਾਹੁੰਦਾ ਕਿ ਮੇਰਾ ਬੱਚਾ ਜੁਆਰੀਆ ਬਣ ਜਾਏ? ਨਹੀਂ, ਉਹ ਨਹੀਂ ਚਾਹੁੰਦਾ। ਠੀਕ ਹੈ ਜੀ। ਹੁਣ ਕਹਿੰਦੇ ਕਿ ਜੋਤੀ ਅੰਤਰ ਬ੍ਰਹਮ ਅਨੂਪ, ਇਹ ਗੱਲ ਜਿਹੜੀ ਆ ਜੋਤੀ ਦੇ ਅੰਦਰ ਜਿਹੜਾ ਹੈਗਾ ਹੈ, ਇਹ ਜੋਤੀ ਜੋ ਵੀ ਦਿਖਦੀ ਹੈ, ਇਹ ਤੇ ਦੇਖੋ ਤੁਸੀਂ ਆਪ ਸਿਆਣੇ ਜੋ, ਪਰ ਕੋਈ ਮੰਨਦਾ ਇਹ ਗੱਲ ਨੂੰ? ਇਹ ਤੇ ਗ੍ਰੰਥਾਂ 'ਚ ਲਿਖੀ ਗੱਲ। ਕੋਈ ਕਹਿੰਦਾ, ਉਹ ਕਹਿੰਦਾ ਜੀ ਬਿਗ ਬੈਂਗ ਹੋਈ, ਉੱਥੇ ਕੋਈ ਸੂਰਜ ਬਣ ਗਿਆ, ਕੋਈ ਧਰਤੀ ਬਣ ਗਈ, ਅੱਧਾ ਕ ਚੰਦਰਮਾ ਬਣ ਗਿਆ। ਉਹ ਬਿਗ ਬੈਂਗ ਦੇ ਬੱਚਿਆ, ਇਹ ਧਰਤੀ ਤੇ ਗੈਸ ਇਹ ਕਿੱਥੋਂ ਆਈਆਂ ਨੇ? ਆਕਸੀਜਨ ਇੰਨੀਆਂ ਮੈਜਰਮੈਂਟ 'ਚ ਤੇਰੇ ਬੋਡੀ ਦੇ ਅੰਦਰ ਇੰਨੀ ਜ਼ਿਆਦਾ ਸੈਟਿੰਗ ਹੈਗੀ ਆ, ਤੂੰ ਮਾੜਾ ਜਿਹਾ ਉਹਨੂੰ ਪਲੇ ਕਰਦਾ ਹੈ, ਗਲਤ ਲਾਈਫ ਜੀਵਨ ਬਤੀਤ ਕਰਦਾ ਹੈ, ਤੇਰੀ ਸ਼ੂਗਰ ਉੱਪਰ ਥੱਲੇ ਹੋ ਜਾਂਦੀ ਹੈ। ਤੇਰਾ ਬੀਪੀ ਮਾੜਾ ਜਿਹਾ ਉੱਪਰ ਥੱਲੇ ਹੋਇਆ ਨਾ, ਮੁੜ ਕੇ ਤੂੰ ਡਾਕਟਰਾਂ ਕੋਲ ਧੱਕੇ ਖਾਣੇ ਆ। ਬਿਲਕੁਲ। ਉੱਥੇ ਲਾਈਨਾਂ 'ਚ ਬਵੇਂਗਾ ਤੇ 3-3 ਘੰਟੇ ਬੈਠਿਆ, ਤੁਹਾਡੇ ਚਿੱਤਰ ਠੰਡੇ ਹੋ ਜਾਣੇ ਇੱਥੇ ਬੈਠਿਆ, ਤੇ ਫਿਰ ਜਾ ਕੇ ਦਵਾਈ ਮਿਲਦੀ ਆ। ਬਿਲਕੁਲ ਸਹੀ ਗੱਲ। ਜਿਉਂਦੇ ਬੰਦੇ ਨੂੰ ਉਹਦੀ ਕਦਰ ਨਹੀਂ ਹੁੰਦੀ ਕਿ ਮੇਰਾ ਏਡਾ ਵਧੀਆ ਸਰੀਰ ਹੈ। ਇੱਕ ਮਹਾ ਇਨਸਾਨ ਗੰਦਾ ਵਾ, ਇਹ ਆਪਣੇ ਸਰੀਰ ਨੂੰ ਖਤਮ ਕਰਕੇ ਫਿਰ ਬਾਜ ਆਉਂਦਾ। ਉਹ ਚੀਜ਼ ਖਾਂਦਾ ਜਿਹੜੀ ਨਹੀਂ ਖਾਣੀ ਚਾਹੀਦੀ। ਕੁਦਰਤ ਵੇਖੋ, ਜਾਨਵਰਾਂ ਨੂੰ ਕੋਈ ਬੀਪੀ ਦੀ ਪ੍ਰੋਬਲਮ ਨਹੀਂ ਜੇ, ਕਿਸੇ ਜਾਨਵਰ ਨੂੰ ਹਾਰਟ ਅਟੈਕ ਨਹੀਂ ਜੋ ਹੁੰਦਾ। ਕਿਆ ਬਾਤ ਹੈ। ਕਿਸੇ ਜਾਨਵਰ ਨੂੰ ਕੈਂਸਰ ਨਹੀਂ ਜੋ ਹੁੰਦੀ। ਉਹ ਕੇਵਲ ਖਾਂਦੇ ਨੇ, ਉਹ ਸਵਾਦ ਨਹੀਂ ਚੱਖਦੇ ਸਾਡੇ ਵਾਂਗੂ। ਬਹੁਤ ਵਧੀਆ ਗੁਰਕੀ ਸਾਹਿਬ, ਬਿਲਕੁਲ। ਇਹ ਤਾਂ ਜੀਵਨ ਦਾ ਨਿਚੋੜ ਹੈਗਾ। ਇਹ ਜੇ ਇਹ ਗੱਲ ਬੰਦਾ ਪੱਲੇ ਬੰਨ ਲੈਣਾ ਤੇ ਭਾਈ ਬਸ ਸਮਝ ਲਓ ਜਿੱਤ ਗਿਆ ਗੇਮ ਨੂੰ। ਇੱਥੇ ਹੀ ਗੇਮ ਜਿੱਤੀ ਪਈ ਹੈ। 70-80 ਸਾਲ 100 ਸਾਲ ਦੀ ਵੈਸੇ ਵੀ ਮਨਿਆਦ ਹੈ ਸਾਡੇ ਸਰੀਰ ਦੀ, ਪਰ ਆਪਾਂ ਪਿਓ ਦੇ ਪੁੱਤ ਇਹਦੀ ਜਾਨ ਕੱਢ ਦਿੰਦੇ ਆ, ਰਗੜ ਦਿੰਦੇ ਆ। ਔਰ ਇਹ ਤੁਸੀਂ ਵੇਖੋ, ਤੁਹਾਨੂੰ ਵਧੀਆ ਕਾਰ ਦਿੱਤੀ ਕਿਸੇ ਨੇ ਹੋਏ, ਲਓ ਜੀ 8-10 ਲੱਖ ਦੀ ਗੱਡੀ ਹੈ, ਇਹਨੂੰ ਬੰਦਿਆਂ ਵਾਂਗੂ ਚਲਾਓ। ਇਹ ਗੱਡੀ ਜਾਂਦੀ ਨਹੀਂ, ਸਾਰੀ ਜ਼ਿੰਦਗੀ ਚਲਾ ਲਓ। ਪਰ ਆਪਾਂ ਟੁੱਟੀਆਂ ਸੜਕਾਂ 'ਚ ਉੱਥੇ ਲਈ ਫਿਰਦੇ ਜਿੱਥੇ ਕਿਲੋ ਖੱਡੇ ਆ, ਟੋਏ ਆ, ਜਿੱਥੇ ਕਿੱਲ ਪਏ, ਕਾਂਟੇ ਪਏ ਆ। ਉਹ 'ਚ ਕੀ ਕਰਦੇ ਆ? ਆਪਾਂ ਨੂੰ ਕਹਿੰਦੇ ਕਿ ਇਹਨੂੰ ਪੈਟਰੋਲ ਪਾਓ, ਆਪਾਂ ਕਰਦੇ 'ਚ ਮਿੱਟੀ ਤੇ ਤੇਲ ਪਾ ਦਿੰਦੇ। ਮਿੱਟੀ ਦਾ ਤੇਲ ਵੀ ਪਾ ਦਿੰਦੇ, ਪੈਟਰੋਲ ਵੀ ਪਾ ਕੇ ਗੋਰਖੀ ਸਾਹਿਬ ਰੇਸ ਤਾਂ ਪੂਰੀ ਦੱਬ ਦਿੰਦੇ ਆ। ਜਿਸ ਤੋਂ ਸੋਚਦੇ ਆ ਵੀ ਇਸ ਤੋਂ ਅੱਗੇ ਵੀ ਰੇਸ ਚੱਲੇ, ਬਸ ਇਸ ਤੋਂ ਅੱਗੇ ਵੀ ਸਪੀਡ ਚੱਲੇ। ਤੇ ਬਾਅਦ 'ਚ ਜਦੋਂ ਗੱਡੀ ਖਿਲਰ ਜਾਂਦੀ ਹੈ ਤੇ ਫਿਰ ਆਪਾਂ ਕਹਿੰਦੇ ਕਿ ਇਹ ਕੀ ਹੋਇਆ? ਫਿਰ ਬੰਦਾ ਸੋਚਦਾ ਮੈਂ ਕੀ ਕੀਤਾ, ਪਰ ਬਾਅਦ ਦੇ ਵਿੱਚ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਉਹ ਕਹਿੰਦੇ ਤਪਸਤਾਨੇ ਸੇ ਕਿਆ ਫਾਇਦਾ ਜਬ ਚਿੜੀਆ ਚੁਗੀ ਖੇਤ। ਦੇਖੋ, ਜ਼ਿੰਦਗੀ ਇੱਕ ਖੂਬਸੂਰਤ ਮੂਰਤੀ ਹੈ, ਇਹਨੂੰ ਤਰਾਸ਼ਣਾ ਮੈਂ ਵਾਂ ਤੇ ਮੈਂ ਆਪਣੀ ਮੂਰਤੀ ਤਰਾਸ਼ਾਂ ਤੇ ਤੁਸੀਂ ਆਪਣੀ ਤਰਾਸ਼ ਲਓ। ਬਿਲਕੁਲ ਸਹੀ ਗੱਲ ਹੈ। ਅੱਜ ਉਹ ਕਮਲ ਤੇ ਹਰਮਨਾ, ਮੈਂ ਇਹਨਾਂ ਨੂੰ ਨਿੱਜਰ ਸਾਹਿਬ ਵੱਡਾ ਨਾ ਵਾਈਟ ਬੋਰਡ ਲਿਆ ਕੇ ਦਿੱਤਾ। ਹਾਂਜੀ। ਤੇ ਇਹ ਬੱਚੇ ਦੀ ਹੈਂਡ ਰਾਈਟਿੰਗ ਦੀ ਵਧੀਆ ਨਹੀਂ, ਤੇ ਮੈਂ ਇਹਨਾਂ ਨੂੰ ਕਹਿੰਦਾ ਕਾਪੀ ਤੇ ਸੁਧਰਦੀ ਨਹੀਂ ਪਿਆ। ਮੈਂ ਵਾਈਟ ਬੋਰਡ ਤੇ ਮੈਂ ਬਾਰ-ਬਾਰ ਅੱਖਰਾਂ ਨੂੰ ਲਿਖੋ, ਸਹੀ ਕਰੋ। ਆ 2 ਦਿਨਾਂ ਦੇ ਵਿੱਚ ਨਿੱਜਰ ਸਾਹਿਬ ਇੰਨੀ ਹੈਂਡ ਰਾਈਟਿੰਗ ਉਹਨਾਂ ਦੀ ਵਧੀਆ ਹੋ ਗਈ ਨਾ, ਮੈਂ ਹੈਰਾਨ ਹੋ ਗਿਆ। ਕਿਉਂਕਿ ਪਹਿਲਾਂ ਉਹਨਾਂ ਦੀ ਲਿਸਟ ਦੇ ਵਿੱਚ ਹੀ ਨਹੀਂ ਸੀ ਕਿ ਹੈਂਡ ਰਾਈਟਿੰਗ ਨੂੰ ਸਹੀ ਕਰਨਾ। ਬਿਲਕੁਲ। ਹੁਣ ਉਹ ਪੁਆਇੰਟ ਆਊਟ ਕਰਤਾ ਆਪਾਂ, ਉਹ ਬੱਚੇ ਉੱਥੇ ਧਿਆਨ ਦੇਣ ਲੱਗ ਪਏ, ਤੇ ਉਹ ਚੀਜ਼ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ। ਹੁਣ ਜੀਵਨ ਸਾਡਾ ਹੈਗਾ ਹੈਂਡ ਰਾਈਟ ਵਾਂਗੂ ਗੰਦੀ ਮੰਦੀ ਲਿਖੀ ਜਾਂਦੇ ਆਪਾਂ। ਬਿਲਕੁਲ। ਤੇ ਬਾਣੀ ਕੀ ਕਹਿੰਦੀ ਹੈ? ਨਹੀਂ, ਏਦਾਂ ਨਾ ਕਰ ਚਰਨਜੀਤ, ਧਿਆਨ ਦੇ ਥੋੜਾ ਜਿਹਾ ਲਿਖਣ ਤੇ ਤੂੰ ਦੇ ਆਵਾਂ, ਥੋੜਾ ਸੁਥਰਾ ਕਰਕੇ ਲਿਖ, ਕੱਲ ਨੂੰ ਕਿਹਦੇ ਪੜ੍ਹਨ ਚ ਕੰਮ ਆਵੇ। ਕੋਈ ਏਦਾਂ ਦੀ ਚੀਜ਼ ਨਾ ਲਿਖ ਲਈ, ਲਿਖੀ ਗਈ ਤੇ ਮਿਟਣੀ ਬੜੀ ਔਖੀ ਹੋ।
ਦੇਖਿਆ ਨਾ, ਕਰਮ ਦੋ ਕਿਸਮ ਦੇ ਹੁੰਦੇ। ਇੱਕ ਛੋਟੇ ਕਰਮ ਹੁੰਦੇ, ਕਣਕ ਬੀਜੀ 6 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਵੱਢ ਲਈ ਤੇ ਕਣਕ ਖਾ ਲਈ। ਪਰ ਕਈ ਕਰਮ ਏਡੇ ਖਤਰਨਾਕ ਨੇ, ਅੰਗੂਰਾਂ ਦੀ ਵੇਲ ਵਾਂਗੂ ਤੁਸੀਂ ਬੀਜਦੇ ਨਾ ਤੇ 120 ਸਾਲ ਤੱਕ ਉਹਨੂੰ ਫਲ ਲੱਗਣਾ ਵਾ। ਮੇਜਰ ਸਾਹਿਬ ਬਿਲਕੁਲ ਦੇਖੋ, ਜਿਹੜਾ ਕਰਮ ਆ ਉਹਨੂੰ ਫਲ ਲੱਗਣਾ। ਜੋ ਖੇਤ ਸਰੀਰਾ ਜੀ ਕਹਿੰਦੇ ਬੀਜਿਆ ਤੇ ਅੰਤ ਖਲੋਇਆ ਆਇਆ। ਤੁਸੀਂ ਸਰੀਰ ਰੂਪੀ ਖੇਤ 'ਚ ਜੋ ਮਰਜ਼ੀ ਬੀਜਤਾ, ਕੁਦਰਤ ਕਹਿੰਦੀ ਹੈ ਚਰਨਜੀਤ ਬੀਜਣ ਦਾ ਤੈਨੂੰ ਅਧਿਕਾਰ ਆ, ਪਰ ਫਲ ਦਾ ਅਧਿਕਾਰ ਮੈਨੂੰ ਹੀ, ਉਹ ਤੇਰੇ ਹੱਥ 'ਚ ਨਹੀਂ ਹੋ। ਇੱਕ ਦੇ 100 ਬਣਾਉਣ ਦਾ ਅਧਿਕਾਰ ਮੇਰਾ ਹੈ। ਤੂੰ ਬੀਜ ਤਾਂ ਸਹੀ, ਇੱਕ ਦੇ 100 ਮੈਂ ਬਣਾਉਂਗਾ। ਬਸ ਮਾਲਕ ਤੁਸੀਂ ਵੇਖੋ, ਨਜ਼ਰ ਮਾਰੋ ਕਿੰਨੇ ਪੜੇ ਪੜੇ ਲੋਕ ਵਿਚਾਰਿਆਂ ਨੂੰ ਨੌਕਰੀ ਤੱਕ ਨਹੀਂ ਮਿਲਦੀ, ਪਰ ਕਈ ਅਨਪੜ੍ਹ ਬੰਦੇ ਕਿੱਡੇ ਕਿੱਡੇ ਵੱਡੀਆਂ ਪੋਸਟਾਂ ਤੇ ਬੈਠੇ। ਉੱਥੇ ਕੀ ਆ? ਉਹਦੇ ਮੁਕੱਦਰ, ਉਹਦਾ ਜਿਹੜਾ ਬੀਜਿਆ ਹੋਇਆ, ਉਹਨੇ ਕੀ ਬੀਜਿਆ ਹੋਇਆ, ਉੱਗਿਆ ਪਿਆ। ਉਹ ਭਾਵੇਂ ਪੜ੍ਹਾਈ ਨਹੀਂ ਹੈਗੀ, ਪਰ ਉਹ ਬੰਦਾ ਏਡੀ ਫੈਕਟਰੀ ਦਾ ਮਾਲਕ ਹੈ। ਕੀ ਕਰ ਲੋ ਬੱਤੀ? ਬਿਲਕੁਲ ਸਹੀ ਗੱਲ। ਉਹਨੇ ਪਤਾ ਨਹੀਂ ਕਿੰਨੇ ਪੜੇ ਪੜੇ ਲਿਖੇ ਆਪਣੇ ਥੱਲੇ ਬਾਏ ਆ। ਹੁਣ ਤੁਸੀਂ ਕਹਿ ਦੋ ਕਿ ਇਹਦੇ ਪੱਲੇ ਕੀ ਹੈ, ਕਿੱਦਾਂ ਆ ਗਿਆ? ਨਹੀਂ, ਹੋਰ ਕੋ ਹੈਗਾ ਕੁਛ। ਪਰ ਜਦੋਂ ਮੁੱਕ ਜਾਂਦਾ ਤੇ ਫਿਰ ਸਦਾਮ ਹੁਸੈਨ ਵਾਂਗੂ ਫਿਰ ਮੰਜਾ ਖਿੱਚ ਲੈਂਦੀ ਹੈ ਕੁਦਰਤ। ਜਿਹੜਾ ਦੇਖਾ ਗਦਾਫੀ, ਉਹ ਬੰਦਾ ਜਾਂਦਾ ਸੀ ਕਿ ਸਾਰਾ ਦੇਸ਼ ਉਹਦੇ ਨਾਂ ਤੇ ਵੱਜਦਾ ਸੀ, ਦੇਸ਼ ਬਚਿਆ ਸੀ। ਗਦਾਫੀ ਗਿਆ, ਸਾਰਾ ਦੇਸ਼ ਮਿੱਟੀ। ਬਿਲਕੁਲ। ਆਪ ਜਸਟ ਦੇਖੋ, ਇੱਕ ਇੱਕ ਬੰਦੇ 'ਚ ਕਿੰਨੀ ਪਾਵਰ। ਸਦਾਮ ਹੁਸੈਨ ਗਿਆ ਤੇ ਸਾਰਾ ਦੇਸ਼ ਮਿੱਟੀ। ਮੁੜ ਕੇ ਪਤਾ ਹੀ ਨਹੀਂ ਕੌਣ ਕੀ ਹੈ, ਕਿੱਧਰ ਕੀ ਹੈ। ਸੋ ਇੱਥੇ ਚੀਜ਼ ਨੂੰ ਸਮਝੋ ਪਲੀਜ਼। ਕਈ ਬੰਦੇ ਏਡੇ ਪਾਵਰਫੁਲ ਹੁੰਦੇ, ਪਿੰਡ ਦਾ ਨਾਂ ਉਹ ਬੰਦਿਆਂ ਦੇ ਸਿਰ ਤੇ ਚੱਲਦਾ ਜੀ। ਕਈ ਬੰਦੇ ਏਡੇ ਪਾਵਰਫੁਲ, ਸ਼ਹਿਰ ਦਾ ਨਾਂ ਬੰਦੇ ਦੇ ਸਿਰ ਤੇ ਵੱਜਦਾ, ਬੰਦੇ ਦੇ ਸਿਰ ਤੇ। ਸ਼ਹਿਰ ਨੂੰ ਕੋਈ ਨਹੀਂ ਜਾਣਦਾ। ਬੰਦੇ ਏਦਾਂ ਦੇ ਹੁੰਦੇ, ਉਹ ਫਲਾਣੇ ਸ਼ਹਿਰ ਦਾ ਬੰਦਾ ਜੀ, ਬਹੁਤ ਨਾਂ। ਤੋ ਇਸੇ ਕਰਕੇ ਚੀਜ਼ ਆਪਾਂ ਅੱਜ ਜੇ ਆਪਾਂ ਚੀਜ਼ ਨੂੰ ਵਿਚਾਰ ਕਰਦੇ ਹਾਂ, ਉਹ ਕਹਿੰਦੇ ਕਿ ਜੋਤੀ ਜਿਹੜੀ ਹੈਗੀ ਹੈ ਇਹ ਪਰਮਾਤਮਾ ਹੈ। ਵੈਸੇ ਵੀ ਬ੍ਰਹਮ ਤੋਂ ਬਿਨਾਂ ਕੁਛ ਹੈ ਵੀ ਨਹੀਂ। ਤੁਸੀਂ ਜੇ ਗੰਦ ਵੀ ਪਾਓਗੇ ਨਾ ਤੇ ਬ੍ਰਹਮ ਦੇ ਵਿੱਚ ਹੀ ਪਾਉਂਦੇ ਜੋ, ਤੇ ਬ੍ਰਹਮ ਤੁਹਾਨੂੰ ਕਿੱਥੋਂ ਛੱਡੂਗਾ? ਬਿਲਕੁਲ ਸਮਝੋ ਨਾ। ਬੰਦਾ ਨਹੀਂ ਨਾ ਮੰਨਦਾ, ਕਿਉਂਕਿ ਬੰਦਾ ਉਹਨੂੰ ਕਵੇ ਨਾ ਕਿ ਬ੍ਰਹਮ ਆ, ਫਿਰ ਕੱਢੋ ਗਾਲ ਕੇ ਇਹਨਾਂ ਤੇ ਮਾੜਾ ਕਰਕੇ ਦਿਖਾਓ। ਪਰ ਬ੍ਰਹਮ ਨੂੰ ਸਮਝਣਾ ਬੜਾ ਔਖਾ। ਕਹਿੰਦੇ ਰੱਬ ਤੇ ਇੱਥੋਂ ਵੱਖ ਨਹੀਂ, ਤੇਰੀ ਵੱਖਣ ਵਾਲੀ ਅੱਖ ਨਹੀਂ। ਆਪ ਸੋਚੋ, ਇੱਕ ਨਿੱਕੀ ਜਿਹੀ ਤਿਤਲੀ 'ਚ ਪਤਾ ਹੀ ਨਹੀਂ ਕਿੰਨੇ ਕੁ ਰੰਗ ਭਰੇ ਨੇ। ਕੌਣ ਭਰਿਆ? ਤੁਸੀਂ ਭਰ ਸਕਦੇ ਇੰਨੇ ਬਰੀਕ ਰੰਗ? ਉਹਦਾ ਦਿਲ, ਹਜੇ ਤੇ ਸਾਇੰਸ ਬੰਦੇ ਦਾ ਦਿਲ ਕੱਢ ਕੇ ਸੈੱਟ ਕਰਦੀ ਆ। ਉਹ ਤਿਤਲੀ ਦੇ ਅੰਦਰ ਜਿਹੜਾ ਪੁਰਜਾ ਹੈਗਾ, ਉਹ ਆਪਾਂ ਨੂੰ ਫਿਕਸ ਕਰ ਸਕਦੇ ਹਾਂ? ਦੱਸੋ ਨਿਜਰ ਸਾਹਿਬ। ਸਵਾਲ ਹੀ ਨਹੀਂ ਪੈਦਾ ਹੁੰਦਾ। ਆਪ ਜਸਟ ਸੋਚੋ, ਪਰਮਾਤਮਾ ਦੀ ਕੈਪੈਸਿਟੀ ਨੂੰ ਆਪ ਜਾਣਦੇ ਜੋ। ਇੱਕ ਕੀ ਮੀਟ ਜਿਹਾ ਵਾ ਸਿਰ, ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ ਇਹਦੇ ਅੰਦਰ ਸਰਕਟ ਬਣੇ। ਆਪਾਂ ਜੋ ਵੀ ਕੰਮ ਕਰਦੇ ਨੇ, ਇਹਦੇ ਸਰਕਟ ਬਣੀ ਜਾ ਰਹੇ ਨੇ ਅੰਦਰ, ਮੈਮਰੀਆਂ। ਬਿਲਕੁਲ। ਦੇਖ ਲਓ ਗੋਰਖੀ ਸਾਹਿਬ, ਕੀੜੀ ਜਿਹੜੀ ਤੁਰਦੀ ਹੈ ਲੱਤਾਂ ਦੇ ਵਿੱਚ, ਕਿੰਨੀਆਂ ਪਤਲੀਆਂ ਲੱਤਾਂ, ਔਰ ਉਹਦੇ ਵਿੱਚੋਂ ਦੀ ਦੇਖੋ ਸਿਸਟਮ ਹੈਗਾ ਉਹਦੇ ਵਿੱਚੋਂ ਦਾ। ਆਹੋ, ਕਿਸੇ ਜਾਨਵਰ ਨੇ ਕੰਪਲੇਂਟ ਕੀਤੀ ਹੈ ਕਿ ਉਹ ਕਹਿੰਦਾ ਕਿ ਮੇਰਾ ਸਰੀਰ ਨਹੀਂ ਵਧੀਆ ਦਿੱਤਾ ਮੈਨੂੰ। ਉਹ ਕਹਿੰਦਾ ਮੇਰਾ ਸਰੀਰ ਬਹੁਤ ਵਧੀਆ, ਕੰਪਲੀਟ ਹੈ। ਪਰਮਾਤਮਾ ਨੇ ਜੋ ਵੀ ਬਣਾਇਆ, ਦੇਖੋ ਇੰਨੀ ਜ਼ਿਆਦਾ ਬਰੀਕੀ, ਇੰਨੀ ਜ਼ਿਆਦਾ ਬਰੀਕੀ। ਮੈਂ ਤੇ ਵੇਖ ਵੇਖ ਕੇ ਮੇਰੇ ਦਿਮਾਗ ਦੀਆਂ ਨਾੜਾਂ ਹਿਲ ਜਾਂਦੀਆਂ। ਕਿੱਦਾਂ 750 ਮੈਗਾਪਿਕਸਲ ਦਾ ਕੈਮਰਾ ਤੁਹਾਡੀਆਂ ਅੱਖਾਂ 'ਚ ਲੱਗਾ ਜੀ। ਆਪ ਜਸਟ ਸੋਚੋ, 750 ਮੈਗਾਪਿਕਸਲ ਦਾ ਕੈਮਰਾ। ਤੁਹਾਡੇ ਦੰਦਾਂ ਦਾ ਡਿਜ਼ਾਈਨ ਵੇਖੋ, ਸਪਰਿੰਗ ਵਾਂਗੂ ਤਾਂ ਠਾਂ ਹੁੰਦੇ ਆ। ਜਦੋਂ ਤੁਸੀਂ ਰੋਟੀ ਖਾਂਦੇ, ਕੋਈ ਸਖਤ ਚੀਜ਼ ਆਉਂਦੀ ਹੈ ਨਾ, ਉਹ ਜਿਹੋ ਜਿਹਾ ਕੋਈ ਮੋਟਾ ਵਾ, ਕਿਤੇ ਪਤਲਾ ਵਾ, ਦੰਦ ਸਪਰਿੰਗਾਂ ਨੂੰ ਆਪਣੇ ਆਪ ਨੂੰ ਐਡਜਸਟ ਕਰਦੇ ਆ। ਇੱਕ ਦੰਦ ਖਰਾਬ ਤੇ ਕੇਵਲ ਇੱਕ ਹੀ ਪੁੱਟਣਾ। ਦੂਜੇ ਸੇਵ ਨੇ, ਤੁਸੀਂ ਡੈਮੇਜ ਕਰ ਲਓਗੇ, ਵੱਖਰੀ ਗੱਲ ਆ। 2 ਅੱਖਾਂ ਨਾਲ, ਇੱਕ ਅੱਖ 'ਚ ਕੋਈ ਮੱਛਰ ਮੁੱਛਰ ਪੈ ਜਾਏ, ਦੂਜੀ ਅੱਖ ਨਾਲ ਫਿਰ ਵੀ ਤੁਸੀਂ ਮੋਟਰਸਾਈਕਲ, ਕਾਰ ਚਲਾ ਸਕਦੇ ਜੋ। ਅਬ ਦੇਖੋ ਕੁਦਰਤ ਦੀ ਸੋਚ। ਇੱਕ ਅੱਖ ਨਾਲ ਵੀ ਸਰਦਾ ਸੀ, 2 ਕੰਨ ਲਾਏ ਨੇ ਸੱਜੇ ਤੇ ਖੱਬੇ, ਬਿਲਕੁਲ ਪਰਫੈਕਟ। ਇੱਕ ਤੇ ਤੁਹਾਨੂੰ ਬਣਾਇਆ ਵੀ ਆ, ਉਸ ਤੋਂ ਬਾਅਦ ਪ੍ਰਮਾਤਮਾ ਨੇ ਸ਼ਿੰਗਾਰਿਆ ਹੈ ਤੁਹਾਨੂੰ। ਬਹੁਤ ਖੂਬ। ਜਨਾਨੀ ਦਾ ਇੱਕ ਅਲੱਗ ਰੂਪ ਆ, ਬੰਦੇ ਦਾ ਇੱਕ ਅਲੱਗ ਰੂਪ। ਹਰ ਇੱਕ ਦੀ ਇੱਕ ਆਪਣੀ ਆਪਣੀ ਉਹਨਾਂ ਦੀ ਹੈਗੀ ਹੈ। ਤੇ ਕੁਦਰਤ ਦੀਆਂ ਥੋੜੀਆਂ, ਇਹ ਤੇ ਮੈਂ ਤਾਰੀਫਾਂ ਕਰੀ ਜਾਵਾਂ ਤੇ ਅੰਤ ਕੋਈ ਨਹੀਂ। ਮੇਰੀ ਜ਼ਬਾਨ ਦਾ ਅੰਤ ਆ, ਉਹਦੇ ਬਣਾਉਣ 'ਚ ਕੋਈ ਅੰਤ ਨਹੀਂ। ਔਰ ਸਭ ਤੋਂ ਵੱਡੀਆਂ ਗੱਲਾਂ ਦੇਖੋ, ਸੂਰਜ ਦੀ ਜਿਹੜੀ ਗਤੀ ਆ, ਉਹਦੀ ਪ੍ਰਕਾਸ਼ ਦੀ ਗਤੀ ਆ, ਉਹ ਵੀ ਮੈਜਰਮੈਂਟ ਕੀਤੀ ਆ। ਔਰ ਜਿੰਨੀ ਉਨੀ ਪਾਵਰ ਦਿੱਤੀ, ਉਸ ਸਪੀਡ ਨਾਲ ਚੱਲਦੀ ਹੈ। ਚੰਦਰਮਾ ਕਿੱਦਾਂ ਹੈ? ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਵੱਜਦਾ, ਫਿਰ ਚੰਦਰਮਾ ਦਾ ਪ੍ਰਕਾਸ਼ ਫਿਰ ਧਰਤੀ ਤੇ ਆਉਂਦਾ। ਰਾਤ ਨੂੰ ਵੀ ਦਿਖਦਾ ਹੈ ਸਾਨੂੰ, ਜਿੰਨਾ ਕੁ ਲੋੜ ਆ।
ਸਾਨੂੰ ਰਾਤ ਨੂੰ ਹੋ ਸਕਦਾ ਕਿ ਪਹਿਲਾਂ ਕਿਸੇ ਜ਼ਮਾਨੇ 'ਚ ਅਸੀਂ ਸਾਡੇ ਕਪੈਸਿਟੀ ਹੋਵੇ ਅਸੀਂ ਰਾਤ ਨੂੰ ਦੇਖ ਸਕੀਏ, ਪਰ ਹੁਣ ਸਾਡੀ ਘਟ ਗਈ ਆ ਕਿਉਂਕਿ ਸਾਡਾ ਲਾਈਫ ਸਟਾਈਲ ਥੋੜਾ ਚੇਂਜ ਹੋ ਗਿਆ। ਪਰ ਜਾਨਵਰਾਂ 'ਚ ਅਜੇ ਵੀ ਹੈਗੀ, ਕਈ ਜਾਨਵਰਾਂ ਰਾਤ ਨੂੰ ਦੇਖ ਸਕਦੇ ਕਾਫੀ ਹੱਦ ਤੱਕ। ਤੇ ਜਿਹੜੇ ਵੇਖੋ ਕਈ ਪਰਿੰਦੇ ਜਿਹੜੇ ਪਾਣੀ 'ਚ ਰਹਿੰਦੇ ਨੇ, ਉਹਨਾਂ ਦੇ ਪੱਤੇ ਏਦਾਂ ਦੇ, ਉਹਨਾਂ ਦੇ ਪਰ ਏਦਾਂ ਦੇ, ਉਹਨਾਂ 'ਚ ਪਾਣੀ ਵੜਦਾ ਹੀ ਨਹੀਂ ਵਿਜੇ ਸਾਹਿਬ। ਹੁਣ ਵੇਖੋ ਬਰਫ਼ ਦੇ ਵਿੱਚ ਆਮ ਬੰਦਿਆਂ ਨੂੰ, ਮੈਨੂੰ ਤੁਹਾਨੂੰ ਉਡਾਇਆ ਹੋਵੇ ਤਾਂ ਆਪਾਂ ਸਾਡਾ ਮਤਲਬ ਬਹੁਤ ਛੇਤੀ ਮਤਲਬ ਸਾਡਾ ਬੋਡੀ ਨੇ ਕਹਿਣਾ ਕਿ ਨਹੀਂ ਵੱਸ ਦੀ ਗੱਲ ਨਹੀਂ ਆ। ਪਰ ਜਿਹੜੇ ਜਾਨਵਰ ਨੇ ਜਿਹੜੇ ਬਰਫੀਲੇ ਇਲਾਕਿਆਂ ਦੇ ਵਿੱਚ ਨੇ ਉਹ ਵੇਖ ਲਓ ਉੱਥੇ ਸਰਵਾਈਵ ਕਰ ਰਹੇ ਨੇ। ਬਿਲਕੁਲ ਉਹਨਾਂ ਨੇ ਆਪਣੇ ਆਪ ਨੂੰ ਰਜਿਸਟ ਕਰ, ਪਰ ਕੁਦਰਤ ਨੇ ਉਹਨਾਂ 'ਚ ਸ਼ਕਤੀ ਦਿੱਤੀ ਹੈ, ਐਵੇਂ ਨਹੀਂ ਸਰਵਾਈਵ ਹੋ ਰਹੇ। ਠੀਕ ਹੈ, ਸੋ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਕਹਿੰਦੇ ਕਿ ਜੋਤੀ ਅੰਤਰ ਬ੍ਰਹਮ ਅਨੂਪ, ਇਹ ਜਿਹੜੀ ਜੋਤੀ ਹੈ ਜਿੱਥੇ ਮਰਜੀ ਜੋਤੀ ਪ੍ਰਕਾਸ਼ਮਾਨ ਹੈ, ਚਾਹੇ ਜੀਵ ਦੇ ਰੂਪ ਚ ਚਾਹੇ ਪੱਤਿਆਂ ਦੇ ਰੂਪ ਚ, ਉੱਥੇ ਪ੍ਰਮਾਤਮਾ ਹੀ ਹੈ। ਪ੍ਰਮਾਤਮਾ ਤੋਂ ਬਿਨਾਂ ਕੁਛ ਨਹੀਂ ਜੋ ਹੈਗਾ। ਇਹ ਬੰਦਾ ਪਰ ਮੰਨਦਾ ਨਹੀਂ, ਇਹ ਗੱਲ ਸੱਚ। ਅਗਲੇ ਕਹਿੰਦੇ ਕਹੋ ਰੀ ਗਿਆਨੀ ਬ੍ਰਹਮ ਵਿਚਾਰ, ਕਰ ਰਹੇ ਗਿਆਨੀ ਬ੍ਰਹਮ ਵਿਚਾਰ। ਕਹਿੰਦੇ ਮੈਂ ਬ੍ਰਹਮ ਦਾ ਵਿਚਾਰ ਤੈਨੂੰ ਦੇ ਰਿਹਾ ਆ ਤੇ ਗਿਆਨਵਾਨਾ ਤੂੰ ਇਹਨੂੰ ਵਿਚਾਰ ਕਰ, ਮੇਰੀ ਗੱਲ ਨੂੰ ਸਮਝ, ਮੇਰੀ ਗੱਲ ਤੇ ਗੌਰ ਕਰ। ਹਾਂ ਠੀਕ ਹੈ ਜੀ। ਹੁਣ ਦੇਖੋ ਉਹ ਕਹਿੰਦੇ ਆ ਇਸ ਚੀਜ਼ ਦੇ ਬਾਰੇ ਤੂੰ ਵਿਚਾਰ ਕਰੋ। ਮੈਂ ਤੁਹਾਨੂੰ ਦੱਸ ਰਿਹਾ, ਉਹ ਗਿਆਨੀ ਕਹਿ ਰਹੇ ਨੇ ਕਿ ਤੂੰ ਕਿਤੇ ਇਹ ਨਾ ਬਣਾਈ ਜਾ ਕਿ ਪ੍ਰਮਾਤਮਾ ਨੂੰ 7ਵੇਂ 8ਵੇਂ ਅਸਮਾਨ 'ਚ ਬਣਾ ਕੇ ਬੈਠਾ ਹੈ, ਮਿਸਗਾਈਡ ਨਾ ਕਰ, ਕਿਉਂਕਿ ਤੈਨੂੰ ਦੱਸਣਾ ਪਊਗਾ ਕਿ ਪ੍ਰਮਾਤਮਾ ਦੀ ਪਾਵਰ ਕੀ ਹੈ। ਜੇ ਤੂੰ ਪ੍ਰਮਾਤਮਾ ਨੂੰ ਇੱਧਰ ਉੱਧਰ ਬਣਾਤਾ ਨਾ, ਇਨਸਾਨ ਦੀ ਸੋਚ ਭਾਜੀ ਪਤਾ ਕੀ ਹੈ ਸਾਧ ਸੰਗਤ ਜੀ, ਬਹੁਤ ਛੋਟੀ ਸੋਚ ਹੈ ਇਨਸਾਨ ਦੀ। ਇਹ ਕਹਿੰਦਾ ਵਾ ਨਿੱਜਰ ਸਾਹਿਬ ਕੈਨੇਡਾ ਬੈਠੇ ਨੇ, ਚਰਨਜੀਤ ਇੱਥੇ ਬੈਠੇ, ਇਸ ਕਰਕੇ ਇਹਨਾਂ ਲੋਕਾਂ ਨੇ ਪ੍ਰਮਾਤਮਾ ਨੂੰ ਵੀ ਕਿਤੇ ਐਵੇਂ ਉਵੇਂ ਬਣਾ ਛੱਡਿਆ। ਕੋਈ ਇੱਥੇ ਬਣਾ, ਕੋਈ ਪਤਾਲਪੁਰੀ ਆ, ਕੋਈ ਸ਼ਿਵਪੁਰੀ, ਪਤਾ ਕਿੱਥੇ ਕਿੱਥੇ ਬਣਾ ਕੇ ਬੈਠਾ। ਪਰ ਉਹ ਪ੍ਰਮਾਤਮਾ ਥੋੜੀ ਹੋਇਆ, ਤੇ ਕੋਈ ਬੰਦਾ ਹੋਇਆ ਮੇਰੇ ਤੁਹਾਡੇ ਵਰਗਾ ਜਿਹੜਾ ਇੱਥੇ ਉੱਥੇ ਬੈਠਾ। ਪਰਮਾਤਮਾ ਇੱਕ ਸਰਵ ਵਿਆਪਕ ਸ਼ਕਤੀ ਹੈ, ਰੂਪ ਨਹੀਂ ਹੈਗਾ, ਰੰਗ ਨਹੀਂ, ਤੇ ਨਾ ਉਹਦੀ ਰੇਖ ਹੈ। ਆਖਰ ਤੇ ਜਦੋਂ ਇਹ ਸਾਰਾ ਪਸਾਰਾ ਉਹ ਜਦੋਂ ਆਪਣੇ ਚ ਸਮੇਟ ਲੈਂਦਾ ਤੇ ਸਮਾਧੀ ਲੀਨ ਹੋ ਜਾਂਦਾ, ਫਿਰ ਕੁਛ ਨਹੀਂ ਰਹਿ ਜਾਂਦਾ, ਆਤਮਾ ਰਹਿ ਜਾਂਦੀ। ਔਰ ਉਸ ਆਤਮਾ ਨੂੰ ਆਪਾਂ ਜਿਉਂਦੇ ਜੀ ਜਿੰਨਾ ਚਿਰ ਤੱਕ ਅਨੁਭਵ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਆਪਾਂ ਮੁਕਤ ਨਹੀਂ ਹੋ ਸਕਦੇ। ਪਰ ਉਹਨੂੰ ਅਨੁਭਵ ਕਰਨ ਦੇ ਲਈ ਹੀ ਸਾਰੀ ਸਾਧਨਾ ਤੁਹਾਨੂੰ ਸਿਖਾਈ ਜਾ ਰਹੀ ਹੈ। ਠੀਕ ਹੈ ਜੀ, ਅਗਲੀ ਤੋਂ ਬੋਲਣਾ ਜੀ ਸਰ। ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ। ਆ ਵਿਚਾਰ ਕਰ ਲਾ ਪਿਆਰਿਆ, ਤੈਨੂੰ ਜੋ ਕੁਛ ਦਿਸ ਰਿਹਾ ਹੈਗਾ ਇਹ ਜੋਤ ਆ ਪਰਮਾਤਮਾ ਦੀ, ਇਹ ਕੁਛ ਨਹੀਂ, ਸਾਰਾ ਜੋਤ ਆ ਇਹ। ਤੈਨੂੰ ਜੇ ਇਹੀ ਤਾਂ ਧੋਖਾ ਹੈਗਾ, ਇਹੀ ਤਾਂ ਖੇਡ ਹੈਗੀ ਆ, ਬਸ ਇਹੀ ਤਾਂ ਭਰਮ ਹੈਗਾ, ਇਹੀ ਤਾਂ ਮਾਇਆ ਹੈਗੀ ਆ। ਇਸ ਗੱਲ ਨੂੰ ਸਮਝ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਜੋ ਵੀ ਕੋਈ ਦਿਖਦਾ ਹੈ ਨਾ, ਤੁਸੀਂ ਇਹਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਖਤਮ ਨਹੀਂ ਕਰ ਸਕਦੇ। ਵੈਸੇ ਤੇ ਮਾਇਆ ਕਿਹਾ ਗਿਆ ਹੈ ਕਿਉਂਕਿ ਇਹ ਯਥਾਰਥ ਸੱਚ ਨਹੀਂ ਹੈ, ਘੁੰਮਦੀ ਚੀਜ਼, એનર્ਜੀ ਹੈ, ਮੂਵਮੈਂਟ ਹੋ ਰਹੀ ਹੈ। ਅੰਦਰ ਜਾ ਕੇ ਵੇਖੋਗੇ ਤੇ એનર્ਜੀ। ਇੱਥੇ ਕੋਈ ਵੀ ਦੁਨੀਆ ਦੀ ਸਾਇੰਟਿਸਟ ਆ ਜਾਏ, ਕੋਈ ਦੁਨੀਆ ਦਾ ਵੱਡੇ ਤੋਂ ਵੱਡਾ ਆ ਜਾਏ, ਅੱਜ ਤੋਂ ਲੱਖ ਸਾਲ ਅੱਗੇ ਦੀ ਗੱਲ ਮੈਂ ਕਰਦਾ, ਇੱਕ ਰੇਤਾ ਦਾ ਕਣ ਵੀ ਧਰਤੀ ਤੋਂ ਖਤਮ ਨਹੀਂ ਕੀਤਾ ਜਾ ਸਕਦਾ, ਨਾ ਹੋਵੇਗਾ, ਕਿਉਂਕਿ ਸਾਰਾ ਇੱਥੇ ਸਨਾਤਨ ਹੈ, ਇਹ ਪ੍ਰਮਾਤਮਾ ਹੀ ਹੈ। ਪਾਣੀ ਦੀ ਬੂੰਦ ਵੀ ਤੁਸੀਂ ਖਤਮ ਨਹੀਂ ਕਰ ਸਕਦੇ, ਭਾਫ ਬਣਾਓਗੇ, ਠੰਡੀ ਹੋ ਗਈ ਤੇ ਫਿਰ ਪਾਣੀ ਬਣ ਜਾਣਾ। ਇਹ ਚੀਜ਼ ਦੇਖੋ, ਅੱਗ ਵੀ ਜਿਹੜੀ ਹੈਗੀ ਆ ਉਹ ਵੀ ਇੱਕ ਐਸਾ ਨਾ ਸਿਸਟਮ ਬਣਾਇਆ ਵਾ, ਚੀਜ਼ਾਂ ਘੁੰਮ ਰਹੀਆਂ ਨੇ। ਆਪਾਂ ਆਕਸੀਜਨ ਪੀਂਦੇ ਆ ਤੇ ਹੋਰ ਦੂਜੀਆਂ ਗੈਸਾਂ ਛੱਡਦੇ ਆ। ਜਿਹੜੇ ਰੁੱਖ ਆ ਉਹ ਵੇਖੋ, ਉਹ ਗੈਸਾਂ ਜਿਹੜੀਆਂ ਅਸੀਂ ਛੱਡਦੇ ਆ ਉਹਨਾਂ ਨੂੰ ਪੀਂਦੇ ਆ ਤੇ ਸਾਨੂੰ ਆਕਸੀਜਨ ਦਿੰਦੇ ਆ। ਇੱਕ ਪ੍ਰਮਾਤਮਾ ਨੇ ਸਰਕਲ ਬਣਾਇਆ। ਔਰ ਜਦੋਂ ਆਪਾਂ ਸਰਕਲ ਬ੍ਰੇਕ ਕਰਦੇ ਆ ਤਾਂ ਫਿਰ ਸਾਨੂੰ ਬਿਮਾਰੀਆਂ ਲੱਗਦੀਆਂ ਨੇ, ਫਿਰ ਮੀਂਹ ਨਹੀਂ ਪੈਂਦਾ। ਹੁਣ ਦੁਬਈ 'ਚ ਪਹਿਲਾਂ ਮੀਂਹ ਨਹੀਂ ਪੈਂਦਾ ਸੀ, ਉੱਥੇ ਰੁੱਖ ਲੱਗ ਗਏ। ਰੁੱਖ ਲੱਗਣ ਨਾਲ ਕੀ ਹੋਇਆ ਕਿ ਰੁੱਖ ਜਿਹੜੇ ਆ ਕੈਮੀਕਲ ਛੱਡਦੇ ਆ, ਉੱਥੇ ਮੀਂਹ ਪੈਣ ਡਿਆ ਪਿਆ। ਵੇਖ ਲਓ, ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਸ਼ਾਇਦ ਕਥਾ ਦੇ ਵਿੱਚ, ਕੁਦਰਤ ਕਹਿੰਦੀ ਆ ਤੂੰ ਰਿਕੁਆਇਰਮੈਂਟ ਪੂਰੀ ਕਰ ਦੇ ਤੇ ਤੈਨੂੰ ਚੀਜ਼ ਮਿਲ ਜਾਏਗੀ। ਉਹਨਾਂ ਰੁੱਖ ਲਾਤੇ ਤੇ ਉੱਥੇ ਮੀਂਹ ਪੈਣ ਡਿਆ ਪਿਆ। ਹੁਣ ਕੁਦਰਤ ਪਤਾ ਕੀ ਕਹਿੰਦੀ ਆ, ਤੂੰ ਬ੍ਰਹਮ ਦੀ ਰਿਕੁਆਇਰਮੈਂਟ ਪੂਰੀ ਕਰ ਦੇ, ਤੈਨੂੰ ਬ੍ਰਹਮ ਮਿਲ ਜਾਊਗਾ। ਨਿੱਜਰ ਸਾਹਿਬ ਬਿਲਕੁਲ। ਪਰ ਜਿੰਨਾ ਚਿਰ ਤੱਕ ਤੇਰੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ, ਤੈਨੂੰ ਕੁਛ ਵੀ ਨਹੀਂ ਮਿਲਣਾ। ਠੀਕ ਹੈ, ਇਹ ਚੀਜ਼ ਨੂੰ ਵਿਚਾਰ ਕਰਨਾ। ਫਿਰ ਅਗਲੇ ਬੰਨੇ ਕਹਿੰਦੇ ਨੇ ਜੋਤੀ ਅੰਤਰ ਧਰਿਆ ਪਸਾਰਾ। ਹੁਣ ਦੇਖ ਲਓ, ਸਾਰਾ ਪਸਾਰਾ ਤੇ ਪ੍ਰਮਾਤਮਾ ਦੇ ਅੰਦਰ ਹੀ ਹੈ, ਆਤਮਾ ਦੇ ਅੰਦਰ ਹੀ ਹੈ। ਮਨ ਤੋਂ ਜੋਤ ਸਰੂਪ ਹੈ।
ਆਪਣਾ ਮੂਲ ਪਛਾਣ। ਉਹ ਕਹਿੰਦੇ ਕਿ ਜਦੋਂ ਤੂੰ ਆਖਰੀ ਤੱਤ ਤੇ ਪਹੁੰਚ ਗਿਆ ਤੇ ਤੈਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜਾ ਪਸਾਰਾ ਹੈ ਇਹ ਪ੍ਰਮਾਤਮਾ ਦਾ ਹੀ ਹੈ। ਬ੍ਰਹਮ ਗਿਆਨੀ ਵੀ ਇੱਕ ਟਾਈਮ ਆਉਂਦਾ ਹੈ, ਉਹ ਵੀ ਕਹਿੰਦਾ ਹੈ ਕਿ ਪਰ ਠੀਕ ਹੈ ਥੋੜੇ ਜਿਹੇ ਬੰਦੇ ਮੁਕਤ ਹੋ ਜਾਣ। ਉਹ ਨਹੀਂ ਚਾਹੁੰਦਾ ਕਿ ਸਾਰੀ ਧਰਤੀ ਚੇਂਜ ਹੋ ਜਾਏ, ਕਿਉਂਕਿ ਉਹਨੂੰ ਪਤਾ ਹੈ ਇਹ ਤੇ ਕੁਦਰਤ ਹੈ, ਇਹ ਕੁਦਰਤ ਆ। ਦੇਖੋ ਕੁਦਰਤ ਨੇ ਜਦੋਂ ਤੁਹਾਨੂੰ ਗਿਆਨ ਕਰਾਉਣਾ ਨਾ ਤੇ ਤੁਹਾਨੂੰ ਸੰਗਤ ਵੀ ਕੁਦਰਤ ਨੇ ਆਪੇ ਦੇਣੀ ਆ, ਤੁਸੀਂ ਸੰਗਤ ਲੱਭ ਨਹੀਂ ਸਕਦੇ। ਜੇ ਕੋਈ ਗਲਤੀ ਨਾਲ ਇੱਥੇ ਆ ਵੀ ਗਿਆ ਨਾ ਤਾਂ ਟਿਕੇਗਾ ਨਹੀਂ, ਉਹ ਭੱਜ ਜਾਏਗਾ ਇੱਥੋਂ। ਕਿਉਂਕਿ ਆਪ ਜਸਟ ਦੇਖੋ, ਜੇਕਰ ਤੁਹਾਡੇ ਰੇਡੀਓ ਦੀ ਫ੍ਰੀਕੁਐਂਸੀ ਬਰਾਬਰ ਨਹੀਂ ਆ, ਤੁਸੀਂ ਬੈਠੇ ਰਹੋਗੇ, ਤੁਹਾਡੇ ਅੰਦਰ ਚੀਜ਼ ਜਾਣੀ ਨਹੀਂ ਜਾਣੀ, ਬਿਲਕੁਲ ਨਹੀਂ ਜਾਣੀ। ਆਪਣਾ ਰਿਸੀਵਰ ਹੀ ਜਿਹੜਾ ਤਿਆਰ ਨਹੀਂ ਆ ਤੇ ਫਿਰ ਜਾਊਗੀ ਕਿਵੇਂ? ਆਪਣੇ ਅੰਦਰ ਭਾਂਡਾ ਜਿਹੜਾ ਹੈਗਾ, ਭਾਂਡਾ ਮੁੱਦਾ ਪਿਆ ਹੈ ਜਾਂ ਭਾਂਡਾ ਖਾਲੀ ਨਹੀਂ ਹੈਗਾ, ਉਹ ਚੀਜ਼ ਉੱਥੇ ਨਹੀਂ ਜਾਏਗੀ। ਪਲੀਜ਼ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਜਿਹੜਾ ਟਿਕ ਗਿਆ ਸਮਝ ਲਓ ਕਿ ਉਹਦੇ ਅੰਦਰ ਕੋਈ ਸੈਟਿੰਗ ਹੈਗੀ ਆ, ਉਹ ਤਾਂ ਟਿਕਿਆ। ਤੇ ਜੇ ਕੋਈ ਭੱਜ ਗਿਆ ਤੇ ਇਹਦਾ ਮਤਲਬ ਉਹਦੇ ਅੰਦਰ ਕੁਝ ਨਹੀਂ ਆ, ਉਹ ਚੀਜ਼ ਨੂੰ ਸਮਝ ਨਹੀਂ ਪਾ ਰਿਹਾ, ਉਹਦੀ ਬੁੱਧੀ ਨਹੀਂ ਇੰਨੇ ਜੋਗੀ। ਪਰ ਪ੍ਰਮਾਤਮਾ ਨੇ ਉਹਨੂੰ ਉਨੀ ਚੀਜ਼ ਦਿੱਤੀ ਨਹੀਂ, ਬਖਸ਼ਿਸ਼ ਨਹੀਂ ਕੀਤੀ। ਪਰ ਜੇ ਬਖਸ਼ਿਸ਼ ਕੀਤੀ ਹੈ ਤੇ ਉਹ ਉਸ ਤੋਂ ਫਾਇਦਾ ਉਠਾਏਗਾ। ਪਰ ਜਿਹਨੇ ਬਖਸ਼ਿਸ਼ ਹੀ ਨਹੀਂ ਕੀਤੀ, ਉਹ ਭਾਵੇਂ ਜਿੱਥੇ ਮਰਜ਼ੀ, ਭਾਵੇਂ ਧਰਮ ਦੇ ਵਿੱਚ ਬੈਠਾ ਰਵੇ, ਭਾਵੇਂ ਧਾਰਮਿਕ ਸਥਾਨਾਂ 'ਚ ਬੈਠਾ ਰਵੇ, ਪਰ ਉਹਦੇ ਜੀਵਨ ਦੇ ਵਿੱਚ ਉਹ ਬਦਲਾਵ ਨਹੀਂ ਆਉਂਦਾ। ਪਰ ਬਾਣੀ ਕਹਿੰਦੀ ਕਿ ਜੇ ਤੂੰ ਸੰਗਤ ਕਰੇਗਾ ਨਾ, ਬੇਸ਼ੱਕ ਤੇਰੀ ਪਾਤਰਤਾ ਨਹੀਂ ਆ, ਪਰ ਕੁਦਰਤ ਇੱਥੇ ਸਟੇਟਮੈਂਟ ਚੇਂਜ ਕਰ ਦਿੰਦੀ, ਨਜਾ ਸਾਹਿਬ ਪਾਤਰਤਾ ਨਹੀਂ ਹੈਗੀ, ਪਰ ਤੂੰ ਸੰਗਤ ਕੀਤੀ ਨਾ ਤੇ ਤੇਰੀ ਪਾਤਰਤਾ ਬਣ ਜਾਏਗੀ। ਉਹ ਤਾਂ ਕਿਉਂਕਿ ਮਾਲਕ ਆ ਨਾ, ਕੁਦਰਤ ਮਾਲਕ ਹੈਗਾ। ਹਾਂ, ਕੁਦਰਤ ਜਿਹੜੀ ਸਾਰੀ ਕੁਦਰਤ ਜਿਹੜੀ ਹੈਗੀ ਉਹ ਉਹਦਾ ਮਾਲਕ ਹੈ ਪਰਮਾਤਮਾ। ਸਾਰੀਆਂ ਆਤਮਾਵਾਂ ਉਹਨਾਂ ਦਾ ਮਾਲਕ ਪਰਮਾਤਮਾ ਹੈਗਾ। ਡਿਮਾਂਡ ਆਤਮਾ ਦੀ ਹੋ ਰਹੀ ਹੈ ਤੇ ਉਹ ਡਿਮਾਂਡ ਤਾਂ ਪੂਰੀ ਕਰਨੀ ਹੈ ਉਹਨੇ। ਹਾਂ ਠੀਕ ਹੈ ਜੀ। ਹੁਣ ਅਗਲੀ ਤੁਕ ਬੋਲੋ ਨਜਾ ਸਾਹਿਬ। ਹੀਰਾ ਦੇਖ ਹੀਰੇ ਕਰੋ ਆਦੇਸ਼। ਕਬੀਰ ਜੀ ਕਹਿੰਦੇ ਭਾਈ ਮੈਨੂੰ ਤਾਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੇ ਅਜੂਬੇ ਆਸ਼ਚਰਜਨਕ ਜਿਹੜੇ ਹੈਗੇ, ਚੰਦ ਸੂਰਜ ਹੋਰ ਦੁਨੀਆ ਦੇ ਜਿਹੜੇ ਹੈਗੇ ਪਹਾੜ, ਜੋ ਵੀ ਮਾਲਕ ਨੇ ਬਣਾਇਆ, ਜੀਵ ਇਨਸਾਨ ਜੋ ਵੀ ਹੈਗੇ, ਇਹ ਹੀਰੇ ਦੇਖ ਕੇ ਮੈਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ, ਇਹਦੇ ਪਿੱਛੇ ਮੈਨੂੰ ਮਾਲਕ ਦਿਸਦਾ ਹੈ। ਮੈਂ ਤਾਂ ਉਹਨੂੰ ਝੁਕਾਉਣਾ ਹੈ, ਸਿਰ ਝੁਕਾਉਣਾ ਹੈ। ਮੈਂ ਉਹਦੇ ਅੱਗੇ ਨਤਮਸਤਕ ਹਾਂ। ਸਿਰ ਝੁਕਾਉਣਾ ਕੀ ਹੈ? ਮੈਂ ਉਹਨੂੰ ਯਾਦ ਕਰਦਾ ਹਾਂ, ਮਾਲਕ ਨੂੰ। ਹੀਰਾ ਦੇਖ ਹੀਰੇ ਕਰੋ ਆਦੇਸ਼, ਕਾਹੇ ਕਬੀਰ ਨਿਰੰਜਨ ਅਲੇਖ। ਉਹ ਮਾਲਕ ਪਰਮਾਤਮਾ ਆਪ ਜਿਹੜਾ ਹੈਗਾ ਨਿਰੰਜਨ ਹੈਗਾ, ਕਾਲਕ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ। ਉਹਨੂੰ ਇਹ ਖੇਡ ਨਹੀਂ ਪਾਈ ਹੋਈ, ਉਹਨੇ ਆਪਣੇ ਤੋਂ ਜੋਤਾਂ ਕੱਢ ਕੇ ਉਹਨਾਂ ਨੂੰ ਇਹ ਖੇਡ ਪਾਈ ਹੈ। ਆਪਣੇ ਤੋਂ ਜੋਤਾਂ ਦੁਨੀਆ ਦੇ ਵਿੱਚ ਭੇਜ ਕੇ ਉਹਨੇ ਮਾਲਕ ਨੇ ਉਹਨਾਂ ਨੂੰ ਅੰਜਨ ਦੇ ਵਿੱਚ ਰੱਖਿਆ ਹੋਇਆ ਹੈ। ਉਹ ਆਪ ਮਾਲਕ ਪਰਮਾਤਮਾ ਲਿਖਤ ਦੇ ਵਿੱਚ ਅਲੇਖ ਹੈਗਾ। ਮਾਲਕ ਪਰਮਾਤਮਾ ਉਹ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦਾ, ਔਰ ਉਹ ਜਿਹੜਾ ਹੈਗਾ ਮਾਇਆ ਤੋਂ ਅਟੰਕ ਹੈਗਾ, ਉਹ ਜਿਹੜਾ ਹੈਗਾ ਕਾਲ ਦੇ ਵਿੱਚ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਹੇ ਕਬੀਰ ਨਿਰੰਜਨ ਅਲੇਖ। ਹੁਣ ਜਿਹੜਾ ਪਰਮਾਤਮਾ ਹੈ ਉਹ ਕਾਲਕ ਤੋਂ ਰਹਿਤ ਆ। ਹੁਣ ਉਸ ਸ਼ਕਤੀ ਨੂੰ ਜੇਕਰ ਅਸੀਂ ਜਾਣਨਾ ਹੈ ਨਾ ਤੇ ਬਹੁਤ ਬਰੀਕ ਆਪਣੇ ਨੂੰ ਆਪ ਨੂੰ ਸਾਨੂੰ ਲੈ ਕੇ ਜਾਣਾ ਪਵੇਗਾ। ਇਹ ਯਾਤਰਾ ਤੁਹਾਨੂੰ ਵੇਖ ਕਿਹਾ ਮੈਂ 2.5-3 ਸਾਲ ਦਾ ਕੰਮ ਹੈਗਾ। ਡਿਪੈਂਡ ਹੈ ਕਿ ਤੁਹਾਡੀ ਗਤੀ ਕਿੰਨੀ ਹੈ। ਦੇਖੋ ਪਤਾ ਕੀ ਹੁੰਦਾ, ਮੈਂ ਕਹਿਦਾ ਕਈ ਬੰਦੇ ਨਾ ਸਾਰੀ ਜ਼ਿੰਦਗੀ 'ਚ ਐਵੇਂ ਨਹੀਂ ਕਰ ਪਾਉਂਦੇ ਨਜਾ ਸਾਹਿਬ। ਬਿਲਕੁਲ। ਕਈ ਬੰਦੇ ਪਹਿਲਾਂ ਹੀ ਕਰਕੇ ਬਹਿ ਜਾਂਦੇ। ਡਿਪੈਂਡ ਹੈ ਕਿ ਉਹਨੇ ਇਨਵੈਸਟਮੈਂਟ ਕਿੰਨੀ ਕੀਤੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਇੱਕ ਘਰ ਆ, ਤੁਸੀਂ ਬਣਾਉਣਾ ਵਾ 7-8 ਮਹੀਨਿਆਂ 'ਚ ਘਰ ਬਣ ਜਾਂਦਾ, ਪਰ ਜੇ ਤੁਸੀਂ 100 ਕਿੱਟ ਲਾ ਕੇ ਮੁੜ ਕੇ 2-4 ਸਾਲ ਵੇਹਦੇ ਨਹੀਂ। ਬਿਲਕੁਲ ਸਹੀ ਗੱਲ ਹੈ। ਔਰ ਗੋਰਖੀ ਸਾਹਿਬ ਐਕਚੁਅਲੀ ਜਿਹੜਾ ਨਾ ਦੁਨੀਆ ਦੇ ਵਿੱਚ ਵੀ ਦੇਖੋ ਆਪਾਂ ਨੇ ਕੋਈ ਚੀਜ਼ ਜਿਹੜੇ ਨਾ ਐਵਰੇਜ ਜੇ ਆਪਾਂ ਦੇਖੀਏ, ਜਿਹੜੇ ਸਟੂਡੈਂਟਸ ਹੈਗੇ ਜਾਂ ਜਿਹੜੇ ਕੋਈ ਚੀਜ਼ ਕਿਸੇ ਨੇ ਕੋਈ ਚੀਜ਼ ਸਿੱਖਣੀ ਹੈਗੀ ਤੇ ਉਹਦੇ ਵਾਸਤੇ ਜਿਹੜੀ ਹੈਗੀ ਬੁੱਧੀ ਕੋਈ ਥੋੜ੍ਹੇ ਬੰਦੇ ਹੁੰਦੇ ਜਿਹੜੇ ਐਕਸਟਰਾ ਆਰਡੀਨਰੀ ਬੁੱਧੀ ਲੈ ਕੇ ਪੈਦਾ ਹੁੰਦੇ ਆ, ਬਾਕੀ ਐਵਰੇਜ ਹੁੰਦੇ ਆ। ਪਰ ਜਿਹੜਾ ਇਨਸਾਨ ਜਿਹੜਾ ਹੈਗਾ ਜਿਹਦੇ ਅੰਦਰ ਲਗਨ ਹੈਗੀ ਆ ਤੇ ਉਹ ਇਨਸਾਨ ਜਿਹੜਾ ਹੈਗਾ ਡੈਫੀਨੇਟਲੀ ਜਿਹੜਾ ਹੈਗਾ ਗੇਮ ਨੂੰ ਜਿੱਤਦਾ ਹੈ, ਜਿਹਦੇ ਅੰਦਰ ਲਗਨ ਹੈ। ਹਾਂਜੀ ਵੀਰ ਜੀ। ਹਾਂ ਲਗਨ ਤੇ ਨਿਜਾ ਸਾਹਿਬ ਦੇਖੋ ਹਾਂ ਜ਼ਮੀਨ ਉਹੀ ਹੁੰਦੀ ਆ ਪਿੰਡ ਦੇ ਵਿੱਚ, ਪਰ ਤੁਸੀਂ ਦੇਖੋ ਕਈ ਕਿਸਾਨ ਜਿਹੜੇ ਹੁੰਦੇ ਨੇ ਉਹਨਾਂ ਦੀਆਂ 20-22 ਬੋਰੀਆਂ ਕਣਕ ਦੀਆਂ ਨਿਕਲ ਆਉਂਦੀਆਂ। ਹਾਂ ਬਿਲਕੁਲ। ਤੇ ਕਈ ਮੇਰੇ ਵਰਗੇ ਹੁੰਦੇ ਆ ਉਹ ਮਰ ਕੇ 14-15 ਤੇ ਰਹਿ ਜਾਂਦੇ।
ਇਹ ਨਹੀਂ ਕਿ ਜ਼ਮੀਨ ਨੇ ਮਨਾ ਕੀਤਾ ਸੀ ਕਿ ਤੂੰ ਨਾ ਕਰ, ਉਹ ਜਿੰਨੀ ਕਿਹਨੇ ਮਿਹਨਤ ਕਰਨੀ ਹੈ। ਬਿਲਕੁਲ। ਤੁਸੀਂ ਦੇਖੋ ਤੁਹਾਡੇ ਲਾਗੇ ਬੰਨੇ ਔਰ ਉਹ ਉਹਨਾਂ ਦਾ ਜੀਵਨ, ਉਹਨਾਂ ਦਾ ਲਾਈਫ ਸਟਾਈਲ, ਉਹ ਕਿੱਦਾਂ ਕੀ ਕਰ ਰਹੇ ਨੇ। ਉਹਨਾਂ ਨੇ ਕੁਛ ਤੇ ਐਕਸਟਰਾ ਕੀਤਾ ਤੇ ਤਾਈਓ ਤੇ ਉਹਨਾਂ ਦੇ 7-8 ਬੋਰੀਆਂ ਵਧੀਆਂ। ਤੇ ਜੇ ਤੁਸੀਂ ਨਹੀਂ ਕਰਦੇ ਤੇ ਤੁਸੀਂ ਟੈਮੇ ਬੇਟੈਮ ਚ ਬੀਜਦੇ ਜੋ, ਮੁੜ ਕੇ ਵੇਹਦੇ ਨਹੀਂ, ਜੋ ਪਾਣੀ ਨਹੀਂ ਦਿੰਦੇ, ਉਹਦੀ ਖਾਦ ਟਾਈਮ ਸਿਰ ਤੇ ਨਹੀਂ ਦਿੰਦੇ, ਉਹਦੀ ਪੈਰਵਾਈ ਨਹੀਂ ਕਰ ਰਹੇ, ਉਹ ਫਿਰ ਉਹਦਾ ਆਊਟਪੁੱਟ ਉਹੋ ਜਿਹਾ ਨਿਕਲਣਾ। ਬਿਲਕੁਲ। ਹੁਣ ਇੱਥੇ ਆਪਾਂ ਜੋ ਬੀਜਣਾ ਉਹ ਚੀਜ਼ ਦਾ ਉਹਦਾ ਸਾਨੂੰ ਉਹਦਾ ਜਿਹੜਾ ਮੁਨਾਫਾ ਸਾਨੂੰ ਉਹਦੇ ਹਿਸਾਬ ਨਾਲ ਮਿਲਣਾ, ਤੇ ਇਹ ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ, ਤੁਸੀਂ ਕਿੱਦਾਂ ਕਰਦੇ ਜੋ। ਵੇਖੋ ਇੱਕ ਚੀਜ਼ ਨੂੰ ਆਪ ਸਮਝੋ, ਜਿੰਨਾ ਚਿਰ ਤੱਕ ਸਾਡਾ ਇੰਟਰਸਟ ਨਹੀਂ ਹੈ ਨਾ, ਉਹਨਾਂ ਚਿਰ ਗੱਲ ਨਹੀਂ ਬਣਦੀ। ਮੈਂ ਵੀ ਕਹਾਂ ਬਿਲਕੁਲ ਸਹੀ ਗੱਲ ਹੈ। ਤੁਸੀਂ ਸਕੂਲੇ ਗਏ, ਤੁਹਾਡੇ ਸਾਹਮਣੇ ਕਿਤਾਬ ਪਈ ਹੈ, ਟੀਚਰ ਸਾਹਮਣੇ ਬੋਲੀ ਜਾਂਦੇ ਆ, ਧਿਆਨ ਤੁਹਾਡਾ ਮੋਬਾਇਲ 'ਚ, ਤੇ ਕਿੱਥੋਂ ਤੁਹਾਡੇ ਸਭ ਸਮਝ ਆਊਗਾ ਕੀ ਪ੍ਰੋਫੈਸਰ ਲੈਕਚਰ ਦੇ ਰਿਹਾ। ਹੁਣ ਇੱਥੇ ਕਥਾ ਤੁਸੀਂ ਸੁਣਦੇ ਪਏ ਜੋ, ਹੁਣ ਤੁਹਾਡਾ ਧਿਆਨ ਕੀ ਹੈ? ਉਹ ਟਿਊਨ ਹੈਗਾ ਹੈ। ਜੇ ਤੇ ਸਾਧਨਾ ਕਰਦੇ ਜੋ ਤੇ ਤੁਹਾਨੂੰ ਮੇਰੀ ਕਥਾ ਸਮਝ ਆਉਣੀ ਹੈ, ਨਿੱਜਰ ਸਾਹਿਬ ਦੀ ਕਥਾ ਸਮਝ ਆਉਣੀ ਹੈ। ਜੇ ਤੁਹਾਡਾ ਮਨ ਹੀ ਟਿਊਨ ਨਹੀਂ ਹੈਗਾ ਤੇ ਤੁਹਾਨੂੰ ਨਹੀਂ ਪਤਾ ਲੱਗਣੀ, ਤੁਹਾਡੇ ਸਿਰ ਦੇ ਉੱਤੋਂ ਦੀ ਲੰਘ ਜਾਣੀ। ਕੀ ਤੁਹਾਡਾ ਧਿਆਨ ਕਿੱਥੇ ਪਹੁੰਚਿਆ ਹੈ, ਤੁਸੀਂ ਕਿੱਧਰ ਤੁਰੇ ਫਿਰਦੇ ਜੋ। ਯਥਾਰਕ ਧਿਆਨ ਦਾ ਮਤਲਬ ਹੈ ਕਿ ਜਦੋਂ ਬ੍ਰਹਮ ਵਿਦਿਆ ਚੱਲਦੀ ਆ ਨਾ, ਕੋਈ ਵੀ ਬੰਦਾ ਮੂਡ, ਬਾਣੀ 'ਚ ਲਿਖਿਆ ਸੁਣੇ ਮੂਡ ਤੇ ਚਤਰਤਾ ਆਵੇ। ਜਿਹੜਾ ਮੂਡ ਸੁਣੇ ਨਾ, ਉਹਨੂੰ ਚਤਰਤਾ ਆ ਜਾਂਦੀ ਹੈ। ਇਹ ਜੇ ਕੋਈ ਅੰਨਾ ਵੇਂਦਾ ਵਾ ਤੇ ਬਾਣੀ ਸੁਣਦਾ ਤੇ ਉਹਦੀਆਂ ਅੱਖਾਂ, ਮਤਲਬ ਕਿ ਇਹ ਨਹੀਂ ਕਿ ਉਹਦੀ ਮੋਤੀਆਬਿੰਦ ਦਾ ਆਪਰੇਸ਼ਨ ਹੋ ਜਾਂਦਾ, ਪਰ ਉਹਦੀਆਂ ਅਕਲ ਦੀਆਂ ਅੱਖਾਂ ਜਿਹੜੀਆਂ ਨੇ, ਉਹ ਉਹਨਾਂ ਦੀ ਜਿਹੜੀ ਹੈ ਨਾ ਵੇਖਣ ਦੀ ਜਿਹੜੀ ਸ਼ਕਤੀ ਵੱਧ ਜਾਂਦੀ। ਇੰਦਰੀਆਂ ਤੁਹਾਡੀਆਂ ਹੋਰ ਵਿਵੇਕੀ ਹੋ ਜਾਣਗੀਆਂ, ਸਿਆਣੀਆਂ ਹੋ ਜਾਣਗੀਆਂ। ਫੈਕਟਰੀ ਸੈਟਿੰਗ ਦਾ ਮਤਲਬ ਇਹੀ ਆ ਕਿ ਫਾਲਤੂ ਦਾ ਗੰਦ ਮੰਦ ਝੜ ਜਾਏਗਾ, ਓਰੀਜਨਲ ਚੀਜ਼ ਜਿਹੜੀ ਤੁਹਾਡੇ ਕੋਲ ਹੈਗੀ ਆ ਉਹ ਪ੍ਰਗਟ ਹੋ ਜਾਏ। ਠੀਕ ਹੈ ਨਿਜਰ ਸਾਹਿਬ, ਅੱਗੇ ਚਲੀਏ। ਹਾਂਜੀ, ਕਿਉਂਕਿ 2 ਸ਼ਬਦ ਹੈਗੇ, ਲੜੀ ਦਾ ਤੀਸਰਾ ਮੋਤੀ ਜਿਹੜਾ ਲੈਣਾ ਜ਼ਰੂਰੀ ਹੈ, ਕਿਉਂਕਿ ਲੜੀ ਜਿਹੜੀ ਹੈਗੀ ਇਹ ਤਾਂ ਹੀ ਜਿਹੜਾ ਹੈਗਾ ਕਬੀਰ ਜੀ ਦਾ 3 ਸ਼ਬਦਾਂ ਦੀ ਲੜੀ ਸੀ। ਇੱਕ ਕੱਲ੍ਹ ਲਿਆ ਸੀ, ਇੱਕ ਅੱਜ 2 ਲੈ ਰਹੇ ਤੇ ਤੀਸਰਾ ਸ਼ਬਦ ਹੁਣ ਲੈ ਰਹੇ। ਔਰ ਇਹ ਜਿਹੜਾ ਸ਼ਬਦ ਆਪਾਂ ਨੇ ਕੀਤਾ ਹੈ, ਇਹਦਾ ਮਕਸਦ ਜਿਹੜਾ ਇਹਦਾ ਜਿਹੜਾ ਸਾਰਾਂਸ਼ ਇਹ ਹੈਗਾ ਬਈ ਤੂੰ ਆਕਾਰ ਦੇਖ ਕੇ ਅਚੰਭਿਤ ਨਾ ਹੋ, ਇਹ ਸੰਸਾਰ ਦੇਖ ਕੇ ਜਿਹੜਾ ਹੈਗਾ ਇਹਦੇ ਵਿੱਚ ਨਾ ਖੁੱਭ, ਇਸੇ ਨੂੰ ਨਾ ਸਮਝ ਕੁਛ, ਇਹਦੇ ਪਿੱਛੇ ਪਰਮਾਤਮਾ ਹੈਗਾ, ਉਹ ਕਰਤਾਰ ਹੈਗਾ, ਉਹ ਕਰਤਾਰ ਦੇ ਵੱਲ ਨੂੰ ਗਤੀ ਕਰ। ਜਿਹੜਾ ਮੇਨ ਕੰਟਰੋਲਰ, ਮੇਨ ਚੀਜ਼ ਜਿਹੜੀ ਹੈ ਉਹ ਕਰਤਾਰ ਹੈਗਾ। ਤੇ ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਆਹ ਸ਼ਬਦ ਲਗਾਇਆ ਕਬੀਰ ਜੀ ਨੇ ਤੀਸਰਾ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਕਹਿੰਦੇ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਕਹਿੰਦੇ ਦੁਨੀਆ ਜਿਹੜੀ ਹੈਗੀ, ਕਹਿੰਦੇ ਲੋਕੀ ਦੁਨੀਆ ਦੇ ਕਹਿੰਦੇ ਬੜੇ ਹੁਸ਼ਿਆਰ ਹੈਗੇ ਆ, ਬੜੇ ਹੁਸ਼ਿਆਰ ਆ ਦੁਨੀਆ ਦੇ ਲੋਕ। ਔਰ ਜਿਹੜੇ ਹੈਗੇ ਬੜੇ ਸਮਝਦਾਰ ਹੈਗੇ, ਹੁਸ਼ਿਆਰ ਹੈਗੇ, ਸਮਝਦਾਰ ਹੈਗੇ। ਔਰ ਜਿਹੜੇ ਪੂਰੇ ਚੌਕਸ ਹੈਗੇ ਆ, ਜਾਗਦੇ ਹੈਗੇ। ਮੁਸੀਅਤ ਹੋ ਰਹੇ ਭਾਈ, ਕਹਿੰਦੇ ਤੁਸੀਂ ਹੁਸ਼ਿਆਰ ਹੋ, ਸਮਝਦਾਰ ਹੋ, ਜਾਗਦੇ ਹੋ, ਤੇ ਫਿਰ ਵੀ ਤੁਸੀਂ ਲੁੱਟੇ ਜਾ ਰਹੇ ਹੋ। ਮੁਸੀਅਤ ਦਾ ਮਤਲਬ ਲੁੱਟੇ ਜਾ ਰਹੇ ਹੋ, ਫਿਰ ਵੀ ਲੁੱਟੇ ਜਾ ਰਹੇ ਹੋ, ਜਾਗਦੇ ਹੋਏ ਵੀ, ਹੁਸ਼ਿਆਰ ਹੁੰਦੇ ਹੋਏ ਵੀ, ਤੇ ਸਮਝਦਾਰ ਹੁੰਦੇ ਵੀ ਤਾਂ ਵੀ ਤੁਸੀਂ ਲੁੱਟੇ ਜਾ ਰਹੇ ਹੋ। ਇਹ ਦੁਨੀਆ ਦੇ ਲੋਕੋ, ਹੁਸ਼ਿਆਰ ਹੁੰਦੇ ਹੋਏ, ਜਾਗਦੇ ਹੁੰਦੇ, ਸਮਝਦਾਰ ਹੁੰਦੇ ਹੋਏ ਵੀ ਲੁੱਟੇ ਜਾ ਰਹੇ ਹੋ। ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ ਰਹਾਓ। ਹੇ ਮੇਰੇ ਭਰਾ, ਤੇਰੇ ਕੋਲ ਨਿਗਮ ਹੁਸ਼ਿਆਰ, ਨਿਗਮ ਕਹਿੰਦੇ ਆ ਇਹ ਵੇਦਾਂ ਨੂੰ ਕਹਿੰਦੇ ਨਿਗਮ। ਇੱਥੇ ਕੀ ਆ ਨਿਗਮ? ਕੀ ਆ? ਕਹਿੰਦੇ ਆ ਦੇਖ ਗੁਰੂ ਗ੍ਰੰਥ ਸਾਹਿਬ, ਇਹ ਨਿਗਮ, ਇਹ ਗਿਆਨ ਆ ਤੇਰੇ ਕੋਲ। ਕੋਈ ਵੀ ਦੁਨੀਆ ਦਾ ਜਿਹੜਾ, ਭਾਵੇਂ ਮੁਸਲਮਾਨਾਂ ਦੀ ਜਿਹੜੀ ਹੈਗੀ ਉਹ ਕੁਰਾਨ ਸ਼ਰੀਫ ਲੈ ਲਓ, ਬਾਈਬਲ ਲੈ ਲਓ, ਇਹ ਸਾਰੇ ਨਿਗਮ ਆ। ਕਹਿੰਦੇ ਇੰਨੇ ਤੇਰੇ ਕੋਲ ਗਿਆਨ ਹੁਸ਼ਿਆਰ ਹੁੰਦੇ ਹੋਏ ਵੀ ਇਹ ਪਹਿਰੂਆ ਕਹਿੰਦੇ ਆ, ਪਹਿਰੇਦਾਰ, ਇਹ ਪਹਿਰੇਦਾਰ ਹੈ ਇਨਸਾਨ ਦੇ। ਇਹਨਾਂ ਨੇ ਜਿਹੜਾ ਇਨਸਾਨ ਨੂੰ ਜਗਾਉਣਾ ਆ, ਇਹਨਾਂ ਨੇ। ਪਹਿਰੇਦਾਰ ਕੀ ਕਰਦਾ ਹੁੰਦਾ ਹੈ? ਵੀ ਜਾਗਤੇ ਰਹੋ। ਕਹਿੰਦੇ ਇਹਨਾਂ ਦੇ ਹੁੰਦੇ ਹੋਏ ਵੀ, ਆਹ ਗਿਆਨ ਦੇ ਹੁੰਦੇ ਹੋਏ ਵੀ, ਪਹਿਰੇਦਾਰਾਂ ਦੇ ਹੁੰਦੇ ਹੋਏ ਵੀ, ਦੇਖਤ ਜਮ ਲੈ ਜਾਏ। ਤੈਨੂੰ ਤਾਂ ਜਮ ਲੈ ਕੇ ਜਾ ਰਿਹਾ, ਤੇਰੀ ਗਤੀ ਤਾਂ ਜਮ ਵਾਲੇ ਪਾਸੇ ਨੂੰ ਹੋ ਰਹੀ ਹੈ। ਤੂੰ ਕਾਹਦਾ ਹੁਸ਼ਿਆਰ ਆ ਪਿਆਰਿਆ? ਰਹਾਓ,
ਇਹ ਸ਼ਬਦ ਬਹੁਤ ਗੰਭੀਰ ਆ ਗੋਰਖੀ ਸਾਹਿਬ। ਇਹਦੇ 2 ਹੀ ਲਾਈਨਾਂ ਲਵਾਂਗੇ ਆਪਾਂ। ਹਾਂਜੀ ਵੀਰ ਜੀ। ਠੀਕ ਹੈ ਜੀ। ਬਾਣੀ ਚ ਤੋਂ ਕਹੋਂਦੀ ਹੈ ਜਾਨਤ ਵੀ ਅਵਗਣ ਕਰੇ। काहे की कुशलात हाथ दीप कुएं परे, काहे की कुशलात। ਦੀਵਾ ਹੱਥ 'ਚ ਹੈ, ਜਗਦਾ ਹੈ, ਫਿਰ ਖੂਹ 'ਚ ਡਿੱਗ ਰਿਹਾ। ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਤੂੰ ਰਿਸ਼ਵਤ ਨਾ ਲੈ, ਉਹ ਤੁਹਾਡੀ ਗੱਲ ਮੰਨੇਗਾ? ਉਹ ਕਹਿੰਦਾ ਠੀਕ ਹੈ ਰਿਸ਼ਵਤ ਨਾ ਲੈ। ਅਵੇ ਨਾ ਮੇਰਾ ਮਹਿਲ ਏਡਾ ਵੱਡਾ ਮਹਿਲ ਪਿੰਡ 'ਚ ਹੈ ਕਿ ਕੋਈ ਏਡਾ ਵੱਡਾ? ਮੇਰੀ ਕਾਰ ਵੇਖੀ ਏਡੀ ਵੱਡੀ ਕਾਰ। ਦੇਖੋ ਪਤਾ ਕੀ ਹੈ ਸਾਧ ਸੰਗਤ ਜੀ, ਜਦੋਂ ਆਪਾਂ ਸੰਸਾਰ ਦੇ ਵਿੱਚ ਵਹਿੰਦੇ ਆ ਨਾ, ਅਸਲ ਦੇ ਵਿੱਚ ਨਾ 95% ਜਿਹੜੇ ਲੋਕ ਨੇ ਕੇਵਲ ਦਿਖਾਵੇ ਦੇ ਲਈ ਪਦਾਰਥ ਇਕੱਠੇ ਕਰਦੇ ਨੇ। ਜ਼ਰੂਰਤ ਵੈਸੇ 5% ਹੀ ਹੁੰਦੀ ਹੈ ਸਾਡੀ। ਨੀਰਜ ਸਾਹਿਬ ਆਜੋ। ਹਾਂਜੀ ਹਾਂਜੀ। 5% ਜਿਹੜੀ ਸਾਡੀ ਜ਼ਰੂਰਤ ਆ, ਉਸ ਤੋਂ ਬਾਅਦ ਕੀ ਆ, ਬਾਕੀ ਕੇਵਲ ਦਿਖਾਵਾ ਹੀ ਆ, ਸ਼ੋ ਆਫ ਕਹਿੰਦੇ ਆਪਾਂ। ਹਾਂਜੀ, ਸ਼ੋ ਆਫ ਦੇ ਵਿੱਚ ਕੀ ਹੁੰਦਾ ਹੈ ਕਿ ਬੰਦਾ ਉਹ ਇਦਾਂ ਦੇ ਕਰਮ ਕਰਦਾ ਵਾ ਜਿਹੜੇ ਕੰਮਾਂ ਦੀ ਜ਼ਰੂਰਤ ਨਹੀਂ ਆ, ਪਰ ਬੰਦਾ ਕਰਦਾ। ਠੀਕ ਹੈ। ਉਹਦੇ ਵਿੱਚ ਦੇਖੋ ਇੱਕ ਚੀਜ਼ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋ। ਜ਼ਰੂਰਤ ਜਿਹੜੀ ਹੁੰਦੀ ਆ ਸਾਡੀ ਉਨੀ ਨਹੀਂ ਹੁੰਦੀ। ਤੁਸੀਂ ਘਰ ਵੇਖੋ, ਲੋਕਾਂ ਨੇ ਪਿੰਡਾਂ 'ਚ ਕਿੱਡੇ ਕਿੱਡੇ ਮਹਿਲ ਪਾਏ। ਮੈਂ ਕੱਲ ਪਤਾ ਨਹੀਂ ਪਰਸੋਂ ਆਪਣੇ ਸਹੁਰੇ ਗਿਆ, ਮੈਂ ਰਾਹ 'ਚ ਵੇਖਣ ਦੇ ਘੱਟੋ ਘੱਟ ਉਹਨੇ ਅੱਧੇ ਕਿੱਲੇ ਦੀ ਹਵੇਲੀ ਵਾਲੀ ਆ, ਤੇ ਉੱਥੇ ਪਤਾ ਨਹੀਂ ਨੇ ਬੜੀ ਵੱਡੀ ਕੰਧ ਕੀਤੀ ਆ, ਕੰਧਾਂ ਕਰਕੇ ਤੇ ਉਹਨੂੰ ਬਣਾ ਰਿਹਾ। ਪਰ ਕਿੱਦਾਂ ਦੇ ਕਈ ਮਕਾਨ ਨੇ ਲੋਕਾਂ ਨੇ ਬਣਾਏ ਨੇ ਕੇਵਲ ਉਸ ਲਈ ਕਿ ਉਹ ਜਿਹੜੇ ਨਾ ਉਹ ਚਾਹੁੰਦਾ ਕਿ ਮੇਰਾ ਘਰ ਪਿੰਡ 'ਚ ਸਭ ਤੋਂ ਵੱਡਾ ਹੋਵੇ। ਭਾਵੇਂ ਉਹਦੀ ਰਿਕੁਆਇਰਮੈਂਟ 2 ਕਮਰਿਆਂ ਦੀ ਆ ਨਾ, ਉਹਨੇ 15-20 ਕਮਰੇ ਐਕਸਟਰਾ ਬਣਾਉਣੇ ਆ। ਕਿਉਂ ਬਣਾਉਣੇ ਆ? ਉਹ ਚਾਹੁੰਦਾ ਕਿ ਮੈਨੂੰ ਸਟੇਟਸ ਮਿਲੇ। ਅਗਲੇ ਕਹਿਣ ਵੀ ਉਹ ਵੇਖਿਆ ਉਹ ਕੋਠੀ ਫਲਾਣੇ ਦੀ 1 ਕਰੋੜ 2 ਕਰੋੜ ਰੁਪਇਆ ਲਾਏ ਜਾਂਦੇ। ਗੱਡੀ ਹੈਗੀ ਆ, ਛੋਟੀ ਨਾ ਵੀ ਸਰਦਾ ਵਾ, ਪਰ ਮੇਰੇ ਵਰਗਾ ਕਰਦਾ ਵੱਡੀ ਗੱਡੀ ਵੀ ਖਰੀਦਦਾ। ਕਿਉਂ? ਤੁਹਾਨੂੰ ਸਟੇਟਸ ਚਾਹੀਦਾ ਕਿ ਮੈਨੂੰ ਲੋਕ ਰੈਕਗਨਾਈਜ਼ ਕਰਨ ਪਦਾਰਥਾਂ ਦੇ ਕਰਕੇ। ਇੱਕ ਸਮਾਂ ਸੀ ਸਾਡੇ 'ਚ ਗੁਣ ਸਨ, ਉਹਦੇ ਕਰਕੇ ਬੰਦੇ ਦੀ ਤਾਰੀਫ ਹੁੰਦੀ ਸੀ। ਉਹ ਫਲਾਣਾ ਬੰਦਾ ਬੜਾ ਵਧੀਆ ਯਾਰ, ਗੁਣੀ ਹੈਗਾ। ਉਹ ਫਲਾਣਾ ਬੰਦਾ ਵੇਖੋ ਕਿੰਨਾ ਸੱਚਾ ਹੈ, ਉਹ ਕਿੰਨੀ ਨੇਕ ਕਮਾਈ ਖੜਦਾ। ਪਰ ਅੱਜ ਕੀ ਕਰਤਾ ਕਿ ਆਪਾਂ ਬੰਦੇ ਦੀ ਤੁਲਨਾ ਉਹ ਪਦਾਰਥਾਂ ਦੇ ਨਾਲ ਕਰਨ ਪਏ ਆ। ਬਹੁਤ ਘਟੀਆ ਹੋ ਗਿਆ ਕੰਮ। ਹੁਣ ਕੀ ਕਰਦੇ ਆ ਆਪਾਂ ਬੰਦੇ ਦੇ ਗੁਣਾਂ ਦੀ ਗੱਲ ਨਹੀਂ ਕਰਦੇ, ਆਪਾਂ ਗੱਲ ਕਰਦੇ ਪਦਾਰਥਾਂ ਦੀ ਕਿ ਐਰ ਕੋ ਫਲਾਣੇ ਪਦਾਰਥ ਹੈਗੇ ਨੇ, ਫਲਾਣਾ ਘਰ, ਫਲਾਣੀ ਗੱਡੀ, ਫਲਾਣਾ ਨੌਕਰੀ, ਜੇ ਉਹ ਉਹਦੇ ਸਿਰ ਤੇ ਬੰਦੇ ਦੀ ਵੈਲਿਊ ਕਰਨ ਲੱਗ ਪਏ ਆ। ਪਰ ਅਸਲ ਦੇ ਵਿੱਚ ਵੈਲਿਊ ਹੁੰਦੀ ਬੰਦੇ ਦੇ ਕਿਰਦਾਰ ਦੀ, ਗੁਣਾਂ ਦੀ। ਇਸ ਬੰਦੇ ਦਾ ਜੀਵਨ ਕੀ ਹੈ, ਉਹ 'ਚ ਕਿੰਨੇ ਕੁ ਅਨਮੋਲਕ ਹੀਰੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਿਆ ਹੈ? ਜੇਕਰ ਨਹੀਂ ਬਚਿਆ ਤੇ ਉਹ ਬਾਹਰੀ ਜਿਹੜਾ ਦਿਖਾ ਰਿਹਾ ਹੈ ਬਹੁਤ ਝੂਠਾ ਹੈ ਜੀਵਨ, ਉਹ ਸੱਚਾ ਨਹੀਂ ਹੈਗਾ। ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਉਹ ਜੋ ਸਾਨੂੰ ਪਰੋਸ ਰਿਹਾ ਹੈ, ਜੋ ਸਮਾਜ ਨੂੰ ਦਿਖਾ ਰਿਹਾ ਹੈ ਨਾ, ਉਹਦੇ ਪਿੱਛੇ ਉਹਨੇ ਬਹੁਤ ਕੁਝ ਗਲਤ ਕੰਮ ਕੀਤੇ ਆ। ਇਹ ਨਾ ਐਕਚੁਅਲੀ ਉਹਦੀ ਕੋਈ ਵੈਲਿਊ। ਹਾਂ, ਇਹ ਐਕਚੁਅਲੀ ਗੋਰਖੀ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਇਹ ਸ਼ਬਦ ਦਾ ਸਾਰ ਉਹੀ ਗੱਲ ਹੈਗੀ ਆ। ਇਹ ਸ਼ਬਦ ਦਾ ਸਾਰ ਬੋਲ ਰਹੇ ਹੋ ਤੁਸੀਂ। ਉਹੀ ਗੱਲ ਕਬੀਰ ਜੀ ਕਹਿੰਦੇ ਕਿ ਤੂੰ ਜਿਹੜੀ ਚੀਜ਼ ਦੇ ਪਿੱਛੇ ਪਿਆ ਆ, ਉਹ ਚੀਜ਼ ਜਿਹੜੀ ਹੈਗੀ ਆ ਉਹ ਤਾਂ ਕੱਚ ਹੈਗੀ ਆ। ਤੂੰ ਜਿਹੜੀ ਚੀਜ਼ ਦੇ ਪਿੱਛੇ ਪਿਆ ਉਹ ਤਾਂ ਜਿਹੜਾ ਹੈਗਾ ਬਿਲਕੁਲ ਸੁਆਹ ਤੇ ਮਿੱਟੀ ਹੈਗੀ। ਜਿਹੜੀ ਚੀਜ਼ ਦੇ ਪਿੱਛੇ ਤੂੰ ਪਿਆ ਹੋਇਆ ਉਹਨੂੰ ਤੂੰ ਸਮਝਿਆ ਹੋਇਆ, ਉਹਨੂੰ ਤੂੰ ਜਿਹੜਾ ਹੈਗਾ ਹੀਰੇ ਮੋਤੀ ਸਮਝ ਕੇ ਬੈਠਾ ਹੋਇਆ। ਆਹ ਗੱਲ ਆ। ਹਾਂ, ਉਹਦੀ ਵੈਲਿਊ ਨਹੀਂ ਹੈਗੀ। ਕਿਉਂਕਿ ਬਹੁਤ ਤੈਨੂੰ ਪਤਾ ਨਹੀਂ ਲੱਗਣ ਦਿਆ, ਤੁਸੀਂ ਬਹੁਤ ਵੱਡੀ ਕੀਮਤ ਦੇ ਰਹੇ ਜੋ। ਬਿਲਕੁਲ ਸਹੀ ਗੱਲ ਆ। ਆਪਾਂ ਕੀਮਤੀ ਚੀਜ਼ ਨੂੰ ਲੁਟਾ ਰਹੇ ਹਾਂ ਔਰ ਸਵਾਦ ਦੇ ਬਦਲੇ ਲੁਟਾ ਰਹੇ ਹਾਂ। ਬਸ ਇੰਨੀ ਕੀ ਗੱਲ ਹੈ। ਨਹੀਂ, ਤੁਸੀਂ ਬਸ ਇੰਨਾ ਕੰਮ ਕਹਿ ਲਓ ਕਿ ਤੁਹਾਨੂੰ ਚੰਦਨ ਦਾ ਖੇਤ ਦਿੱਤਾ ਸੀ ਤੇ ਤੁਸੀਂ ਉਹਦੇ ਕੀ ਕਰਦੇ ਨੇ ਜਥਾ ਕੋਲੇ ਲੱਕੜੀ ਦੇ ਕੋਲੇ ਬਣਾ ਕੇ ਵੇਚ ਰਹੇ ਹਾਂ ਆਪਾਂ, ਚੰਦਨ ਦੀ ਲੱਕੜੀ ਦੇ। ਔਰ ਡਾਇਰੈਕਟ ਚੰਦਨ ਵੇਚੀਏ ਤੇ ਉਹ ਤਾਂ ਕਿੰਨਾ ਮਹਿੰਗਾ ਹੈ ਲੱਕੜੀ। ਆਹੋ, ਤੇ ਆਪਾਂ ਕਿੱਡੇ ਕੁ ਸਿਆਣੇ ਵਪਾਰੀ ਆ, ਪਰ ਆਪਾਂ ਤਾਂ ਕਹਿੰਦੇ ਆ ਵਪਾਰੀ ਬਹੁਤ ਵਧੀਆ। ਮੇਰੇ ਵਰਗੇ ਨੂੰ ਕਹਿ ਦਿੰਦੇ ਲੋਕੀ, ਉਹ ਚਰਨਜੀਤ ਬੱਲੇ ਬੱਲੇ, ਉਹ ਤੂੰ ਬੜਾ ਪਿੰਡ ਤੋਂ ਅੱਗੇ ਤਰੱਕੀ ਕਰ ਲਈ ਯਾਰ। ਪਰ ਉਹ ਨਹੀਂ ਵੇਂਦੇ ਕਿ ਚਰਨਜੀਤ ਨੇ ਬਲਿਦਾਨ ਕਿੰਨਾ ਵੱਡਾ ਦੇ ਦਿੱਤਾ, ਆਤਮਾ ਵੇਚ ਛੱਡੀ ਉਹਨੇ ਆਪਣੀ। ਬਿਲਕੁਲ ਮਹਿੰਗੀ ਚੀਜ਼। ਉਹ ਤੁਹਾਨੂੰ ਪਤਾ ਹੋਣਾ ਨਾ, ਉਹ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ, ਜਦੋਂ ਲਾਲ ਦਿੱਤਾ ਸੀ, ਕਹਿੰਦਾ ਜਾਓ ਇਹਦੀ ਕੀਮਤ ਲੈ ਕੇ ਆਓ। ਜੋ ਮੇਰੇ ਵਰਗਾ ਕੋਈ ਆਲੂ ਵੇਚਣ ਦੇ, ਉਹ ਕਹਿੰਦਾ 2 ਕਿਲੋ ਆਲੂ ਲੈ ਜਾ ਭਾਈ, ਸੋਹਣਾ ਪੱਥਰ ਹੈ। ਕੁਆੜੀਆ ਕਹਿੰਦਾ
ਉਹ ਕਹਿੰਦਾ ਵੀ ਲਿਆਓ ਜੀ ਆਤਮਾ। ਉਹ ਕਹਿੰਦਾ ਇਹ ਕੀ ਕੰਮ ਦੀ ਨੀ ਚੀਜ਼ ਹੈਗੀ, ਇਹ ਕੀ ਕਰਨਾ ਹੈ? ਕੋਈ ਲੋਹਾ ਲਿਆ, ਕੋਈ ਪਿੱਤਲ ਲਿਆ, ਕੋਈ ਕੰਮ ਦੀ ਚੀਜ਼ ਲਿਆ, ਉਹਦੀ ਤੈਨੂੰ ਕੀਮਤ ਦਈਏ। ਇਹ ਕੀ ਚੱਕ ਲਿਆ ਪੱਥਰ ਕੱਚ ਜਿਹਾ, ਲੈ ਜਾ ਤੋਂ ਪਰੇ, ਇਹਦੀ ਕੋਈ ਕੀਮਤ। ਹੁਣ ਤੁਸੀਂ ਆਲੂ ਗੰਢਿਆਂ ਵਾਲਿਆਂ ਕੋ, ਇੱਕ ਕਬਾੜੀਆਂ ਕੋ ਲਈ ਫਿਰਦੇ ਜਿਹਨੂੰ ਆਤਮਾ ਨੂੰ। ਔਰ ਇਹ ਲੋਕ ਤੇ ਪਦਾਰਥਾਂ ਦੀ ਨਜ਼ਰ ਨੂੰ ਜਾਣਦੇ ਨਾ, ਇਹਨਾਂ ਨੂੰ ਪਤਾ ਹੀ ਨਹੀਂ ਕਿ ਇਮਾਨਦਾਰੀ ਕੀ ਚੀਜ਼ ਹੈ। ਉਹ ਕਹਿੰਦੇ ਰੱਬ ਦੀ ਭਗਤੀ। ਉਹ ਕਹਿੰਦੇ ਕਿਹੜੀ ਭਗਤੀ? ਆ ਵੇ ਸ਼ਾਮੀ 3-4 ਹਜ਼ਾਰ ਰੁਪਏ ਮੈਂ ਵੱਟ ਲਏ, ਇਹਨੂੰ ਕਹਿੰਦੇ ਭਗਤੀ। ਮੇਰੀ ਬੈਂਕ ਚ ਕਿੰਨੇ ਲੱਖ ਪਿਆ। ਪਰ ਉਹ ਨਹੀਂ ਸੋਚਦੇ ਕਿ ਜਿਹੜੇ ਬਾਬੇ ਜਿਹੜੇ ਵੱਡੇ ਬਣੇ ਆ, 50,000 ਕਰੋੜ ਰੁਪਇਆ ਉਹਦੇ ਖਾਤੇ ਚ ਆ। ਔਰ ਉਹਨੇ ਕੀ ਕਰਨਾ ਇੰਨਾ ਪੈਸਾ? ਉਹਦੀ ਜ਼ਰੂਰਤ ਕੀ ਹੈ? ਹੁਣ ਮੇਰੇ ਵਰਗੇ ਦੀ ਜ਼ਰੂਰਤ 60-70 ਹਜ਼ਾਰ ਰੁਪਏ ਮਹੀਨੇ ਦਾ, ਮੰਨ ਲਓ 50-60 ਹਜ਼ਾਰ ਰੁਪਏ, ਜਿੱਦਾਂ ਦਾ ਮਰਜ਼ੀ ਜੀਵਨ, ਬੱਚਿਆਂ ਬੱਚੇ ਦੀਆਂ ਫੀਸਾਂ ਦੇ। ਪਰ ਜੇ ਮੈਂ ਉਹ ਸੋਚਦਾ ਵਾਂ ਕਿ ਇਕੱਠਾ ਹੀ ਕਰੀ ਜਾਵਾਂ ਅਰਬਾਂ ਰੁਪਈਆ, ਤੇ ਮੇਰੀ ਜ਼ਰੂਰਤ ਥੋੜੀ ਹੈ। ਨਹੀਂ, ਉਹ ਬਾਬੇ ਦਾ ਤਾਂ ਡਿਸਪੋਜ਼ਲ ਹੋ ਗਿਆ ਨਾ ਗੁਰਕੀ ਸਾਹਿਬ। ਉਹ 50,000 ਪੈਸਾ ਤਾਂ ਉਸ ਤਰ੍ਹਾਂ ਹੀ ਰਹਿ ਗਿਆ, ਡਿਸਪੋਜ਼ ਹੋ ਗਿਆ ਬਾਬਾ ਤਾਂ ਸ਼ਾਇਦ। ਬਾਬਾ ਚੱਲ ਗਿਆ, ਹੋ ਗਿਆ ਉਹ ਬਾਬਾ ਚੱਲ ਗਿਆ। ਉਸ ਤੋਂ ਬਾਬੇ ਤੋਂ ਬਾਅਦ ਬਾਬੇ ਦੇ ਘਰ ਦੇ ਹੋਰ ਇਕੱਠੇ ਹੋ ਗਏ, ਉਹ ਵੀ ਬਾਬੇ ਬਣ ਗਏ। ਬਸ ਇਹ ਦੇਖੋ, ਇਹ ਸੰਸਾਰ ਵੇਖੋ ਕਿਹੜੇ ਚੱਕਰਾਂ ਚ ਫਿਰਦਾ ਹੈ। ਔਰ ਇਹ ਵੇਖੇ ਮੈਂ ਇਹ ਹੈਰਾਨ ਹੁੰਦਾ ਕਿ ਨਿੱਜਰ ਸਾਹਿਬ ਕਿੱਡੀ ਵੱਡੀਆਂ ਉਹ ਪਦਵੀਆਂ ਤੇ ਲੋਕ ਬੈਠੇ ਨੇ, ਔਰ ਕਿੰਨੇ ਲੱਖਾਂ ਲੋਕ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ। ਕੁਛ ਵੀ ਨਹੀਂ ਪੱਲੇ, ਕੁਛ ਵੀ ਨਹੀਂ। ਆ ਵੀਰੋ ਢੱਡਰੀਆਂ ਵਾਲੇ ਬਾਬੇ ਦੇ ਪਿੱਛੇ ਲੱਖਾਂ ਕਰੋੜਾਂ ਲੋਕ ਤੁਰੇ ਫਿਰਦੇ ਆ, ਤੇ ਇੱਥੇ ਕਬੀਰ ਜੀ ਆ ਜਾਣ ਤੇ ਮੈਨੂੰ ਲੱਗਦਾ ਨਹੀਂ ਉਹਨਾਂ ਦੇ ਮਗਰ 50 ਬੰਦੇ ਹੋਣ ਨਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। 50 ਬੰਦੇ ਨਹੀਂ, 50 ਕਰੋੜ ਉਹਨਾਂ ਦੇ ਦੁਸ਼ਮਣ ਜ਼ਰੂਰ ਹੋ ਸਕਦੇ ਆ, 50 ਬੰਦੇ ਬਹਿਣ ਵਾਲੇ ਨਹੀਂ ਮਿਲਣੇ। ਠੀਕ ਹੈ, ਇਹ ਬਹੁਤ ਔਖਾ ਕੰਮ। ਠੀਕ ਹੈ ਜੀ। ਹੁਣ ਕਿੱਥੇ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਬਹੁਤ ਮਹਿੰਗੀ ਕੀਮਤੀ ਚੀਜ਼ ਦੇਖ ਕੇ ਘਟੀਆ ਗੰਦਮੰਦ ਨਹੀਂ ਖਰੀਦਣਾ, ਆਪਾਂ ਉਹਨੂੰ ਵੇਚਣਾ ਹੀ ਨਹੀਂ ਆ। ਕਿਉਂਕਿ ਵੇਚਤੀ ਨਾ ਉਹਦੀ, ਹੁਣ ਤੁਹਾਡੇ ਕੋਲ ਕੋਈ ਚੀਜ਼ ਹੈਗੀ, ਤੁਸੀਂ ਸਸਤੇ ਭਾਅ ਵੇਚ ਦਿਓ, ਉਹਦੀ ਕੀ ਕੀਮਤ? ਬਿਲਕੁਲ ਰਾਈਟ। ਹੁਣ ਕਈਆਂ ਨੇ ਜ਼ਮੀਨ ਹੁੰਦੀ, ਸਾਡੇ ਪਿੰਡ ਜ਼ਮੀਨ ਸੀ, ਅਸੀਂ 70-80 ਹਜ਼ਾਰ ਰੁਪਏ ਨੂੰ ਕਿੱਲਾ ਵੇਚਦੀ। ਅੱਜ ਉਹਦੀ ਜ਼ਮੀਨ 20-22 ਲੱਖ ਰੁਪਏ ਕਿੱਲਾ ਵਾ। ਬਿਲਕੁਲ। ਇਹ ਤੇ ਵੇਚਣੀ ਕਿ ਨਹੀਂ ਵੇਚਣੀ, ਇਹ ਤੇ ਫੈਸਲਾ ਸਾਡਾ ਵਾ। ਇਹ ਮਹਿੰਗੀ ਚੀਜ਼ ਇਹਨੂੰ ਨਾ ਵੇਚੋ, ਇਹਨੂੰ ਖਾਸ ਕਰਕੇ ਆਲੂ ਗੰਢੇ ਵਾਲੇ ਕੋ ਨਾ ਵੇਚੋ ਜਿਹਨਾਂ ਨੂੰ ਪਤਾ ਕੁਛ ਨਹੀਂ। ਠੀਕ ਹੈ ਜੀ। ਹੁਣ ਅਗਲੇ ਬੰਨੇ ਤੋਂ ਕਹਿੰਦੇ ਨਿਗਮ ਹੁਸ਼ਿਆਰ ਪਹਿਰੂਆ। ਪਹਿਲਾਂ ਉੱਪਰਲੀ ਲਈਏ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰਹੇ ਭਾਈ। ਕਹਿੰਦੇ ਦੁਨੀਆ ਜਿਹੜੀ ਹੈਗੀ, ਹੇ ਇਨਸਾਨ ਤੂੰ ਜਿਹੜਾ ਹੈਗਾ ਦੇਖ ਇੰਨਾ ਹੁਸ਼ਿਆਰ ਹੈਗਾ, ਬੁੱਧੀਮਾਨ ਹੈਗਾ, ਤੇ ਤੇਰੇ ਕੋਲ ਜਿਹੜਾ ਹੈਗਾ ਤੂੰ ਜਾਗਦਾ ਹੈਗਾ, ਆਪਣੇ ਆਪ ਨੂੰ ਕਹਿੰਦਾ ਮੈਂ ਜਾਗਦਾ ਹਾਂ। ਔਰ ਫਿਰ ਜਿਹੜਾ ਹੈਗਾ ਇਹ ਗਿਆਨ ਵੀ ਹੁੰਦੇ ਹੋਏ, ਸਾਰਾ ਕੁਛ ਹੁੰਦੇ ਹੋਏ, ਤੇਰੇ ਕੋਲ ਤੂੰ ਜਿਹੜਾ ਹੈਗਾ ਲੁੱਟਿਆ ਜਾ ਰਿਹਾ। ਹੁਸ਼ਿਆਰ ਵੀ ਹੈਗਾ, ਜਾਗਦਾ ਵੀ ਹੈਗਾ, ਬੁੱਧੀ ਵੀ ਹੈਗੀ ਤੇਰੇ ਕੋਲ, ਫਿਰ ਤੂੰ ਲੁੱਟਿਆ ਜਾ ਰਿਹਾ ਹੈ। ਤੇ ਤੇਰੇ ਕੋਲ ਜਿਹੜਾ ਨਿਗਮ ਹੁਸ਼ਿਆਰ ਪਹਿਰੂਆ, ਤੇਰੇ ਕੋਲ ਗਿਆਨ ਵੀ ਹੈਗਾ, ਇੰਨਾ ਗਿਆਨ ਤੇਰੇ ਕੋਲ ਪਹਿਰੇਦਾਰ ਆ। ਗਿਆਨ ਕੀ ਹੈਗਾ? ਪਹਿਰੇਦਾਰ ਆ, ਆਪਾਂ ਨੂੰ ਬਚਾਉਂਦਾ ਹੈ ਭਾਈ। ਜਮ ਦੇ ਰਸਤੇ ਚੋਂ ਬਚਾਉਣ ਵਾਲੀ ਚੀਜ਼ ਗਿਆਨ ਹੈਗੀ ਆ। ਨਿਗਮ ਹੁਸ਼ਿਆਰ ਪਹਿਰੂਆ ਕਹਿੰਦੇ ਪਹਿਰੇਦਾਰ, ਦੇਖਤ ਜਮ ਲੈ ਜਾਏ। ਤੇ ਇਹਦੇ ਹੁੰਦੇ ਹੋਏ, ਪਹਿਰੇਦਾਰ ਦੇ ਹੁੰਦੇ ਹੋਏ ਵੀ ਫਿਰ ਵੀ ਜਿਹੜਾ ਹੈਗਾ ਜਮ ਲੈ ਕੇ ਚਲੇ ਜਾਏ, ਚੋਰੀ ਕਰਕੇ ਲੈ ਜਾਏ ਕੋਈ, ਲੁੱਟ ਕੇ ਲੈ ਜਾਏ ਕੋਈ, ਤੇ ਫਿਰ ਕਾਹਦਾ ਪਹਿਰੇਦਾਰ ਦਾ ਕੀ ਫਾਇਦਾ ਹੋਇਆ ਤੇਰੇ ਕੋਲ ਭਾਈ? ਤੇਰੇ ਦੀਵੇ ਦਾ ਕੀ ਫਾਇਦਾ? ਲਾਲਟੇਨ ਦਾ ਕੀ ਫਾਇਦਾ ਹੋਇਆ ਜੇ ਤੂੰ ਜਾ ਕੇ ਫਿਰ ਖੱਡੇ ਦੇ ਵਿੱਚ ਡਿੱਗ ਰਿਹਾ? ਤੇ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇ ਤੇਰੇ ਚ ਬੁੱਧੀ ਹੈਗੀ ਆ ਤੇ ਤੇਰਾ ਜੀਵਨ ਨਿਵਾਣ ਵੱਲ ਕਿਉਂ ਜਾ ਰਿਹਾ? ਹਾਂ, ਉਚਾਈ ਵੱਲ ਜਾਣਾ ਚਾਹੀਦਾ। ਹੁਣ ਤੇਰੀ ਸੰਗਤ ਬੜੀ ਮਾੜੀ ਹੈ। ਜੇ ਤੇਰੇ ਕੋਲ ਗਿਆਨ ਹੈਗਾ ਤੇ ਫਿਰ ਤੇਰੀ ਸੰਗਤ ਕਿਉਂ ਨਹੀਂ ਬਦਲਦੀ ਪਈ? ਤੇਰੀ ਸੰਗਤ ਹੈਗੀ ਕਾਮ ਦੇ ਨਾਲ, ਕ੍ਰੋਧ ਦੇ ਨਾਲ, ਲੋਭ ਦੇ ਨਾਲ, ਮੋਹ ਦੇ ਨਾਲ, ਹੰਕਾਰ ਦੇ ਨਾਲ, ਰਾਗ ਕਰਦਾ ਹੈ, ਲੋਕਾਂ ਨਾਲ ਦਵੈਸ਼ ਕਰਦਾ ਹੈ, ਈਰਖਾ ਕਰਦਾ ਹੈ। ਇਹਦਾ ਮਤਲਬ ਕਿ ਤੇਰੇ ਹੱਥ 'ਚ ਕੁਛ ਗਿਆਨ ਵੀ ਹੈਗਾ ਤੇ ਫਿਰ ਗਿਆਨ ਦੀ ਵਰਤੋਂ ਕਿਉਂ ਨਹੀਂ ਕਰ ਰਿਹਾ? ਬਿਲਕੁਲ। ਹੁਣ ਪਤਾ ਕੀ ਕਰਦੀ ਸਾਧ ਸੰਗਤ ਜੀ, ਇਹ ਚੀਜ਼ ਨੁਕਤੇ ਵਾਲੀ, ਜੋ ਫੜ ਲਿਓ ਇਹਨੂੰ। ਆਪਾਂ ਪਤਾ ਕੀ ਕਰਦੇ ਹਾਂ, ਆਪਾਂ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਬੁਰਾ ਕਰਮ ਆ ਗਿਆ, ਆਪਾਂ ਕਹਿੰਦੇ ਨਹੀਂ ਕਰਨਾ। ਪਰ ਤੁਸੀਂ ਬੁਰੇ ਕਰਮ ਨੂੰ ਏਦਾਂ ਕਿੰਨੀ ਵਾਰੀ ਕਰਨ ਤੋਂ ਰੋਕੋਗੇ ਆਪਣੇ ਆਪ ਨੂੰ? ਇੱਕ ਸਮਾਂ ਆਊਗਾ ਤੁਹਾਡੇ ਅੰਦਰ ਬਹੁਤ ਵੱਡੀ ਭਾਵਨਾ ਆਵੇਗੀ, ਤੁਸੀਂ ਉਹ ਕੰਮ ਕਰੋਗੇ। ਉੱਥੇ ਇੱਕ ਸਹੀ ਤਰੀਕਾ ਪਤਾ ਕੀ ਹੈਗਾ ਜੀ? ਤੁਹਾਨੂੰ ਆਪਣੇ ਅੰਦਰ
ਇੱਕ ਚੰਗੀ ਵਿਚਾਰਾਂ ਦੀ ਫੌਜ ਤਿਆਰ ਕਰਨੀ ਚਾਹੀਦੀ ਹੈ। ਉਹਨੂੰ ਕਹਿੰਦੇ ਵਿਵੇਕ ਬੁੱਧੀ। ਦੋ ਪਾਰਟੀਆਂ ਨੇ ਤੁਹਾਡੇ ਅੰਦਰ, ਇੱਕ ਲੈਫਟ ਤੇ ਇੱਕ ਰਾਈਟ। ਲੈਫਟ ਕੀ ਕਹਿੰਦਾ ਹੈ ਕਿ ਬੁਰੇ ਕੰਮ ਕਰੋ, ਰਾਈਟ ਹੈਗਾ ਤੁਹਾਡਾ ਵਿਵੇਕ, ਉੱਥੇ ਚੰਗੀ ਫੋਰਸ ਇਕੱਠੀ ਕਰੋ। ਉਹਨੂੰ ਕਹੋ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਮੈਂ ਲੈਫਟ ਦੀ ਕਿਉਂ ਸੁਣਾ, ਕਿਉਂ ਮੈਂ ਇਹੋ ਜਿਹੇ ਮਾੜੇ ਕਰਮ ਕਰਾਂ, ਜਿਹੜੀ ਚੀਜ਼ ਮੇਰੀ ਨਹੀਂ ਹੈ ਮੈਂ ਕਿਉਂ ਲੈ ਆਵਾਂ। ਹੁਣ ਜਿਨ੍ਹਾਂ ਨੇ ਮਹਿਲ ਪਾਲੇ ਨੇ ਉਹ ਬੜੇ ਸੁਖੀ ਨੇ ਨਾ ਨਾ, ਉਹਨਾਂ ਵਰਗਾ ਦੁਖੀ ਬੰਦਾ ਧਰਤੀ ਤੇ ਕੋਈ ਨਾ, ਕਿਉਂਕਿ ਉਹਨਾਂ ਨੇ ਐਸੇ ਕਰਮ ਕਰ ਲਏ ਨੇ, ਐਸਾ ਕਰਮ ਐਸਾ ਬੀਜਿਆ ਬੀਜ, ਉਹਨੂੰ ਫਲ ਹੀ ਲੱਗੀ ਜਾਂਦੇ ਆ। ਔਰ ਉਹ ਅੰਦਰ ਸੁੱਤੇ ਵੀ ਆ ਤੇ ਉਹਨਾਂ ਨੂੰ ਨੀਂਦ ਨਹੀਂ ਵਿਚਾਰਿਆਂ ਨੂੰ। ਕਿਉਂਕਿ ਕਿਹਾ ਮਾਇਆਧਾਰੀ ਅਤ ਅੰਨਾ ਬੋਲਾ। ਹਾਂ, ਬਾਣੀ ਚ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਤ ਰੋਲ ਕਚੋਲਾ। ਇੱਕ ਹੋਰ ਮਾਇਆ ਲਿਖਿਆ ਆ ਕਿ ਮਾਇਆ ਦੇ ਬਾਰੇ, ਪਾਪਾਂ ਬਾਝੋਂ ਹੋਏ ਨਾਹੀਂ ਔਰ ਮੂਆਂ ਸਾਥ ਨਾ ਜਾਈ। ਮਰਨ ਤੋਂ ਬਗੈਰ ਸਾਥ ਨਹੀਂ ਜਾਂਦੀ ਔਰ ਪਾਪਾਂ ਤੋਂ ਬਗੈਰ ਇਕੱਠੀ ਨਹੀਂ ਹੁੰਦੀ। ਜਿਹਨੇ ਪਾਪ ਕਰਕੇ ਇਕੱਠੀ ਕੀਤੀ ਹੈ ਤੇ ਉਹ ਪਾਪ ਕਿੱਥੇ ਹੁਣ ਚੈਨ ਲੈਣ ਦਿੰਦੇ ਆ। ਹਾਂਜੀ ਵੀਰ, ਬਿਲਕੁਲ ਠੀਕ ਹੈ ਜੀ। ਇਸੇ ਤਰ੍ਹਾਂ ਹੀ ਬੰਦਾ ਪੰਗੇ ਲੈਂਦਾ ਰਹਿੰਦਾ ਹੈ ਜੀ। ਅਗਲੀ ਤੁਕ ਬੋਲੋ ਨਿਜਰ ਸਾਹਿਬ। ਰਹਾਓ नीम भयो आंब भयो नींबा, केला पाका झार। ਲਓ ਹੁਣ ਇਹ 'ਚੋਂ ਗਿਆਨ ਕੱਢ ਲਓ। ਨਿੰਮ ਤੇ ਅੰਬ ਤੇ ਕੇਲਾ ਪੱਕਾ ਕੇਲਾ ਤੇ ਝਾੜ, ਇਹਦੇ 'ਚ ਕੀ ਗਿਆਨ ਲੱਭਾਂਗੇ ਆਪਾਂ। ਦੇਖੋ ਹੁਣ ਕੀ ਕਬੀਰ ਜੀ ਕੀ ਕਹਿਣਾ ਚਾਹੁੰਦੇ ਆ। ਦੇਖੋ ਬਾਣੀ ਦੇ ਜੇ ਇਹਦੇ ਆਪਾਂ ਗ੍ਰਾਮੈਟੀਕਲ ਮੀਨਿੰਗ ਲਵਾਂਗੇ ਤੇ ਇਹਦੇ 'ਚੋਂ ਕੀ ਲੈ ਲਾਂਗੇ ਭਾਈ। ਨੀਮ भयो ਆਂਬ भयो ਨੀਂਬਾ, ਕੇਲਾ ਪਾਕਾ ਝਾਰ। ਹੁਣ ਕਬੀਰ ਜੀ ਕਹਿੰਦੇ ਆ ਪਿਆਰਿਆ, ਜਿਹੜੀ ਤੂੰ ਲੈ ਰਿਹਾ ਆ, ਜਿਹੜੀ ਚੀਜ਼ ਨੂੰ ਜਿਹਨੂੰ ਤੂੰ ਕੀਮਤੀ ਸਮਝ ਰਿਹਾ ਆ, ਮਾਇਆ ਜਿਹੜੀ ਲੈ ਕੇ ਮਹਿਲ ਪਾ ਰਿਹਾ ਆ, ਕਿਤੇ ਇਹ ਤਾਂ ਤੂੰ ਨਿੰਮ ਜਿਹੜੀ ਹੈਗੀ ਇਹਨੂੰ ਅੰਬ ਸਮਝ ਰਿਹਾ ਆ। ਇਹ ਨਿੰਮ ਆ, ਕੌੜੀ ਨਿੰਮ ਹੈਗੀ ਆ, ਇਹਨੂੰ ਤੂੰ ਅੰਬ ਸਮਝ ਰਿਹਾ ਆ, ਪੱਕਾ ਅੰਬ, ਬੜਾ ਜਿਹੜਾ ਹੈਗਾ ਪੱਕਿਆ ਹੋਇਆ ਅੰਬ। नीम भयो आंब, मीठे को कौड़ा कहे, कौड़े को मीठा। हाँ, नीम भयो आंब और आम भयो नींबा। और ਜਿਹੜਾ ਧਿਆਨ ਸਿਮਰਨ ਭਗਤੀ ਪਰਮੇਸ਼ਰ ਦੀ ਉਹ ਅੰਬ ਹੈਗਾ, ਉਹਨੂੰ ਤੂੰ ਕਹਿੰਦਾ ਹੈ ਇਹ ਤਾਂ ਨਿੰਮ ਹੈਗੀ ਭਾਈ। ਉਧਰ ਨੂੰ ਤੂੰ ਜਾਂਦਾ ਨਹੀਂ ਆ, ਇੱਧਰ ਨੂੰ ਤੂੰ ਜਾਣਾ ਹੈ। ਕੱਚ ਨੂੰ ਲੈ ਰਿਹਾ ਆ ਔਰ ਸੱਚ ਨੂੰ ਛੱਡ ਰਿਹਾ ਹੈ। नीम भयो आम भयो नींबा, केला पाका झार। ਔਰ ਪੱਕੇ ਹੋਏ ਕੇਲੇ ਨੂੰ ਤੂੰ ਕਹਿ ਰਿਹਾ ਇਹ ਤਾਂ ਐਵੇਂ ਹੀ ਕੰਡੇ ਵਾਲੀ ਝਾੜੀ ਹੈਗੀ ਆ। ਪੱਕੇ ਕੇਲੇ ਨੂੰ ਜਿਹੜਾ ਹੈਗਾ ਕੰਡੇ ਵਾਲੀ ਝਾੜੀ ਸਮਝ ਰਿਹਾ ਤੂੰ। ਇੰਨਾ ਮਿੱਠਾ ਹੈ ਆ ਜਿਹੜਾ ਭਗਤੀ ਮਾਰਗ ਹੈਗਾ। ਨਲੀਏਰ ਫਲ ਸੇਬਰ ਪਾਕਾ। ਹੁਣ ਸੇਬਰ ਜਿਹੜਾ ਹੈਗਾ ਇਹਨੂੰ ਆਪਾਂ ਜੇ ਸੇਬ ਸਮਝ ਲਾਂਗੇ ਫਿਰ ਗਿਆਨ ਤੋਂ ਚਲੇ ਗਏ। ਸੇਬਰ ਦਾ ਮਤਲਬ ਸਿੰਬਲ ਦਾ ਫਲ ਐਸਾ ਹੁੰਦਾ ਹੈ ਨਾ, ਇਹ ਪਹਾੜਾਂ 'ਤੇ ਹੁੰਦਾ ਸਿੰਬਲ ਜਿਹੜਾ ਹੈਗਾ, ਵੱਡਾ ਦਰਖਤ ਹੁੰਦਾ ਲੰਬਾ, ਅਤੇ ਸਿੰਬਲ ਦੇ ਫਲ ਐਸੇ ਹੁੰਦੇ ਨੇ ਬਿਲਕੁਲ ਵਧੀਆ ਲੱਗਦੇ, ਸੇਬ ਵਾਂਗੂ ਹਰੇ ਹਰੇ ਲੱਗਦੇ ਆ। ਔਰ ਜਦ ਉਹ ਤੋਤਾ ਜਿਹੜਾ ਹੈਗਾ ਉਹਦੇ 'ਤੇ ਚੁੰਝ ਮਾਰਦਾ, ਉਹ ਇੰਨਾ ਉਹਦੇ ਅੰਦਰ ਜਿਹੜੀ ਖਿੱਚ ਹੁੰਦੀ ਹੈ ਨਾ, ਇੰਨੀ ਉਹਦੇ ਅੰਦਰ ਜਿਹੜੀ ਹੈਗੀ ਉਹਦੇ ਵਿੱਚੋਂ ਚੁੰਝ ਹੀ ਨਹੀਂ ਨਿਕਲਦੀ ਤੋਤੇ ਦੀ, ਬਸ ਉੱਥੇ ਹੀ ਮਰ ਜਾਂਦਾ ਹੈ ਤੋਤਾ। ਕਹਿੰਦੇ ਨਲੀਏਰ ਫਲ ਸੇਬਰ ਪਾਕਾ, ਮੂਰਖ ਮੁਗਧ ਗਵਾਰ। ਹੇ ਮੂਰਖਾ, ਤੂੰ ਮੁਰਛਿਤ ਹੋਇਆ ਪਿਆ ਹੈ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਅਤੇ ਤੂੰ ਜਿਹੜਾ ਹੈਗਾ ਸਿੰਬਲ ਦੇ ਫਲ ਨੂੰ, ਪੱਕੇ ਫਲ ਨੂੰ ਤੂੰ ਸਮਝ ਰਿਹਾ ਇਹ ਨਰੀਅਲ ਹੈਗਾ ਭਾਈ। ਸਿੰਬਲ ਰੁੱਖ ਸਰਾਇਰਾ ਆਦਿ ਰਗਤ ਮੁਝ। ਹਾਂਜੀ, ਹਰ ਭਇਓ ਖਾਂਡ ਰੇਤ ਮੈਂ ਬਿਖਰਿਓ। ਅੱਛਾ, ਇਹ ਤਾਂ ਅੱਗੇ ਚਲਾ ਗਿਆ ਜੀ। ਇਹ नीम भयो आम भयो नींबा, केला पाका झार। नलिएर फल सेबर पाका, मूर्ख मुग्ध गवार। हाँ जी गोरकी साहब। ठीक है जी, साध संगत जी, ਇਹ ਗੱਲ ਤੁਸੀਂ ਇੱਥੇ ਕਿਹਨੂੰ ਕਹੀ ਆ, ਉਹ ਭਗਤੀ ਕਰ ਲਓ। ਇਹੀ ਗੱਲ ਤੁਸੀਂ ਪਹਿਲਾਂ ਕਹਿ ਕੇ ਹਟੇ ਸੀ ਬਈ ਜਿਹੜਾ ਹੈਗਾ ਇਹ ਧਨ ਜਿਹੜਾ ਜਿਹਨੂੰ ਆਪਾਂ ਸਮਝ ਰਹੇ ਹਾਂ ਵੀ ਆਹ ਜਿਹੜਾ ਹੈਗਾ ਕੀਮਤੀ ਚੀਜ਼ ਆ, ਉਹ ਜਿਹੜਾ ਹੈਗਾ ਆਹ ਦੱਸ ਰਹੇ ਹੁਣ ਕਬੀਰ ਜੀ। ਹਾਂਜੀ ਵੀਰ ਜੀ, ਤੁਸੀਂ ਕਹੋ ਨਾ ਖੇ ਨੂੰ, ਇੱਥੇ ਰਾਤ ਦਾ ਟਾਈਮ ਹੈ, ਤੂੰ ਨਾ ਪਾਰਟੀ 'ਚ ਨਾ ਜਾ। ਹਾਂ, ਮਾੜੇ ਲੋਕਾਂ ਕੋਲ ਨਾ ਪਵੇਂ। ਉਹ ਕਹਿੰਦਾ ਕਿਹੜੀ ਗੱਲ ਕਹਿਤੀ ਜੋ, ਤੇ ਤੁਸੀਂ ਕਿਸੇ ਨੂੰ ਕਹੋ ਕਿ ਬਈ ਏਦਾਂ ਫਲਾਨੀ ਜਗ੍ਹਾ ਤੇ ਸ਼ਰਾਬ ਮਿਲਦੀ ਹੂੰ,
ਦੇਖੋ ਕਿੱਦਾਂ ਪਹੁੰਚਦੇ ਲੋਕ, ਉੱਥੇ ਪਹੁੰਚ ਜਾਣਗੇ। ਪਤਾ ਨਹੀਂ ਕਿੱਦਾਂ ਪਹੁੰਚ ਜਾਣਗੇ, ਪਰ ਲੋਕ ਪਹੁੰਚ ਜਾਣਗੇ। ਤੇ ਜੇ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਭਗਤੀ ਕਰ ਲਈਏ, ਕਹਿੰਦੇ ਕਿਹੜੀ ਭਗਤੀ? ਬਹੁਤ ਔਖਾ ਕੰਮ, ਕਿਉਂਕਿ ਬੰਦੇ ਦੇ ਅੰਦਰ ਜਿਹੜੀ ਔਗਣਾ ਦੇ ਵੱਲ ਜਿਹੜੀ ਨਾ ਖਿੱਚ ਜ਼ਿਆਦਾ ਵਾ। ਬਿਲਕੁਲ ਸਹੀ ਗੱਲ ਹੈ, ਔਗਣਾ ਵੱਲ ਖਿੱਚ ਉਹ ਮਾਲਕ ਨੇ ਪਾਈ ਹੈ, ਇਹ ਪਰਪਸਲੀ ਪਾਈ ਹੈ ਗੋਰਖੀ ਸਾਹਿਬ, ਬੰਦੇ ਦੀ ਕਸੂਰ ਨਹੀਂ ਹੈ, ਇਹ ਮਾਲਕ ਨੇ ਪਾਈ ਹੈ ਕਿ ਇਹ ਗੇਮ ਹੈ ਮਾਲਕ ਦੀ। ਨੇਜਰ ਸਾਹਿਬ ਜਿੱਦਾਂ ਗੇਮ ਹੀ ਨਹੀਂ ਔਖੀ ਤੇ ਫਿਰ ਖੇਡਣ ਦਾ ਵੀ ਫਾਇਦਾ। ਹਾਂ, ਗੇਮ ਤੇ ਟੱਕਰ ਦੇ ਬਰਾਬਰ ਦੇ ਨਾ ਹੋਣੀ ਚਾਹੀਦੀ, ਮੈਂ ਤੇ ਕਹਿੰਦਾ ਜੀ। ਬਿਲਕੁਲ। ਪਰ ਅਗਲੇ ਬੰਨੇ ਪ੍ਰਮਾਤਮਾ ਨੇ ਗ੍ਰੰਥਾਂ ਦੇ ਵਿੱਚ ਗਿਆਨ ਵੀ ਦਿੱਤਾ ਜੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹ ਨਹੀਂ ਕਿ ਪ੍ਰਮਾਤਮਾ ਇਹ ਗਿਆਨ ਕਿੱਥੋਂ ਆਇਆ? ਇਹ ਪ੍ਰਮਾਤਮਾ ਨੇ ਸਾਰਾ ਪਾਇਆ ਧਰਤੀ ਤੇ, ਪਰ ਇਹ ਪਾਇਆ ਏਦਾਂ ਗੁੰਝਲਦਾਰ ਚ ਕਿ ਬੰਦਾ ਪੜ੍ਹ ਕੇ ਵੀ ਯਕੀਨ ਨਹੀਂ ਕਰਦਾ। ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ, ਮੈਂ ਤੁਹਾਨੂੰ ਮਿਲਾਉਂਦਾ, ਸਵੇਰੇ ਵੇਖੋ ਦਰਬਾਰ ਸਾਹਿਬ ਕਿੱਦਾਂ ਕੀੜਿਆਂ ਨੂੰ ਖਿੱਚੀ ਫਿਰਦੇ ਆ, ਪਰ ਕਿਤੇ ਵਿੱਚ 2 ਲਾਈਨਾਂ ਲਿਖੀਆਂ ਉਹ ਪੜ੍ਹੀਆਂ। ਉਹ ਤਾਂ ਕਹਿੰਦੇ ਪੜ੍ਹ ਗੱਡੇ ਲੱਦੀਏ, ਤੂੰ ਪੜ੍ਹ ਕੇ ਤੇ ਗੱਡੇ ਤੇ ਲੱਦੀ ਜਾਂਦੇ ਆ। ਤੂੰ ਪਤਾ ਕਿੱਥੇ ਵਰਤਦਾ ਗੁਰਬਾਣੀ? ਜਿੱਥੇ ਤੇਰੇ ਹੰਕਾਰ ਦੀ ਪੂਰਤੀ ਹੈ। ਇਹ ਏਦਾਂ ਦੇ ਲੋਕ ਹੈਗੇ ਨੇ ਆਪਣੀ ਨਗੇਸ, ਆਪਣੇ ਨੰਗੇਪਨ ਨੂੰ ਕਵਰ ਕਰਨ ਲਈ ਇਹ ਬਾਣੀ ਦੀਆਂ ਤੁਕਾਂ ਵਰਤਦੇ ਨੇ। ਇਹ ਕਰਦੇ ਆ ਨਾ, ਵੱਡੀ ਲਾਈਨਾਂ ਦੇ ਵਿੱਚ ਇੱਕ ਲਾਈਨ ਕੱਢ ਲੈਂਦੇ ਆ, ਉੱਥੇ ਸ਼ੋਅ ਕਰਦੇ ਆ ਇਹ ਬਾਣੀ ਵਰਤੀ। ਅਸਲ ਚ ਉਹ ਬਾਣੀ ਨਹੀਂ ਤੂੰ ਵਰਤੀ, ਤੂੰ ਬਾਣੀ ਦਾ ਨਿਰਾਦਰ ਕੀਤਾ ਹੈ। ਬਾਣੀ ਤੇ ਜੇ ਤੂੰ ਬਾਣੀ ਨੂੰ ਪੜ੍ਹਨਾ ਚਾਹੁੰਦਾ ਤੇ ਸ਼ੁਰੂ ਪੜ੍ਹ, ਉਹਦੀਆਂ 4-5 ਲਾਈਨਾਂ ਜਿੱਥੋਂ ਸ਼ੁਰੂ ਹੁੰਦੀ ਆ ਆਖਰ ਤੱਕ ਪੜ੍ਹ ਲਾ, ਤੈਨੂੰ ਤੁਕ ਦਾ ਮਤਲਬ ਆਪਣੇ ਆਪ ਹੀ ਸਮਝ ਆ ਜਾਊਗਾ। ਪਰ ਨਹੀਂ, ਇਹ ਕਰਦੇ ਵੀ ਤੁਕ ਕੱਢ ਲੈਂਦੇ ਆ, ਚੋਰੀ ਕਰਦੇ ਆ, ਕੱਢ ਨਹੀਂ ਲੈਂਦੇ, ਚੋਰੀ ਕਰ ਲੈਂਦੇ ਆ। ਚੋਰੀ ਕਰਕੇ ਫਿਰ ਇਹ ਲੋਕਾਂ ਨੂੰ ਕਹਿੰਦੇ ਆ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੈ। ਹਾਂਜੀ ਬਿਲਕੁਲ ਸਹੀ ਹੈ, ਇਸ ਤਰ੍ਹਾਂ ਹੀ ਹੋ ਰਿਹਾ। ਔਰ ਲੋਕੀ ਵਿਸ਼ਵਾਸ ਕਰਦੇ ਨੇ। ਲੋਕ, ਮੈਂ ਦਿੱਲੀੋਂ ਆਇਆ, ਅੱਧੀ ਟ੍ਰੇਨ ਇੱਥੇ ਭਰੀ ਸੀ, ਇਹਨਾਂ ਦੀ ਰਾਹ 'ਚ 2-4 ਡੇਰੇ ਹੈਗੇ ਆ, ਉੱਥੇ ਜਾਣ ਵਾਸਤੇ ਬੈਠੇ ਲੋਕ। ਉਹ ਲੋਕੀ ਉੱਥੇ ਬਿਸਕੁਟ ਪੈਕ ਕਰਕੇ, ਆਈਸਕ੍ਰੀਮਾਂ ਬਣਾ ਕੇ, ਉੱਥੇ ਫਟੀਆਂ ਪੋਚ ਕੇ, ਅਮਰੂਦ ਤੋੜ ਕੇ ਹੀ ਆਪਣੇ ਆਪ ਨੂੰ ਸਮਝਦੇ ਕਿ ਧਾਰਮਿਕ ਹੋ ਗਏ। ਬਿਲਕੁਲ ਬਈ, ਅਸੀਂ ਜਿਹੜਾ ਹੈਗਾ ਬਸ ਅਸੀਂ ਤਾਂ ਜੀ ਬੜੀ ਭਗਤੀ ਕਰਕੇ ਆ ਰਹੇ ਹਾਂ। ਕਿਉਂਕਿ ਸੁਪੀਰੀਅਰ ਕੰਪਲੈਕਸ ਕਰਤਾ ਦਿਮਾਗ 'ਚ, ਇੱਕਦਮ ਪ੍ਰੋਗਰਾਮਿੰਗ ਕੀਤੀ। ਜਦੋਂ ਰੋਜ਼ ਜਿਹੜੀ ਇੱਕ ਬੰਦਾ ਬਕਵਾਸ ਸੁਣੀ ਜਾਂਦਾ, ਤੁਸੀਂ 1-2 ਮਹੀਨੇ ਟੀਵੀ ਤੇ ਕੋਈ ਐਡ ਵੇਖੋ, ਤੁਸੀਂ ਮਾਲ 'ਚ ਗਏ, ਤੁਸੀਂ ਉਸੇ ਚੀਜ਼ ਨੂੰ ਖਰੀਦਣਾ ਜੇ ਜਿਹੜੀ ਤੁਹਾਡੇ ਦਿਮਾਗ 'ਚ ਕਰ ਦਿੱਤੀ ਹੈ, ਪਾ ਦਿੱਤੀ। ਵੇਖੇ ਨੇ 5-6 ਮਿੰਟਾਂ 'ਚ ਮਸ਼ਹੂਰੀ ਰਿਪੀਟ ਹੁੰਦੀ ਆ। ਹੁਣ ਬਾਹਰ ਦੇ ਮੁਲਕ ਅਮਰੀਕਾ ਮੁਲਕਾਂ 'ਚ ਜਾਓ, ਉਹ ਵਿਚਾਰਿਆਂ ਨੂੰ ਕਹੀਏ ਨਾ, ਇੱਥੇ ਮੇਰੇ ਨਾਲ 2-4 ਗੋਰੇ ਸੀ, ਉਹ ਮੈਂ ਕਿਹਾ ਤੇ ਫਰੂਟ ਕੋ ਨਹੀਂ ਖਾ ਲੈਂਦੇ? ਕਹਿੰਦੇ ਨਹੀਂ ਸਿੰਘ, ਉਹਨਾਂ ਫਰੂਟ ਦੇ ਵਿੱਚ ਨਾ ਤਾਕਤ ਉਨੀ ਨਹੀਂ ਹੁੰਦੀ ਜਿੰਨੀ ਟੈਬਲੇਟ 'ਚ ਹੈ। ਇਹ ਟੈਬਲੇਟ 'ਚ ਬਨਾਨਾ ਦੇ ਪੂਰੇ ਤੱਤ ਹੈਗੇ ਨੇ, ਔਰ ਇਹਨਾਂ ਨੇ ਸਾਨੂੰ ਸਮਝਾਇਆ, ਡਾਕਟਰ ਕਹਿੰਦੇ ਕਿ ਤੁਸੀਂ ਖਾਓਗੇ ਨਾ ਤੇ ਤੁਹਾਡੀ ਬੋਡੀ ਹਜਮ ਕਰ ਲੇਗੀ, ਓਦਾਂ ਨਹੀਂ ਹੋਣੇ, ਡਾਇਰੈਕਟ ਨਹੀਂ ਹੋਣੇ। ਨਜਰ ਸਾਹਿਬ ਉਹ ਜਿੱਦਾਂ ਦੀ ਪ੍ਰੋਗਰਾਮਿੰਗ ਕੀਤੀ, ਲੋਕੀ ਵਿਸ਼ਵਾਸ ਕਰਦੇ ਉਸੇ ਤੇ, ਉਸੇ ਤਰ੍ਹਾਂ ਉਹਨਾਂ ਨੇ ਫਿਰ ਉਹ ਸਪਲੀਮੈਂਟ ਫੂਡ ਬਣਾਏ ਨੇ। ਉਹ ਨਹੀਂ ਕਹਿੰਦੇ ਕਿ ਤੁਸੀਂ ਕਣਕ ਤੁਹਾਡੇ ਹੈਗੀ ਆ, ਬਾਰਲੇ ਹੈਗੀ ਆ, ਆਹ ਚੀਜ਼ ਖਾ ਲਓ, ਆਹ ਫਲਾਨਾ ਫਰੂਟ ਖਾ ਲਓ, ਜਾਂ ਫਲਾਨਾ ਡਰਾਈ ਫਰੂਟ ਖਾ ਲਓ। ਨਹੀਂ, ਉਹਨਾਂ ਦੇ ਤੱਤ ਕੱਢ ਕੇ ਦਵਾਈ 'ਚ ਪਾਏ, ਤੁਸੀਂ ਦਵਾਈ ਖਾਓ। ਆਪ ਜਸਟ ਸੋਚੋ, ਨਿੱਕੀ ਜੀ ਗੋਲੀ 'ਚ ਕਿੰਨੇ ਕੁ ਕੇਲੇ ਪੈ ਜਾਣੇ ਨਿਜਰ ਸਾਹਿਬ? ਨਿੱਕੀ ਜੀ ਗੋਲੀ ਉਹ 'ਚ ਕਿੰਨੇ ਕੁ ਤੁਸੀਂ ਅਰਕ ਕੱਢੋ ਕੇਲਿਆਂ ਦਾ, ਕਿੰਨਾ ਕਰਕੇ ਕੱਢ ਲੋਗੇ? ਪਰ ਉਹ ਕਹਿੰਦੇ ਆ ਕਿ 3 ਕੇਲਿਆਂ ਦਾ ਪਾਈ ਹੈ ਸ਼ਕਤੀ, ਖਾ ਲਓ ਕੇਲੇ ਖਾਣ ਦੀ ਲੋੜ ਨਹੀਂ, ਗੋਲੀ ਖਾਓਗਾ। ਅੱਛਾ, ਇੱਕ ਚੀਜ਼ ਨੂੰ ਆਪ ਸਮਝੋ ਪਲੀਜ਼, ਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਲੋਕੀ ਨਕਲੀ ਕੇਲੇ ਵੇਚਦੇ ਆ। ਉਹ ਕਹਿੰਦੇ ਨੇ ਕਿ 5-6 ਕੇਲਿਆਂ ਦਾ ਜਿਹੜਾ ਤੱਤ ਹੈਗਾ ਨਾ, ਅਸੀਂ ਇੱਥੇ ਪਾਤਾ ਤੇ ਤੁਸੀਂ ਖਾ ਲਓ, ਔਰ ਲੋਕੀ ਛਕੀ ਜਾਂਦੇ ਨੇ। ਉਹ ਵੀ ਕੁਐਸਚਨ ਨਹੀਂ ਕਰਦੇ। ਬਾਣੀ ਕਹਿੰਦੀ ਤੂੰ ਕੁਐਸਚਨ ਕਰ ਬਈ, 7-8 ਦਿਨਾਂ ਬਾਅਦ ਸਵਾਲ ਕਰਨਾ ਤੂੰ। ਤੇ ਕੇਲੇ ਖਾਦੇ ਆ ਨਾ, ਰੋਜ਼ ਦੀ ਸ਼ਕਤੀ ਲਈ ਕੀ ਖਾਣਾ, ਬਦਾਮ ਖਾਣਾ, ਤੇ 8-9 ਦਿਨਾਂ ਬਾਅਦ ਪੁੱਛਣਾ ਵਾ ਤੂੰ, ਤੇਰੀ ਬੋਡੀ 'ਚ ਅਸਰ ਹੋਣਾ ਚਾਹੀਦਾ। ਗੋਰਖੀ ਸਾਹਿਬ 20-20 40-40 ਸਾਲ ਹੋ ਗਏ ਆ ਉਹੀ ਕੁਛ ਕਰਦਿਆਂ ਨੂੰ, ਜਰਾ ਅਸਰ ਤਾਂ ਜਰਾ ਵੀ ਨਹੀਂ ਦਿਖ ਰਿਹਾ, ਹੋਰ ਜਰਾ ਨੁਕਸਾਨ ਜ਼ਰੂਰ ਦਿਖ ਰਿਹਾ। ਤੇ ਲੋਕੀ ਤਾਂ ਕਰਦੇ ਨੇ ਦੁਕਾਨਾਂ 'ਚ। ਮੈਂ ਉੱਧਰ ਗਿਆ ਵਾਂ, ਖਜ਼ਾਨੇ ਵਾਲੇ ਗੇਟ ਤੇ ਹਰ ਕਿਨੇ ਤੇ ਫੋਟੋ ਲਾਈ ਬਾਬਿਆਂ ਦੀ, ਇਹਨਾਂ ਦੀ। ਤੇ ਮੈਨੂੰ ਤੇ ਲੱਗਦਾ ਤੇ ਨਹੀਂ ਉਹਨਾਂ ਦੀਆਂ ਹਰਕਤਾਂ ਵੀ ਵਧੀਆ ਹੋਣਗੀਆਂ, ਬਸ ਉਹ ਸਜਾਇਆ ਵਾ, ਆਪਣੇ ਆਪ ਨੂੰ ਸ਼ੋਅ ਕਰਦੇ ਆ ਕਿ ਅਸੀਂ ਧਾਰਮਿਕ ਹੈਗੇ। ਕਿਉਂਕਿ ਲੋਕੀ ਗਾਹਕ ਵੀ ਆ ਜਾਂਦੇ ਨਾ ਫੋਟੋ ਵੇਖ ਕੇ ਨੇ, ਜਿੱਦਾਂ ਬਿਲਕੁਲ ਆ ਜਾਂਦੇ।
ਇਹ ਵੀ ਬੜੀ ਗੇਮ ਜੀ। ਅੱਛਾ ਠੀਕ ਹੈ, ਹੁਣ ਇੱਥੇ ਚੀਜ਼ ਨੂੰ ਆਪ ਸਮਝੋ। ਹੁਣ ਕਹਿੰਦੇ ਇੱਥੇ ਨਾ ਸਿੰਬਲ ਰੁੱਖ ਦੀ ਗੱਲ ਕਰਦੇ ਆ। ਸਿੰਬਲ ਰੁੱਖ ਨਾ ਸਾਡੇ ਕੰਪਨੀ ਬਾਗ 'ਚ ਹੈਗੇ ਨੇ, ਬੜੇ ਬੜੇ ਵੱਡੇ ਰੁੱਖ ਨੇ, ਬਹੁਤ ਵੱਡੇ, ਪਿੱਪਲ ਬੁੱਢ ਤੋਂ ਵੀ ਵੱਡੇ, ਅੱਡੇ ਅੱਡੇ ਤਣੇ, ਕਮਰੇ ਜਿਹੜੇ ਨਾਲ ਤਣੇ ਚੋੜੇ ਆ। ਪਰ ਫਲ ਜਿਹੜਾ ਨਾ ਉਹਨਾਂ ਨੂੰ ਇੱਕਦਮ ਬਕਵਾਸ ਜਿਹਾ ਫਲ ਲੱਗਦਾ ਹੈ, ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਕੋਈ ਜਾਨਵਰ ਆਉਂਦਾ ਵੀ ਹੈ ਨਾ ਤੇ ਨਿਰਾਸ਼ਾ ਹੀ ਜਾਂਦਾ ਹੈ। ਉਸੇ ਤਰ੍ਹਾਂ ਕਈ ਲੋਕ ਵੱਡੀਆਂ ਵੱਡੀਆਂ ਦੁਕਾਨਾਂ ਪਾ ਕੇ ਬੈਠੇ ਨੇ, ਕੋਈ ਧਾਰਮਿਕ ਸੰਤ ਬਣੇ ਨੇ, ਕੋਈ ਪਖੰਡੀ ਬਣੇ ਨੇ, ਜੋ ਵੀ ਬਣੇ ਨੇ, ਉਹ ਕੇਵਲ ਸਿੰਬਲ ਦੇ ਰੁੱਖ ਨੇ। ਬਿਲਕੁਲ ਸਹੀ ਗੱਲ ਹੈ, ਬਹੁਤ ਵੱਡੇ ਨੇ, ਪਰ ਲੋਕੀ ਵਿਚਾਰੇ ਬੈਠੇ ਰਹਿੰਦੇ ਉਹਨਾਂ ਦੀ ਛਾਂ ਥੱਲੇ, ਕਿਉਂਕਿ ਉਹ ਕਹਿੰਦੇ ਨੇ ਬਈ ਕਿੱਡਾ ਵੱਡਾ ਰੁੱਖ ਆ। ਉਹ ਰੁੱਖ ਨੂੰ ਸਿਰ 'ਚ ਮਾਰਨਾ, ਉਹਦੇ ਨਾਲ ਤੇ ਇੱਕ ਆ ਜਿਹੜਾ ਅਮਰੂਦਾਂ ਦਾ ਰੁੱਖ ਚੰਗਾ ਜਿਹਨੂੰ ਫਲ ਲੱਗਦਾ। ਤੁਸੀਂ ਸਾਈਜ਼ ਤੇ ਨਾ ਜਾਓ, ਤੁਸੀਂ ਵੇਖੋ ਕੋਈ ਤੇ ਪੱਲੇ ਕੀ ਆ, ਗੁਣ ਕੀ ਹੈਗਾ। ਆਪਾਂ ਜੇ ਗੁਣ ਵੇਖੀ ਤੇ ਨਿੱਕਾ ਜਿਹਾ ਅਮਰੂਦ ਦਾ ਰੁੱਖ, ਉਹ 2 ਸੀਜ਼ਨ 'ਚ ਫਲ ਦਿੰਦਾ ਸਾਨੂੰ, ਤੇ ਕੀਮਤ ਕਿਹਦੀ ਆ? ਪਰ ਉਹਨੂੰ ਚੱਟਣਾ ਆਪਾਂ ਸਿੰਬਲ ਦੇ ਰੁੱਖ ਨੂੰ, ਜਿਹਨੇ ਦੇਣਾ ਹੀ ਕੁਛ ਨਹੀਂ। ਬਿਲਕੁਲ। ਪਰ ਜੇ ਕੋਈ ਦਿੰਦਾ ਵੀ ਆ, ਉਹ ਕਹਿੰਦੇ ਕਿ ਉਹਦੇ ਦੁਆਰਾ ਦਿੱਤਾ ਗਿਆਨ ਕੇਵਲ ਉਹਦੇ ਏਦਾਂ ਦੇ ਫਲ ਨੇ ਕਿ ਜੇ ਉਹਦੇ ਤੋਤੇ ਦੀ ਚੁੰਝ ਵਿੱਚ ਫਸ ਗਈ ਤੇ ਉਹਦੀ ਚੁੰਝ ਨਹੀਂ ਜੋ ਵਿੱਚੋਂ ਨਿਕਲਣੀ। ਨਾ, ਨਹੀਂ ਨਿਕਲਦੀ ਗੋਰਖੀ ਸਾਹਿਬ, ਬਿਲਕੁਲ ਨਹੀਂ ਨਿਕਲਦੀ। ਮੈਂ ਪ੍ਰੈਕਟੀਕਲੀ ਦੇਖਿਆ, ਨਹੀਂ ਨਿਕਲਦੀ ਚੁੰਝ ਉਹਦੇ ਵਿੱਚ। ਹਾਂ, ਤੇ ਇਸੇ ਤਰ੍ਹਾਂ ਇਹਦੇ ਸਿੰਬਲ ਦੇ ਰੁੱਖ ਹੈਗੇ ਨੇ, ਜਿਹੜੇ ਸੰਤ ਨੇ ਬਣੇ, ਬਾਬੇ ਬਣੇ ਨੇ, ਇਹਨਾਂ ਦੇ ਲੋਕ ਜਿਹੜੇ ਵੀ ਚਲੇ ਚੱਲ ਜਾਂਦੇ ਤੇ ਇਹਨਾਂ ਦੀ ਚੁੰਝਾਂ ਤੇ ਫਸ ਜਾਂਦੀਆਂ ਨੇ, ਉਹਨਾਂ ਦੇ ਫਲਾਂ ਦੇ ਵਿੱਚ ਨਹੀਂ ਨਿਕਲਦੇ। ਉੱਥੋਂ ਤੇ ਨਿਕਲ ਨਹੀਂ ਸਕਦੇ, ਤੁਸੀਂ ਗੁਲਾਮ ਹੋ ਗਏ। ਉਹਨਾਂ ਦੀ ਚੁੰਝ ਨਾ ਨਿਕਲੇ ਤੇ ਕੋਈ ਗੱਲ ਨਹੀਂ ਗੋਰਖੀ ਸਾਹਿਬ, ਇਹ ਤਾਂ ਬਾਬੇ ਜਿਹੜੇ ਆ ਨਾ, ਇਹ ਮੈਜੋਰਟੀ ਦੀ ਚੁੰਝ ਜਿਹੜੀ ਫਸਾ ਦਿੰਦੇ ਆ ਨਾ, ਮੈਜੋਰਟੀ ਨੂੰ ਜਿਹੜਾ ਨੁਕਸਾਨ ਕਰਦੇ ਆ, ਉਹ ਬਹੁਤ ਖਤਰਨਾਕ ਹੈ। ਨਿੱਜਰ ਸਾਹਿਬ ਜਿਹੜਾ ਉਹਨਾਂ ਕੋਲ ਗਿਆ, ਉਹਦੀ ਚੁੰਝ ਵੀ ਫਸ ਜਾਣੀ ਉੱਥੇ। ਬਿਲਕੁਲ, ਉਹੀ ਕਹਿ ਰਿਹਾ ਨਾ। ਪਰ ਕਿਉਂ? ਉਹ ਸਿੰਬਲ ਦਾ ਰੁੱਖ ਹਉਮੈ ਕਿੱਡੀ ਵੱਡੀ ਆ। ਉਹ ਜੀ ਵੇਖੋ ਜੀ, ਕਰੋੜਾਂ ਬੰਦੇ ਸਤਸੰਗ ਸੁਣਦੇ ਆ, ਉਹ ਭੋਲੇ ਸੁਣਦੇ ਆ, ਅਸੀਂ ਮਨਾ ਥੋੜੀ ਕਰਨੇ ਆ, ਪਰ ਪ੍ਰਾਪਤੀ ਕੀ ਆ? ਸਿੰਬਲ ਦੇ ਫਲ ਗਏ ਜੋ ਜਿੱਥੇ ਚੁੰਝ ਤੁਹਾਡੀ ਫਸੀ ਪਈ ਆ, ਕੇਵਲ ਹੰਕਾਰ। ਉਹ ਅੰਬ ਵਾਂਗੂ ਦਿਖਦਾ ਤੇ ਹੈ, ਪਰ ਉਹ ਚ ਗੁਣ ਕੋਈ ਨਹੀਂ, ਨਾ ਤੁਹਾਡਾ ਢਿੱਡ ਭਰਨਾ ਉਹਦੇ ਨਾਲ। ਬਿਲਕੁਲ ਸਹੀ ਗੱਲ ਹੈ। ਅੱਕ ਦੀਆਂ ਵੇਖੀਆਂ, ਅੱਕ ਦੀਆਂ ਉਹ ਡੋਡੀਆਂ ਜੀ ਲੱਗੀਆਂ ਹੁੰਦੀਆਂ, ਵੇਖਣ ਨੂੰ ਅੰਬ ਵਾਂਗੂ ਲੱਗਦੀਆਂ ਨੇ, ਪਰ ਉਹ ਫਲ ਦਾ ਫਾਇਦਾ ਕੀ ਤੁਹਾਨੂੰ? ਬਿਲਕੁਲ ਸਹੀ ਗੱਲ ਹੈ। ਢਿੱਡ ਭਰੂ, ਤੁਹਾਡਾ ਢਿੱਡ ਭਰੂਗਾ ਨਹੀਂ। ਸੋ ਇਹੋ ਚੀਜ਼ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਦੇਖੀ ਨਾ ਏਦਾਂ ਦਾ ਕੰਮ ਕਰੋ ਪਲੀਜ਼। ਫਿਰ ਉਹ ਕਹਿੰਦੇ ਨੇ ਹੁਣ ਇਹ ਹਾਂਜੀ ਨੀਰਜ ਸਾਹਿਬ ਅੱਗੇ ਬੋਲੋ। ਹਾਂ, ਆਖਰੀ ਲਾਈਨ ਜਿਹੜੀ ਤੁਸੀਂ ਪਹਿਲਾਂ ਹੀ ਉਹਦਾ ਅਰਥ ਕਰ ਚੁੱਕੇ ਹੋ, ਉਹ ਕਹਿੰਦੇ ਹਰ ਪਇਓ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਈ। ਕਹਿੰਦੇ ਭਾਈ ਦੇਖ, ਆਪਣਾ ਹੰਕਾਰ, ਆਪਣੀ ਹਉਮੈ ਜਿਹੜੀ ਹੈਗੀ, ਖਾਲੀ ਆਪਣੀ ਹਉਮੈ ਨੂੰ ਪੱਠੇ ਪਾਈ ਜਾ ਰਿਹਾ ਹੈ ਤੂੰ। ਸਮਾਂ ਚਲੇ ਜਾਣਾ ਹੈ ਤੇਰੇ ਕੋਲੋਂ, ਤੂੰ ਤਾਂ ਹਾਥੀ ਬਣਿਆ ਹੋਇਆ ਹੈ। ਉਹ ਪਰਮਾਤਮਾ ਜਿਹੜਾ ਹੈਗਾ, ਉਹ ਤਾਂ ਹੈਗਾ ਖੰਡ, ਔਰ ਖੰਡ ਵੀ ਐਸੀ ਹੈ ਕਿ ਰੇਤ ਦੇ ਵਿੱਚ ਜਿਹੜੀ ਹੈਗੀ ਬਿਖਰੀ ਹੋਈ ਆ, ਰੇਤ ਦੇ ਵਿੱਚੋਂ ਖੰਡ ਚੁਗਣੀ ਆ। ਚਾਰੋਂ ਪਾਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ, ਇਹ ਲਿਪਟੇ ਹੋਏ ਆ। ਇਹਨਾਂ ਦੇ ਵਿਚਾਲੇ ਕਿ ਕਿਤੇ ਜਿਹੜਾ ਹੈਗਾ ਉਹ ਅੰਮ੍ਰਿਤ ਹੈਗਾ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪੱਥਰ ਹਟਾਵਾਂਗੇ ਤਾਂ ਅੰਮ੍ਰਿਤ ਤੱਕ ਪਹੁੰਚਾਂਗੇ ਆਪਾਂ। ਰੇਤਾ ਦੇ ਵਿੱਚੋਂ ਖੰਡ ਚੁਗਣੀ ਆ, ਔਰ ਜਿਹੜਾ ਹਾਥੀ ਚੁਗ ਸਕਦਾ, ਹਾਥੀ ਤਾਂ ਪੂਰੀ ਸੁੰਡ ਦੇ ਨਾਲ ਸਾਰਾ ਰੇਤਾ ਇਕੱਠਾ ਕਰ ਲੂਗਾ। ਔਰ ਕੀੜੀ ਨੂੰ ਕਹਿ ਦਿਓ 1 ਸੈਕਿੰਡ 'ਚ ਚੁੱਕ ਕੇ ਇੱਕ ਦਾਣਾ ਤੁਹਾਡਾ ਜਿਹੜਾ ਹੈਗਾ, ਇੱਕ ਦਾਣਾ ਵੀ ਲੱਭ ਕੇ ਦਿਖਾ ਦਿਓ ਰੇਤੇ ਤੋਂ, ਇੱਕ ਦਾਣਾ ਵੀ ਨਹੀਂ ਛੱਡਦੀ ਕੀੜੀ। ਹਰ ਪਇਓ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਈ। ਜੇ ਹਾਥੀ ਰਹੇਗਾ, ਜੇ ਹੰਕਾਰੀ ਰਹੇਗਾ, ਜੇ ਹਉਮੈ ਦੇ ਨਾਲ ਭਰਿਆ ਰਹੇਗਾ, ਤੇ ਕੁਛ ਵੀ ਨਹੀਂ ਲੱਭ ਸਕਦਾ ਤੈਨੂੰ ਪਾਏ। ਭਗਤੀ ਦੇ ਵਿੱਚੋਂ ਵੀ ਕੁਛ ਨਹੀਂ ਲੱਭ ਸਕੇਗਾ। ਕਹਿ ਕਮੀਰ ਕੁੱਲ ਜਾਤ ਪਾਤ ਤਜ, ਚੀਟੀ ਹੋਏ ਚੁਨ ਖਾਈ। ਹੁਣ ਇੱਥੇ ਜਿਹੜਾ ਹੈਗਾ, ਕਹਿੰਦੇ ਜੀ ਇੱਥੇ ਜਿਹੜੇ ਹੈ ਨਾ, ਮਹਾਰਾਜ ਨੇ ਥੋੜ੍ਹੀ ਜਿਹੀ ਜਿਹੜੀ ਹੈ ਨਾ, ਇੱਥੇ ਕਬੀਰ ਦੀ ਜਗ੍ਹਾ ਕਮੀਰ ਲਿਖ ਦਿੱਤਾ। ਜਿਹੜਾ ਹੈਗਾ ਇਹ ਨਾ ਥੋੜ੍ਹਾ ਲਿਖਣ ਦੇ ਵਿੱਚ ਜਿਹੜੀ ਮਿਸਟੇਕ ਹੋ ਗਈ ਆ, ਉਹ ਭਾਈ ਮਿਸਟੇਕ ਨਹੀਂ ਹੋਈ, ਕਬੀਰ ਜੀ ਨੇ ਕਮੀਰ ਲਿਖਿਆ। ਕਹਿੰਦੇ ਮੈਂ ਕਬੀਰ ਨਹੀਂ ਹੈਗਾ। ਕਬੀਰ ਕਹਿੰਦੇ ਵੱਡੇ ਨੂੰ, ਕਬੀਰ ਕਹਿੰਦੇ ਕਬੀਰ ਪਰਮਾਤਮਾ ਨੂੰ ਕਹਿੰਦੇ ਆ। ਕਬੀਰ ਤੂੰ ਕਬੀਰਾ ਤੂੰ, ਤੇਰਾ ਨਾਮ ਕਬੀਰ। ਕਹਿੰਦੇ ਕਹਿ ਕਮੀਰ, ਕਹਿੰਦੇ ਮੈਂ ਤਾਂ ਬਹੁਤ ਕਮੀਰ ਹੈਗਾ ਆ, ਕਮੀਆਂ ਵਾਲਾ ਆ, ਮੈਂ ਤਾਂ ਬਹੁਤ ਕਮੀਨਾ ਹੈਗਾ। ਕਹਿ ਕਮੀਰ ਕੁੱਲ ਜਾਤ ਪਾਤ ਤਜ, ਕਹਿੰਦੇ ਮੇਰਾ ਕੋਈ ਕੁੱਲ ਨਹੀਂ ਹੈ, ਮੇਰੀ ਕੋਈ ਜਾਤ ਨਹੀਂ ਹੈ, ਮੇਰੀ ਕੋਈ ਪਾਤ ਨਹੀਂ ਹੈਗੀ, ਸਾਰਾ ਛੱਡ ਦਿੱਤਾ ਮੈਂ। ਚੀਟੀ ਹੋਏ ਚੁਨ ਖਾਈ, ਚੀਟੀ ਬਣ ਗਿਆ ਮੈਂ ਤਾਂ, ਨੀਵਾਂ ਹੋ ਗਿਆ ਸਭ ਤੋਂ, ਕੀੜੀ ਬਣ ਗਿਆ, ਮੇਰਾ ਕੁਛ ਨਹੀਂ ਹੈਗਾ, ਮੈਂ ਕੁਛ ਨਹੀਂ ਹੈਗਾ। ਤਾਂ ਮੈਂ ਇਹ ਭਗਤੀ ਜਿਹੜੀ ਹੈਗੀ, ਭਗਤੀ ਮਾਰਗ 'ਤੇ ਚੱਲ ਕੇ ਔਰ ਉਹ ਜਿਹੜਾ ਹੈ ਆਪਣਾ ਜੀਵਨ ਸਫਲ ਕਰ ਸਕਦਾ।
ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਨੇ ਉੱਪਰ ਤੁਕ ਵੇਖੋ, ਕਹਿੰਦੇ ਹਰ ਭਿਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੁਣ ਨਾ ਜਾਏ। ਹਾਂ ਹੁਣ ਕਹਿੰਦੇ ਕਿ ਜਿਹੜਾ ਅੰਮ੍ਰਿਤ ਆ ਉਹ ਰੇਤਾ ਦੇ ਵਿੱਚ ਜਿੱਦਾਂ ਖੰਡ ਖਿਲਰੀ ਹੁੰਦੀ ਆ, ਉਹਨੂੰ ਚੂਰਾ ਖੰਡ ਕਹਿੰਦੇ ਨਾ ਆਪਾਂ। ਬਿਲਕੁਲ। ਕਿੰਨੀ ਬਰੀਕ ਆ ਚੂਰਾ ਖੰਡ। ਹਾਥੀ ਕੀ ਆ, ਉਹ ਤੇ ਹਾਥੀ ਨਾਲ ਸਮਝਾਉਂਦੇ, ਅਸੀਂ ਨਹੀਂ ਕੱਢ ਸਕਦੇ ਉਹਦੇ ਚੋਂ। ਬਿਲਕੁਲ ਨਹੀਂ ਕੱਢ ਸਕਦੇ। ਤੇ ਉਹ ਕਹਿੰਦੇ ਆ ਕਿ ਕਹਿਣ ਤੋਂ ਭਾਵ ਹੈ ਕਿ ਤੇਰਾ ਜੀਵਨ ਜਿਹੜਾ ਹੈਗਾ ਇੱਥੇ ਅੰਮ੍ਰਿਤ ਵੀ ਹੈਗਾ, ਤੇ ਜੇ ਤੂੰ ਸਧਾਰਨ ਬੁੱਧੀ ਨਾਲ ਕੱਢਣ ਦੀ ਕੋਸ਼ਿਸ਼ ਕਰੇਗਾ ਫਿਰ ਤੇ ਹਾਥੀ ਕੱਢਣ ਦੇ ਆਈ ਰੇਤਾ ਚੋਂ ਖੰਡ। ਉਹ ਨਹੀਂ ਜੋ ਕੰਮ ਹੋਣਾ। ਇਸ ਲਈ ਤੈਨੂੰ ਵਿਵੇਕ ਬੁੱਧੀ ਚਾਹੀਦੀ ਹੈ ਨਿੱਜਾ ਸਾਹਿਬ। ਬਿਲਕੁਲ। ਤੈਨੂੰ ਗਿਆਨ ਦੀਆਂ ਅੱਖਾਂ ਚਾਹੀਦੀਆਂ ਨੇ। ਔਰ ਗਿਆਨ ਦੀਆਂ ਅੱਖਾਂ ਕਿੱਥੋਂ ਤੁਹਾਨੂੰ ਲੱਗਣਗੀਆਂ? ਕਿਤਾਬਾਂ ਚੋਂ, ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਨਹੀਂ ਪਤਾ ਲੱਗਣਾ। ਸੰਗਤ ਕਰਨੀ ਪਊਗੀ, ਸੰਗਤ ਕਰਨੀ ਪਊਗੀ। ਸੰਗਤ ਦੇ ਵਿੱਚ ਪਰਮਾਤਮਾ ਹੀ ਤੇ ਬੋਲਦਾ, ਬੰਦਾ ਥੋੜੀ ਬੋਲਦਾ। ਸੱਚੀ ਸੰਗਤ ਜਿੱਥੇ ਹੈਗੀ ਉੱਥੇ ਪਰਮਾਤਮਾ ਹੀ ਬੋਲਿਆ ਹੈ, ਬੰਦਾ ਕਦੇ ਨਹੀਂ ਬੋਲਿਆ। ਬੰਦਾ ਕੇਵਲ ਇੱਕ ਬਾਂਸਰੀ ਦਾ ਕੰਮ ਕਰਦਾ ਹੈ। ਬਾਂਸਰੀ ਦੇ ਵਿੱਚ ਕੇਵਲ ਹਵਾ ਜਾ ਰਹੀ ਹੈ, ਆਵਾਜ਼ ਆ ਰਹੀ ਹੈ, ਬੰਸਰੀ ਕੁਛ ਨਹੀਂ ਕਰ ਰਹੀ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਹੈ। ਇਹ ਚੀਜ਼ ਸਿੱਖੋ, ਇਹ ਚੀਜ਼ ਦੇਖੋ। ਇੱਥੇ ਜੋ ਕਬੀਰ ਜੀ ਬੋਲਣਾ ਚਾਹੁੰਦੇ ਸੀ ਉਹ ਕਬੀਰ ਜੀ ਹੀ ਬੋਲ ਰਹੇ ਨੇ। ਅਸੀਂ ਸਾਨੂੰ ਨਾ ਦੇਖੋ ਕहीं ਚਰਨਜੀਤ ਤੇ ਨਿੱਜਾ ਸਾਹਿਬ ਬੋਲ ਰਹੇ ਆ। ਅਸਲ ਦੇ ਵਿੱਚ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਬਾਣੀ ਦਾ ਉਚਾਰਨ ਕੀਤਾ ਹੈ, ਉਹਨਾਂ ਦਾ ਸੰਦੇਸ਼ ਕੀ ਸੀ? ਉਹਨੂੰ ਜੈਥੇ ਨੂੰ ਤੈਸੇ ਦੇ ਰੂਪ ਚ ਪ੍ਰਗਟ ਕਰਨਾ ਹੀ ਕਥਾਵਾਚਕ ਦਾ ਕੰਮ ਹੈ। ਪਰ ਕਥਾਵਾਚਕ ਆਪਣੀ ਡਿਊਟੀ ਕਰਦਾ ਨਹੀਂ ਆ। ਜੇ ਜੈਸੇ ਨੂੰ ਤੈਸੇ ਦੇ ਰੂਪ ਚ ਪ੍ਰਗਟ ਕਰੂਗਾ ਤੇ ਫਿਰ ਉਹਨੂੰ ਉਹਦੇ ਮਗਰ ਭੀੜ ਨਹੀਂ ਲੱਗ ਸਕਦੀ। ਉਹਨੂੰ ਸ਼ਬਦ ਸੁਣ ਕੇ ਲੋਕੀ ਕਹਿੰਦੇ ਹਾਂ ਉਹਦੀ ਆਮਦਨ ਕਿੱਥੋਂ ਆਊਗੀ ਗੋਰਖੀ ਸਾਹਿਬ? ਬੜਾ ਔਖਾ ਕੰਮ ਫਿਰ। ਪਰ ਕੰਮ ਤੇ ਇੱਕੋ ਹੀ ਹੈ, ਜਾਂ ਕੋਲੇ ਲੈ ਲਓ ਤੇ ਜਾਂ ਚੰਦਨ ਰੱਖ ਲਓ। ਉਹ ਤੁਹਾਡੀ ਮਰਜ਼ੀ ਹੈ, ਠੀਕ ਹੈ। ਕੀਮਤ ਤੁਹਾਡੀ ਆ, ਤੁਸੀਂ ਲੈਣੀ ਜਾਂ ਨਹੀਂ ਲੈਣੀ। ਸਸਤਾ ਮਾਲ ਵੀ ਵੇਚ ਸਕਦੇ ਜੋ। ਹੁਣ ਮੇਰੇ ਕੋਲ ਕੋਈ ਪਲਾਟ ਆ, ਮੈਂ ਇੱਥੇ 2000 ਰੁਪਏ ਗਜ ਨੂੰ ਵੇਚਦਾ, ਪਰ ਉਹ ਪਲਾਟ 50,000 ਦਾ ਹੋਵੇ ਗਜ। ਮੈਨੂੰ ਸਸਤੇ ਵਿੱਚ ਤਾਂ ਕੋਈ ਰੋਕ ਥੋੜੀ ਸਕਦਾ। ਨਿੱਜਾ ਸਾਹਿਬ ਰੋਕ ਸਕਦੇ ਤੁਸੀਂ ਮੈਨੂੰ? ਬਿਲਕੁਲ ਨਹੀਂ ਰੋਕ ਸਕਦੇ। ਇਸੇ ਤਰ੍ਹਾਂ ਹੀ ਆ, ਤੁਸੀਂ ਆਪਣੇ ਜੀਵਨ ਨੂੰ ਕਿੱਥੇ ਵੇਚਣ ਦੇ ਜੋ, ਇਹ ਤੁਹਾਡੀ ਮਰਜ਼ੀ ਆ। ਭਾਵੇਂ ਕੋਲੇ ਬਣਾ ਲਓ, ਮੇਰੇ ਵੱਲੋਂ ਕਾਮ ਦੇ ਬਣਾ ਲਓ, ਕ੍ਰੋਧ ਦੇ ਬਣਾ ਲਓ, ਲੋਭ ਦੇ ਬਣਾ ਲਓ, ਮੋਹ ਦੇ ਬਣਾ ਲਓ। ਉਹ ਮੈਨੂੰ ਕੀ ਮਿਲਣਾ ਇਹ ਚੋਂ? ਜਾਂ ਨਿੱਜਰ ਸਾਹਿਬ ਨੂੰ ਕੀ ਮਿਲੂਗਾ? ਨਿੱਜਰ ਸਾਹਿਬ ਬਿਲਕੁਲ। ਤੁਸੀਂ ਵੱਧ ਵੱਟ ਲਓਗੇ, ਚੰਦਨ ਵੇਚ ਦੋਗੇ ਤੇ ਤੁਸੀਂ ਸਾਡੇ ਘਰ ਭੇਜ ਦੋਗੇ 2-4 ਬੋਰੀਆਂ ਪੈਸਿਆਂ ਦੀਆਂ? ਨਹੀਂ ਭੇਜੋਗੇ। ਹਾਂ, ਪਰ ਇੱਥੇ ਬਾਣੀ ਤੇ ਆਪੋ ਸਮਝਾਉਂਦੀ ਕਿ ਤੂੰ ਜੇ ਵਪਾਰੀ ਬਣਿਆ ਤੇ ਸਾਫ਼ ਸੁਥਰਾ ਵਪਾਰੀ ਬਣ। ਇੱਥੋਂ ਅੰਮ੍ਰਿਤ ਕੱਢਣਾ ਹੀ ਤੂੰ। ਜਿੱਦਾਂ ਕੀੜੀ ਕੱਢ ਲੈਂਦੀ ਨਾ ਰੇਤਾ ਦੇ ਵਿੱਚੋਂ ਦਾਣੇ ਲੱਭ ਲੱਭ ਕੇ, ਇਸੇ ਤਰ੍ਹਾਂ ਚੰਗਿਆਈ ਨੂੰ ਇਕੱਠੀ ਕਰ, ਬੁਰਾਈ ਦਾ ਤਿਆਗ ਕਰ। ਸਾਡੇ ਤੋਂ ਜਾਨਵਰ ਜ਼ਿਆਦਾ ਸਿਆਣੇ ਜੋ। ਤੁਸੀਂ ਨਕਲੀ ਮੋਤੀ ਦੋ ਉਹਨੂੰ, ਹੰਸ ਨੂੰ ਖਾਂਦਾ ਹੈ, ਨਾਲ ਨਕਲੀਆਂ ਦੇ ਨਾਲ ਅਸਲੀ ਰਲਾਓ। ਸਾਡੇ ਤੋਂ ਜ਼ਿਆਦਾ ਦਿਮਾਗ ਜਾਨਵਰਾਂ ਦਾ ਹੈਗਾ, ਪੰਛੀਆਂ ਦਾ ਹੈਗਾ ਜੀ, ਹਰ ਕੀੜੀਆਂ ਮਕੌੜਿਆਂ ਦਾ ਹੈਗਾ ਜੀ। ਪਰ ਅਸੀਂ, ਸਾਡੇ ਕੋਲ ਸਾਰੀਆਂ ਇੰਦਰੀਆਂ, ਵਧੀਆ ਤੋਂ ਵਧੀਆ ਗਿਆਨ, ਪਰ ਅਸੀਂ ਫਿਰ ਵੀ ਐਸਾ ਕੰਮ ਕਰਦੇ ਹਾਂ ਇੱਕਦਮ ਨਖਿੱਧ ਕੰਮ। ਪੰਛੀ ਜਾਂਦੇ ਨੇ, ਦੇਖੋ ਰਿਜ਼ਕ ਜਿਹੜਾ ਪ੍ਰਮਾਤਮਾ ਨੇ ਦੇਣਾ ਜੇ। ਦੇਖ ਲਓ ਪੰਛੀ ਰਾਤ ਨੂੰ ਜਾਂਦੇ, ਖੁਸ਼ ਹੋ ਕੇ ਜਾਂਦੇ, ਘਰਾਂ ਨੂੰ ਜਾਂਦੇ, ਕੋਈ ਪੈਲੀ ਨਹੀਂ, ਕੋਈ ਜ਼ਮੀਨ ਨਹੀਂ, ਕਿਤੇ ਠੇਕਾ ਨਹੀਂ ਲਿਆ, ਕੋਈ ਗੱਲ ਨਹੀਂ, ਬਾਤ ਨਹੀਂ। ਸਵੇਰੇ ਉੱਠਦੇ ਨੇ, ਉਹਨਾਂ ਨੂੰ ਰੱਬ ਦਾ ਆਸਰਾ ਹੈ। ਕਹਿੰਦੇ ਆ ਕਿ ਪੱਲੇ ਰਿਜ਼ਕ ਨਾ ਬੰਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਵੱਕਾ ਰੱਬ ਦਾ ਤੇ ਉਹਨੂੰ ਰਿਜ਼ਕ ਹਮੇਸ਼ਾ। ਜਦੋਂ ਸਾਨੂੰ ਪ੍ਰਮਾਤਮਾ ਦੇ ਉੱਤੇ ਉਹ ਮਤਲਬ ਵਿਸ਼ਵਾਸ ਆ ਜਾਂਦਾ ਹੈ ਤੇ ਫਿਰ ਜਾਨਵਰ ਵੀ ਤੇ ਉੱਥੇ ਬੈਠੇ ਆ। ਭੁੱਖਾ ਕੋਈ ਮਰਦਾ ਵੇਖਿਆ ਜੇ ਜਾਨਵਰ? ਪੰਛੀ, ਕੋਈ ਕੁੱਤਾ, ਬਿੱਲੀ? ਆਪਾਂ ਰੋਟੀਆਂ ਪਾਉਂਦੇ ਆ? ਨਹੀਂ, ਪਲਦੇ ਪਏ ਨੇ। ਮੈਂ ਤੇ ਅੰਮ੍ਰਿਤਸਰ ਦੇ, ਮੈਨੂੰ ਵੇਖਦਾ ਹਜ਼ਾਰਾਂ ਹੀ ਕੁੱਤੇ ਨੇ, ਉਹਨੂੰ ਕੌਣ ਰੋਟੀਆਂ ਪਾਉਣ ਜਾਣ ਦਿਆ? ਪਰ ਪਲਦੇ ਪਏ ਨੇ। ਆਪਾਂ ਦੇ ਘਰਾਂ 'ਚ ਕੁੱਤੇ ਰੱਖੇ ਆ, ਸਾਡੇ ਕੁੱਤੀ ਰੱਖੀ ਨਿੱਜਰ ਸਾਹਿਬ ਨੂੰ ਕੋਟੀ ਕਾਟੀ ਪਾਈ ਆ, ਉਹਦੇ ਲਈ ਸੌਣ ਦੇ ਲਈ ਕੰਬਲ ਵਿਛਾਇਆ। ਜਿਹੜੇ ਗਲੀਆਂ 'ਚ ਸੌਂਦੇ ਨੇ ਉਹ ਕਿਹੜੇ ਠੰਡੇ ਨਾਲ ਮਰਦੇ? ਬਿਲਕੁਲ ਸਹੀ ਗੱਲ ਹੈ। ਉੱਥੇ ਬੈਠੀ ਹੈ ਕੋਈ ਸ਼ਕਤੀ ਉਹਨਾਂ ਨੂੰ ਬਚਾਉਣ ਵਾਲੀ। ਏਦਾਂ ਨਹੀਂ ਗੱਲ ਬਣੇਗੀ। ਸੋ ਇੱਥੇ ਚੀਜ਼ ਨੂੰ ਵਿਚਾਰ ਕਰਨ ਦੀ ਲੋੜ ਹੈ। ਫਿਰ ਕਹਿੰਦੇ ਨੇ ਕਿ ਆਖਰੀ ਤੁਕ ਬੋਲਦੇ ਨੇ ਜਸਰ, ਕਹਿ ਕਮੀਰ ਕੁਲ ਜਾਤ ਪਾਤ ਤਜ, ਚੀਟੀ ਹੋਏ ਚੁਨ ਖਾਈ। ਚੁਣਨੀ ਪੈਣੀ ਆ ਖਾਣ ਵਾਸਤੇ ਭਾਈ, ਮਿਹਨਤ ਕਰਨੀ ਪੈਣੀ। ਬਿਲਕੁਲ ਠੀਕ ਹੈ ਜੀ, ਮਿਹਨਤ ਕਰ ਲਓ। ਤੇ ਵੈਸੇ ਵੀ ਬਾਣੀ 'ਚ ਲਿਖਿਆ ਜਿਨ੍ਹਾਂ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਉਹੀ ਮੁਜਲੇ ਆ ਕੀਤੀ ਛੁੱਟੀ ਨਾਲ। ਜਿਹੜਾ ਮਿਹਨਤ ਕਰਦਾ ਹੈ
ਜਿਹੜਾ ਖਾਣ ਤੋਂ ਪਹਿਲਾਂ ਵਿਚਾਰ ਕਰਦਾ ਹੈ ਕਿ ਰਿਜ਼ਕ ਮੇਰਾ ਜਾਂ ਕਿਸੇ ਹੋਰ ਦਾ ਤਾਂ ਨਹੀਂ ਮੈਂ ਖਾ ਰਿਹਾ। ਤੇ ਜੇ ਆਪਾਂ ਨੂੰ ਨਹੀਂ ਇਹਦਾ ਪਤਾ ਲੱਗਦਾ ਤੇ ਫਿਰ ਕਿਸੇ ਦਾ ਕੋਈ ਕਸੂਰ ਨਹੀਂ ਆ, ਉਹਦੇ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਫਿਰ ਪ੍ਰਕਿਰਤੀ ਜੋ ਦਵੇਗੀ, ਜੋ ਤੁਸੀਂ ਪੇਪਰ 'ਚ ਲਿਖੋਗੇ ਪੇਪਰ ਦੇ ਨੰਬਰ ਤੇ ਉਦਾਂ ਦੇ ਹੀ ਹੋਣੇ। ਬਿਲਕੁਲ ਕੋਈ ਵੱਖਰੇ ਨੰਬਰ ਤੇ ਲਿਖ ਨਹੀਂ ਦਿੰਦਾ ਚੈੱਕ ਕਰਨ ਵਾਲਾ, ਦੇ ਦਿੰਦਾ ਕਿਹਨੂੰ ਨੰਬਰ ਨਾ, ਬਿਲਕੁਲ ਨਹੀਂ। ਪਰ ਉਦੋਂ ਦਿੰਦਾ ਵਾ ਕਿ ਜਦੋਂ ਤੁਹਾਡੇ ਨਾ 32 ਨੰਬਰ ਆ ਜਾਂਦੇ, ਇੱਕ ਨੰਬਰ ਆਪਣੇ ਕੋਲ ਦਿੰਦਾ ਹੈ। ਤੇ ਜਿਹਨੇ ਮੇਰੇ ਵਰਗੇ ਪੇਪਰ ਹੀ 20 ਨੰਬਰ ਦਾ ਕੀਤਾ, ਉਹਨੂੰ ਅਗਲਾ ਕਿੱਥੋਂ ਵੱਧ ਨੰਬਰ ਪਾ ਦੂ, 11 ਨੰਬਰ, ਬਿਲਕੁਲ 23 ਨੰਬਰ, 13 ਨੰਬਰ ਕਿੱਥੋਂ ਵੱਧ ਪਾ ਦੂ, ਨਹੀਂ ਪਾਉਣੇ ਉਹਨੇ ਕਹਿਣਾ ਇਹ ਬੰਦਾ ਲਾਇਕ ਹੀ ਨਹੀਂ ਹੈਗਾ। ਤਾਂ ਅੱਜ ਦੀ ਵਿਚਾਰੇ ਇੱਥੇ ਸਮਾਪਤ। ਹਾਂਜੀ ਵੀਰ ਜੀ, ਇੱਕ ਨਾ ਵੀਰ ਜੀ ਆਪਾਂ ਇੱਕ ਆਪਣੇ ਗਰੁੱਪ ਦੇ ਵਿੱਚ ਜਿਹੜੇ ਆ ਦੋਨੋਂ ਕਥਾ ਸੁਣਦੇ ਸੀਗੇ। ਇੱਕ ਆਪਣੇ ਮੈਂਬਰ ਜਿਹੜੇ ਹੈਗੇ ਉਹ ਵਿਛੜ ਗਏ ਆਪਣੇ ਤੋਂ, ਅਤੇ ਉਹਨਾਂ ਦੀ ਅਰਦਾਸ ਕਰਨੀ ਆ ਵੀਰ ਜੀ ਕਿ ਉਹਨਾਂ ਦੀ ਚੜ੍ਹਦੀ ਕਲਾ ਰਹੇ, ਪਰਮਾਤਮਾ ਉਹਨਾਂ ਦੀ ਰੂਹ ਨੂੰ ਚੜ੍ਹਦੀ ਕਲਾ ਰੱਖੇ। ਜੇ ਯਾਤਰਾ ਪੂਰੀ ਨਹੀਂ ਹੈ, ਯਾਤਰਾ ਕਰਵਾਏ, ਫਿਰ ਜਿਹੜਾ ਹੈਗਾ ਇਹ ਕੱਪੜਾ ਫਿਰ ਦਏ, ਸੋਹਣਾ ਕੱਪੜਾ ਦਏ। ਉਹ ਮੇਰੇ ਬ੍ਰਦਰ ਜਿਹੜੇ ਹੈਗੇ ਪਰਮਿੰਦਰ ਸਿੰਘ, ਜਿਹੜੇ ਹਮੇਸ਼ਾ ਹੁੰਦੇ ਸੀ, ਜਿਨ੍ਹਾਂ ਦਾ ਡਾਇਲਿਸਿਸ ਹੁੰਦਾ ਸੀਗਾ, ਉਹ ਆਪਾਂ ਕੱਲ੍ਹ ਜਿਹੜਾ ਵਿਛੋੜਾ ਦੇ ਗਏ। ਕੱਲ੍ਹ ਦੀ ਕਥਾ ਸੁਣ ਕੇ ਜਿਹੜੇ ਗਏ, ਅਤੇ ਮਾਲਕ ਮਿਹਰ ਕਰੇ ਜੀ। ਤੁਸੀਂ ਅਰਦਾਸ ਕਰ ਦਿਓ। ਹਾਂ, ਨਿੱਜਰ ਸਾਹਿਬ ਵੈਸੇ ਵੀ ਉਹਨਾਂ ਜਿੰਨਾ ਗਿਆਨ ਸੁਣ ਲਿਆ ਨਾ, ਹਾਂਜੀ, ਉਹਦਾ ਉਹਨਾਂ ਨੂੰ ਫਲ ਮਿਲਣਾ ਹੀ ਮਿਲਣਾ, ਬਿਲਕੁਲ, ਇਹ ਤੇ ਪੱਕਾ ਹੈ। ਹਾਂਜੀ ਹਾਂਜੀ। ਇਹ ਤੇ ਗੱਲ ਆ, ਜੇ 1 ਸਾਲ ਹੋ ਗਿਆ ਉਹਨਾਂ ਨੂੰ ਕਥਾ ਸੁਣਦਿਆਂ ਨੂੰ, ਉਹਦਾ ਉਹਨਾਂ ਨੂੰ ਜੀਵਨ ਦੇ ਵਿੱਚ ਪ੍ਰਾਪਤੀ ਹੋਣੀ। ਕਿਉਂਕਿ ਪ੍ਰਮਾਤਮਾ ਦੇ ਦਰ ਤੇ ਜਿਹੜਾ ਵੀ ਉਹ ਗਿਆ ਹੈ, ਉਹ ਫਿਰ ਸਾਡਾ ਜੀਵਨ ਪਹਿਲਾਂ ਦਾ ਕਿੱਦਾਂ ਦਾ ਸੀ ਉਹ ਇੰਪੋਰਟੈਂਟ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਹਾਂ, ਬਾਕੀ ਉਹ ਕਾਫੀ ਮੁਸ਼ਕਲ ਦੇ ਵਿੱਚ ਸੀ। ਮੈਂ ਵੇਖਦਾ ਵਾਂ, ਮੈਂ ਸਮਝਦਾ ਦੂਜੇ ਦਿਨ ਜਾ ਕੇ ਉਹ ਚੀਜ਼ ਲਾਉਣੀ ਬੜੀ ਇੱਕ ਜ਼ਿੰਦਗੀ ਦਾ, ਮੈਂ ਸੋਚਦਾ ਕਿ ਕਿੰਨੀ ਕਥਾ ਸੁਣ ਗਏ। ਆਖਰ ਤੇ ਉਹ ਚੀਜ਼ ਨੂੰ, ਗਿਆਨ ਨੂੰ ਸਰਵਣ ਕੀਤਾ ਹੈ, ਔਰ ਉਹ ਇੱਕ ਚੇਤਨ ਹੋ ਕੇ ਸੰਸਾਰ ਤੋਂ ਗਏ ਨੇ, ਨਾ ਕਿ ਬੇਹੋਸ਼ ਦੇ ਵਿੱਚ। ਇੱਕ ਤਾਂ ਬੰਦਾ ਬੇਹੋਸ਼ ਹੀ ਮਰ ਗਿਆ, ਉਹਦਾ ਤੇ ਮੁੱਲ ਹੀ ਕੋਈ ਨਹੀਂ ਨਾ। ਬਿਲਕੁਲ ਸਹੀ ਗੱਲ ਹੈ। ਕਮ ਸੇ ਕਮ ਆਖਰ ਦੇ ਵਿੱਚ ਜੀਵਨ ਦਾ ਮਕਸਦ ਸਮਝ ਕੇ ਗਏ ਨਾ ਕਿ ਹਾਂ, ਮੈਂ ਜ਼ਿੰਦਗੀ ਦਾ ਮੇਰਾ ਮਕਸਦ ਕੀ ਹੈ। ਚਾਹੇ ਕੁਛ ਵੀ ਸਮਾਂ 1 ਸਾਲ 6 ਮਹੀਨੇ ਜਿੰਨਾ ਵੀ ਬਤੀਤ ਕੀਤਾ, ਤੇ ਨਿੱਜਰ ਸਾਹਿਬ ਬੜੀ ਵੱਡੀ ਗੱਲ ਹੈ। ਬਾਣੀ ਤੇ ਕਹਿੰਦੀ ਕਿ ਤੂੰ ਸਤ ਸੰਗ 5 ਮਿੰਟ ਵੀ ਕੀਤਾ ਤੇ ਉਹਦੀ ਵੀ ਕੀਮਤ ਬਹੁਤ ਹੈ। ਬਹੁਤ ਹੈ ਜੀ, ਬਹੁਤ ਹੈ। ਉਹਦਾ ਤਾਂ ਮੁਕਾਬਲਾ ਹੀ ਨਹੀਂ ਕਰ ਸਕਦੇ ਆਪਾਂ। ਹਾਂਜੀ ਹਾਂ, ਤੇ ਆਪਾਂ ਕਿੰਨਾ ਸੰਗ ਕਰਨੇ ਆ। ਔਰ ਵੈਸੇ ਵੀ ਚਲੋ ਕੋਈ ਨਹੀਂ, ਅਰਦਾਸ ਕਰ ਦਿੰਦੇ ਆ। ਹਾਂਜੀ, ਇਹ ਤੇ ਬੰਦੇ ਦੇ ਆਖਰੀ ਦੇ ਵਿੱਚ ਤੁਸੀਂ ਕੀ ਕੀਤਾ ਹੈ ਬੜਾ ਇੰਪੋਰਟੈਂਟ ਹੈ। ਰਿਜ਼ਲਟ ਤੇ ਉਹਨੇ ਕੱਢਣਾ ਹੈ ਕਿ ਪਹਿਲਾ ਜੀਵਨ ਤੇ ਬੀਤ ਗਿਆ, ਪਰ ਆਖਰ ਤੇ ਤੇਰੀ ਸੋਚ ਕੀ ਸੀ, ਕਿੱਧਰ ਲੈ ਕੇ ਗਿਆ ਆਪਣੇ ਜੀਵਨ ਨੂੰ। ਤੂੰ ਗੱਡੀ ਮੋੜੀ ਕਿ ਨਹੀਂ ਮੋੜੀ, ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਆਖਰੀ ਆਪਣੀ ਖੁਆਇਸ਼ ਕੀ ਸੀਗੀ, ਆਪਣੀਆਂ ਇੱਛਾਵਾਂ ਕੀ ਸੀਗੀਆਂ, ਉਹ ਮੈਟਰ ਕਰਦੀਆਂ। ਹਾਂਜੀ, ਬਿਲਕੁਲ ਸਹੀ ਗੱਲ। ਹਾਂ, ਆਖਰ ਦੇ ਵਿੱਚ ਚਿੱਤ 'ਚ ਕੀ ਤੁਸੀਂ ਕੀ ਪਰੋਸਿਆ ਸੀ, ਕੀ ਤੁਹਾਡੀ ਮੈਨੂੰ ਲਾਸਟ ਥਾਲੀ ਦੇ ਵਿੱਚ ਤੁਹਾਡੇ ਕੀ ਪਿਆ ਸੀ, ਉਹ ਮੋਲਿਆ। ਪਹਿਲਾਂ ਕੀ ਖਾਧਾ ਉਹ ਤੇ ਮੈਟਰ ਕੋਈ ਨਹੀਂ, ਉਹ ਤੇ ਗਿਆ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ। ਹਾਂ, ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਕੋਈ ਨਹੀਂ, ਅਰਦਾਸ ਕਰਦੇ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ। ਸੰਗਤਾਂ ਦੇ ਹਿਰਦੇ ਵਿੱਚ ਬਾਣੀ ਦਾ ਭਾਵ ਵਸਾਉਣਾ ਮੇਰੇ ਮਾਲਿਕ। ਮੇਰੇ ਪਿਤਾ ਇੱਕ ਸਰੀਰ ਸਨ, ਉਹ ਸੰਗਤ ਕਰਦੇ ਸਨ ਔਰ ਕਥਾ ਸੁਣੀ ਉਹਨਾਂ ਨੇ। ਤੇ ਦਾਸ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਆਪ ਉਹਨਾਂ ਨੂੰ ਸ਼ਾਂਤੀ ਬਖਸ਼ੋ, ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ। ਮਿਹਰ ਕਰੋ ਮੇਰੇ ਮਾਲਿਕ। ਜੋ ਵੀ ਕਾਰਜ ਕਰਨ ਆਏ ਸਨ ਉਹ ਕਾਰਜ ਪੂਰਾ ਹੋਵੇ ਮੇਰੇ ਮਾਲਿਕ। ਅਰਦਾਸ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮਿਹਰ ਕਰੋ, ਬਾਣੀ ਤੇ ਚੱਲਣ ਦੀ ਲਈ ਹਿੰਮਤ ਬਖਸ਼ੋ ਮੇਰੇ ਮਾਲਿਕ। ਬਾਣੀ ਤੇ ਚੱਲੀਏ ਤੇ ਆਪਣਾ ਜੀਵਨ ਸਫਲ ਕਰੀਏ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹ ਸੰਗੀਤ ਵਿੱਚ ਚੁੱਪ ਹੋਏ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।